ਫੇਸਬੁੱਕ ਚਰਚਾ ਤੇ ਅੱਜ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਅਮਰਜੀਤ ਸਿੰਘ ਸਕਰਾਮੈਂਟੋ ਤੋਂ। ਅੱਜ ਦਾ ਸਾਡਾ ਇਹੋ 50ਵਾਂ ਪ੍ਰੋਗਰਾਮ, ਜਿਹੜਾ ਕਿ ਅੱਜ ਅਸੀਂ ਹਾਫ ਸੈਂਚਰੀ ਮਾਰਨ ਜਾ ਰਹੇ ਹਾਂ। तो हाफ सेंचुरी अज वधिया तरीके नाल मारांगे, क्योंकि अज साडे गैस्ट भी बहुत वधिया ने ते साडे होस्ट भी बहुत वधिया ने। ते साडा जिहड़ा एक असीं कल दा प्रोग्राम है, उहदे बारे भी तुहाडे नाल गल करके फिर असीं अगे अपने गैस्टां नूं बुलावांगे। ते मैं उब्बी भाजी नूं माड़ा जिहा रिक्वेस्ट करूं, फेसबुक ते हले आ नहीं रहा, तुहानूं बड़े प्यार नाल सुणदे आ, बड़ा प्यार दिंदे आ, शेयर करदे आ। प्लीज़ इस प्रोग्राम नूं साडे ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਉਂਕਿ ਇਹ ਪ੍ਰੋਗਰਾਮ ਅਸੀਂ ਬਹੁਤ ਸਪੈਸ਼ਲ ਤੁਹਾਡੇ ਲਈ 50th ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਬਹੁਤ ਵਧੀਆ ਸਾਡੇ ਨਾਲ ਗੈਸਟ ਜੁੜੇ ਆ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ, ਨੌਲੇਜ ਆ, ਤੇ ਉਹ ਤੁਹਾਨੂੰ ਅੱਜ ਕਿਸਾਨੀ ਅੰਦੋਲਨ ਬਾਰੇ ਹੋਰ ਡੀਪ ਜਾ ਕੇ ਦੱਸਣਗੇ। ਤੇ ਮੈਂ ਆਪਣੇ ਉੱਬੀ ਭਾਜੀ ਹੁਣੀ 1 ਮਿੰਟ ਦੇ ਵਿੱਚ ਤੁਹਾਨੂੰ ਫਲੈਰ ਸ਼ੇਅਰ ਕਰਨਾ ਚਾਹਾਂਗਾ ਆਪਣੇ ਪੈਨਲ ਨੂੰ, ਤੇ ਉਹਨਾਂ ਦੇ ਜਿਹੜੇ ਹੋਸਟ ਨੇ ਅਜੀਤ ਭੱਠਲ ਸਾਹਿਬ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਤੇ ਉੱਬੀ ਭਾਜੀ ਕਰਿਓ ਸ਼ੇਅਰ। अमर कीप कंटिन्यू। एक्चुअली मैं वो लभ रहा, तुसीं कहे सी बाद में शेयर करना, इस करके मैं कढ़िया नहीं सी जी। सो गो हैड। भट्टर साहब तुसीं मेरे ख्याल चला दो, क्योंकि वो ना आई थिंक अमरजीत डिस्कनैक्ट हो गया। तुसीं कंटिन्यू कर लो। हाँ जी भाई कंटिन्यू करो तुसीं, मैं मेरा विचों टुट गया सी कनैक्शन, करो कंटिन्यू। हाँ जी, फेसबुक चर्चा का आनंद माणते हुए सारे ਸਰੋਤਿਆਂ ਨੂੰ ਅੱਜ ਸਾਡਾ 50ਵਾਂ ਜਿਹੜਾ ਐਪੀਸੋਡ ਹੈ, ਉਹਦੇ 'ਚ ਸਾਰਿਆਂ ਨੂੰ ਵੈਲਕਮ, ਜੀ ਆਇਆਂ ਨੂੰ। ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਆ ਕਿ ਇਹ ਸਾਰੇ ਜਾਣੇ ਆਪਣੇ ਫੇਸਬੁੱਕ, ਵਟਸਐਪ ਤੇ ਸਾਰਿਆਂ ਦੇ ਉੱਤੇ ਸ਼ੇਅਰ ਜ਼ਰੂਰ ਕਰਿਓ ਪਲੀਜ਼, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਅਸੀਂ ਆਪਣੀ ਗੱਲ ਆ ਜਿਹੜੀ ਪਹੁੰਚਾ ਸਕੀਏ। ਡਾਕਟਰ ਸਾਹਿਬ ਵਿੱਚੋਂ ਨਿਕਲ ਗਏ ਜੀ। ਉਹਨਾਂ ਦੇ ਜਿਹੜੇ ਕੁਐਸਚਨ ਹੋਣਗੇ ਉਹ ਵੀ ਸਾਨੂੰ ਜਿਹੜੇ ਆ ਉਹ ਲਗਾਤਾਰ ਨਾਲ ਦੀ ਨਾਲ ਕਰਦੇ ਰਹਿਣ, ਤੇ ਅਸੀਂ ਉਹਨਾਂ ਦੇ ਕੁਐਸਚਨਾਂ ਦੇ ਆਨਸਰ ਵੀ ਜਿਹੜੇ ਸਾਡੇ ਮਹਿਮਾਨ ਆ ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਆਪਦੀ ਸਮਰੱਥਾ ਮੁਤਾਬਕ ਉਹਨਾਂ ਦੇ ਆਨਸਰ ਵੀ ਦਿੱਤੇ ਜਾਣਗੇ। ਇਸ ਕਰਕੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ, ਤੇ ਵੱਧ ਤੋਂ ਵੱਧ ਸਾਡਾ ਜਿਹੜਾ ਇਹ ਪ੍ਰੋਗਰਾਮ ਆ ਉਹਦੇ ਵਿੱਚ ਕੁਐਸਚਨ ਵੀ ਕਰਿਓ, ਤੇ ਤਾਂ ਕਿ ਅਸੀਂ ਵੀ ਜਿਹੜਾ ਥੋੜ੍ਹਾ ਆਪਣੇ ਪ੍ਰੋਗਰਾਮ ਨੂੰ ਹੋਰ ਰੌਚਕ ਬਣਾ ਸਕੀਏ। ਤੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਮਹਿਮਾਨ ਨੇ ਉਹ ਰਣਜੀਤ ਸਿੰਘ ਗਿੱਲ, ਜਿਹੜੇ ਕਵੀ ਵੀ ਆ, ਇਹ ਫਰੇਜਨੋ ਤੋਂ ਆ, ਤੇ ਸਾਡੇ ਗਲਿੰਦਰ ਗਿੱਲ ਜਿਹੜੇ ਸਾਡੇ ਸੈਕਰਾਮੈਂਟੋ ਤੋਂ ਆ, ਕੈਲੀਫੋਰਨੀਆ ਦੀ ਰਾਜਧਾਨੀ ਤੋਂ ਗਲਿੰਦਰ ਗਿੱਲ ਜੀ ਨੇ। ਤੇ ਸਾਡੇ ਮੁੱਖ ਮਹਿਮਾਨ ਪ੍ਰੋਫੈਸਰ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ, ਉਹ ਸਾਡੇ ਅੱਜ ਖਾਸ ਮਹਿਮਾਨ ਕੈਨੇਡਾ ਤੋਂ, ਵੈਨਕੂਵਰ ਤੋਂ ਨੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਮੈਂ ਲਾਈਕ ਕਰੂੰਗਾ ਥੋੜ੍ਹਾ ਜਿਹਾ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਸੋਹੀ ਬਾਰੇ ਦੱਸਣਾ। ਇਹ ਗਵਰਨਮੈਂਟ ਕਾਲਜ ਲੁਧਿਆਣੇ ਦੇ ਵਿੱਚ ਡੀਨ ਰਹੇ ਨੇ, ਤੇ ਉੱਥੇ ਇਹ ਹੈੱਡ ਆਫ ਦੀ ਪੋਲੀਟੀਕਲ ਸਾਇੰਸ ਦੇ ਹੈੱਡ ਰਹੇ ਨੇ, ਤੇ ਨਾਲ ਦੀ ਨਾਲ ਇਹਨਾਂ ਨੇ ਜਲੰਧਰ ਦੂਰਦਰਸ਼ਨ ਦੇ ਜਰਨਲਿਸਟ ਰਹੇ ਨੇ। ਇੰਡੀਆ ਦੇ ਵਿੱਚ ਵੀ ਜਲੰਧਰ ਦੂਰਦਰਸ਼ਨ ਦੇ ਉੱਤੇ 15 ਸਾਲ ਤਕਰੀਬਨ ਕੰਮ ਕਰਿਆ। ਤੇ ਉਸ ਤੋਂ ਬਾਅਦ ਜਦੋਂ ਫਿਰ ਇੱਥੇ ਆ ਗਏ ਸੀ ਸਾਡੇ ਇੱਥੇ ਰੇਡੀਓ ਸਟੇਸ਼ਨਾਂ ਦੇ ਉੱਤੇ, ਤੇ ਫਿਰ ਜਿਹੜਾ ਹੈਗਾ ਪ੍ਰਾਈਮ ਏਸ਼ੀਆ TV ਦੇ ਉੱਤੇ 2 ਸਾਲ ਲਗਾਤਾਰ ਉਹਨਾਂ ਦੇ ਨਿਊਜ਼ ਐਸੋਸੀਏਟ ਰਹੇ ਨੇ। ਤੇ ਅੱਜ ਕੱਲ੍ਹ ਇਹ ਆਵਾਜ਼ ਘਟਾਓ, ਉਹ ਕੈਨੇਡਾ ਦੇ ਵਿੱਚ ਓਮਨੀ TV, ਉਹ 7 ਸਾਲ ਤੋਂ ਪਿਛਲੇ ਤੋਂ ਲਗਾਤਾਰ ਉੱਤੇ ਇਹ ਗੱਲਬਾਤ ਕਰਦੇ ਰਹੇ ਆ। ਤੇ ਮੈਂ ਪਹਿਲਾ ਜਿਹੜਾ ਕੁਐਸਚਨ ਆ ਉਹ ਆਪਣੇ ਸੋਹੀ ਸਾਹਿਬ ਨੂੰ ਕਰੂੰਗਾ ਵੀ ਜਿਹੜਾ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ, ਜਿਹੜਾ ਬੜਾ ਚਰਚਾ ਦੇ ਵਿੱਚ ਆ ਸਾਰੀ ਦੁਨੀਆ ਦੇ ਵਿੱਚ, ਸੋਹੀ ਸਾਹਿਬ ਤੁਸੀਂ ਇਹਦੇ ਬਾਰੇ ਵੀ ਅੱਜ ਤੱਕ ਇਹ ਕੀ ਪ੍ਰਾਪਤੀਆਂ ਕਰ ਚੁੱਕਿਆ, ਜਿਹੜੇ ਉਹਨਾਂ ਦੇ ਕਾਨੂੰਨ ਆ ਉਹਨਾਂ ਬਾਰੇ ਤਾਂ ਲੋਕਾਂ ਨੇ ਬਹੁਤ ਦੱਸਤਾ,
ਬੜੀ ਹੁਣ ਤਾਂ ਬੱਚੇ ਨੂੰ ਵੀ ਪਤਾ ਵੀ ਇਹ ਕਾਨੂੰਨ ਕੀ ਨੇ ਤੇ ਅਸੀਂ ਕੀ ਚਾਹੁੰਦੇ ਹਾਂ, ਤੇ ਉਹਨਾਂ ਦੀਆਂ ਵੀ ਅੱਜ ਤੱਕ ਕੋਈ ਪ੍ਰਾਪਤੀਆਂ ਹੈਗੀਆਂ, ਕੋਈ ਫੇਲਰ ਹੈਗੇ ਆ, ਜਾਂ ਕੁਛ ਹਲੇ ਸੁਧਾਰ ਕਰਨ ਦੀ ਲੋੜ ਹੈ, ਉਹਦੇ ਬਾਰੇ ਸਾਨੂੰ ਸੋਹੀ ਸਾਹਿਬ ਥੋੜਾ ਜਿਹਾ ਅੱਜ ਚਾਨਣਾ ਪਾਉਂਗੇ। ਤੇ ਮੈਂ ਫਿਰ ਸੋਹੀ ਸਾਹਿਬ ਦੇ ਬੋਲਣ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤੇ ਹਾਂਜੀ ਸੋਹੀ ਸਾਹਿਬ। ਹਾਂਜੀ, ਅਜੀਤ ਸਿੰਘ ਭੱਠਲ ਜੀ, ਪਹਿਲਾਂ ਤਾਂ ਤੁਹਾਡੇ ਸਾਰੇ ਗਰੁੱਪ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਮੀਟਿੰਗ ਦੇ ਵਿੱਚ ਬੁਲਾਇਆ ਅਤੇ ਨਾਲ ਤੁਹਾਡੇ ਨਾਲ ਕੁਝ ਡਿਸਕਸ਼ਨ ਸਾਂਝੀ ਕਰਨ ਦੇ ਲਈ ਮੌਕਾ ਦਿੱਤਾ। ਗੁਲਿੰਦਰ ਗਿੱਲ ਮੇਰਾ ਵਿਦਿਆਰਥੀ ਵੀ ਹੈ ਇੱਕ ਤਰ੍ਹਾਂ ਦੇ ਨਾਲ, ਉਹ ਸਾਡੇ ਨਾਲ ਬੈਠਾ ਹੈ। ਰਣਜੀਤ ਗਿੱਲ ਚੰਗਾ ਦੋਸਤ ਆ ਫ੍ਰਿਜਨੋ ਤੋਂ, ਤੇ ਤੁਸੀਂ ਭੱਠਲ ਜੀ ਬੇਕਰਸਫੀਲਡ ਤੋਂ ਅਮਰੀਕਾ ਦੇ ਵਿੱਚ ਬੈਠੇ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ। ਸਾਡੇ 2 ਟੈਕਨੀਕਲ ਅਸਿਸਟੈਂਟ ਨੇ ਜਿਹੜੇ ਨਾਲ ਲੱਗੇ ਹੋਏ ਨੇ, ਤੇ ਮੈਂ ਹੁਣ ਆਪਣੇ ਫੋਨ ਦੇ ਰਾਹੀਂ ਹੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਆ ਰਿਹਾ ਕਿਉਂਕਿ ਲੈਪਟਾਪ ਦੇ ਵਿੱਚ ਕੰਮ ਨਹੀਂ ਸੀ ਦੇ ਰਿਹਾ। ਪਰ ਜਿਹੜੀ ਗੱਲ ਆਪਾਂ ਕਿਸਾਨ ਸੰਘਰਸ਼ ਦੀ ਕਰਦੇ ਹਾਂ, ਸਾਨੂੰ ਪਤਾ ਕਿ ਸਾਰੇ ਪੰਜਾਬੀਆਂ ਦੀ ਬਹੁਤ ਵੱਡੀ ਸਮੱਸਿਆ ਇਸ ਵੇਲੇ ਪੈਦਾ ਹੋਈ ਹੈ। ਇਕੱਲੇ ਪੰਜਾਬੀਆਂ ਦੀ ਨਹੀਂ, ਹੁਣ ਇਹ ਸਮੁੱਚੇ ਦੇਸ਼ ਦੀ ਸਮੱਸਿਆ ਬਣ ਗਈ ਹੈ, ਜਿਹਦੇ ਕਰਕੇ ਸਾਰਾ ਦੇਸ਼ ਹੌਲੀ ਹੌਲੀ ਇਸ ਸੰਘਰਸ਼ ਦੇ ਨਾਲ ਜੁੜ ਰਿਹਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਕਰੀਬਨ 3 ਕੁ ਮਹੀਨੇ ਪਹਿਲਾਂ ਇਹ ਸੰਘਰਸ਼ ਪਹਿਲਾਂ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੀ। ਪੰਜਾਬ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ ਉਹਨਾਂ ਨੇ ਦਿੱਲੀ ਵੱਲ ਆਏ 26 ਨਵੰਬਰ ਨੂੰ, ਫਿਰ ਸਾਰਾ ਹਰਿਆਣਾ ਇਹਦੇ ਨਾਲ ਰਲ ਗਿਆ, ਫਿਰ ਪੱਛਮੀ ਯੂਪੀ, ਉੱਤਰਾਖੰਡ, ਰਾਜਸਥਾਨ ਦਾ ਉੱਪਰਲਾ ਹਿੱਸਾ, ਤੇ ਹੁਣ ਤਕਰੀਬਨ ਸਾਰੇ ਦੇਸ਼ ਦੇ ਵੱਖਰੇ ਵੱਖਰੇ ਸੂਬੇ, ਖਾਸ ਤੌਰ ਤੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ ਜਾਂ ਹੋਰ ਵੀ ਕੁਝ ਏਰੀਆ ਨੇ, ਕੇਰਲਾ ਦੇ ਵਿੱਚੋਂ ਵੀ ਇਹਦੇ ਨਾਲ ਲੋਕ ਜੁੜ ਰਹੇ ਨੇ। ਜਿਉਂ-ਜਿਉਂ ਸੰਘਰਸ਼ ਲੰਬਾ ਹੋ ਰਿਹਾ ਹੈ, ਤਿਉਂ-ਤਿਉਂ ਇਹਦੀ ਆਵਾਜ਼ ਵੀ ਵੱਡੀ ਹੋ ਰਹੀ ਹੈ। ਸਿਰਫ ਖੇਤੀ ਦੇ ਮਸਲਿਆਂ ਦੇ ਨਾਲ ਹੀ ਹੁਣ ਇਹ ਸੀਮਿਤ ਨਹੀਂ ਰਿਹਾ, ਇਹਨੇ ਬਹੁਤ ਵੱਡਾ ਹੋਰ ਵੀ ਆਪਣਾ ਘੇਰਾ ਵਿਸ਼ਾਲ ਕਰ ਲਿਆ, ਜਿਹਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਮਸਲੇ ਵੀ ਵਿੱਚ ਸ਼ਾਮਲ ਹੋ ਗਏ। ਨਾਲ ਦੀ ਨਾਲ ਇਹਦੇ ਚ ਕਾਰਪੋਰੇਟ ਸੈਕਟਰ ਹੈ ਜਿਹੜਾ, ਉਹ ਵੀ ਵਿੱਚ ਇਨਵੋਲਵ ਹੋ ਗਿਆ ਕਿ ਕਿਵੇਂ ਇੰਡੀਆ ਦੇ ਜਿਹੜੇ ਸੋਰਸ ਨੇ ਉਹਨਾਂ ਦੇ ਉੱਪਰ ਉਹ ਕੰਟਰੋਲ ਕਰਨ ਜਾ ਰਹੇ ਨੇ। ਉਹ ਸਾਰੀਆਂ ਗੱਲਾਂ ਹੁਣ ਇਹਦੇ ਨਾਲ ਸ਼ਾਮਲ ਹੋ ਗਈਆਂ। ਕਿਸਾਨੀ ਸੰਘਰਸ਼ ਦੀਆਂ 2-3 ਗੱਲਾਂ ਜਿਵੇਂ ਆਪਾਂ ਨਾਲ ਦੀ ਨਾਲ ਡਿਸਕਸ ਜੇ ਕਰੀਏ ਕਿ ਸੰਘਰਸ਼ ਦੀਆਂ ਅਚੀਵਮੈਂਟਸ ਦੀ ਤੁਸੀਂ ਗੱਲ ਕੀਤੀ ਸੀ, ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲੀ ਗੱਲ ਤਾਂ 3 ਕਾਨੂੰਨ ਕੀ ਨੇ, ਮੈਂ ਉਹਨਾਂ ਦੀ ਹੁਣ ਡਿਟੇਲ 'ਚ ਨਹੀਂ ਜਾਊਂਗਾ ਕਿਉਂਕਿ ਬਹੁਤ ਵਿਸਥਾਰ ਉਹਨਾਂ ਦਾ ਆ ਚੁੱਕਿਆ ਹੈ। ਅਚੀਵਮੈਂਟਸ ਜਿਹੜੀਆਂ ਹੋਈਆਂ ਇਸ ਮੋਰਚੇ ਦੀਆਂ ਹੁਣ ਤੱਕ, ਉਹਦੀ ਆਪਾਂ ਡਿਸਕਸ ਕਰ ਸਕਦੇ ਹਾਂ। ਅੱਜ 56ਵਾਂ ਦਿਨ ਹੈ ਇਹ। 56ਵੇਂ ਦਿਨ ਦੇ ਵਿੱਚ ਵੀ ਜਿਹੜੇ 5 ਬਾਰਡਰ ਨੇ ਦਿੱਲੀ ਦੇ, ਉਹ ਕਿਸਾਨਾਂ ਨੇ ਘੇਰੇ ਹੋਏ ਨੇ। ਉਹਨਾਂ 5 ਹੀ ਬਾਰਡਰਸ ਦੇ ਉੱਤੇ ਖੁੱਲਾ ਲੰਗਰ ਚੱਲ ਰਿਹਾ ਹੈ, ਕਿਸੇ ਵੀ ਕਿਸਮ ਦੀ ਭਾਈਚਾਰਕ ਸਾਂਝ ਉੱਥੇ ਦੇਖੀ ਜਾ ਸਕਦੀ ਹੈ। ਸਭ ਤੋਂ ਵੱਡੀ ਪ੍ਰਾਪਤੀ ਤਾਂ ਇਹਦੀ ਇਹ ਹੈ ਕਿ ਭਾਰਤ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਸੀ ਹੁਣ ਤੱਕ ਥੋੜਾ ਜਿਹਾ, ਉਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਗੱਲਾਂ ਇਹਨਾਂ ਨੇ ਐਡ ਕਰ ਦਿੱਤੀਆਂ ਕਿ ਭਾਰਤ ਦੇ ਲੋਕ ਨੇ ਜਿਹੜੇ, ਇਹ ਸਾਰੇ ਧਰਮਾਂ, ਜਾਤਾਂ, ਰੰਗਾਂ, ਨਸਲਾਂ, ਵਰਗਾਂ ਦੇ ਨਾਲ ਸੰਬੰਧਿਤ ਨੇ। ਇੱਕ ਪਲੂਰਲਿਸਟਿਕ ਸੁਸਾਇਟੀ ਹੈ ਤੇ ਸਾਰੇ ਮਿਲ ਕੇ ਇਕੱਠੇ ਕਿਵੇਂ ਰਹਿ ਸਕਦੇ ਆ। ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਸਾਰੇ ਲੋਕਾਂ ਨੂੰ ਇਸ ਸੰਘਰਸ਼ ਨੇ ਇਕੱਠੇ ਕਰ ਦਿੱਤਾ। ਜੇ ਅਸੀਂ ਸੋਸ਼ਲ ਪੱਖੋਂ ਦੇਖੀਏ, ਇਕਨੋਮਿਕ ਪੱਖੋਂ ਵੀ ਇਹਦੇ ਚ ਕਿਸਾਨ ਵੀ ਨੇ, ਇਹਦੇ ਚ ਮਜ਼ਦੂਰ ਵੀ ਨੇ, ਇਹਦੇ ਚ ਆੜਤੀਏ ਵੀ ਨੇ, ਇਹਦੇ ਚ ਟਰਾਂਸਪੋਰਟਰ ਵੀ ਨੇ। ਇਹਦਾ ਭਾਵ ਵੱਖਰੇ ਵੱਖਰੇ ਕਿੱਤਿਆਂ ਦੇ ਨਾਲ ਸੰਬੰਧਿਤ ਲੋਕ ਵੀ ਇਹਦੇ ਚ ਸ਼ਾਮਲ ਨੇ। ਜੇ ਜੈਂਡਰ ਦੇ ਪੱਖੋਂ ਦੇਖੀਏ, ਕੱਲ ਹੀ ਮਹਿਲਾ ਦਿਵਸ ਮਨਾਇਆ ਸੀ ਉਹਨਾਂ ਨੇ, ਸੋ ਇਹਦੇ ਚ ਔਰਤਾਂ ਵੀ ਨੇ ਅਤੇ ਇਹਦੇ ਵਿੱਚ ਮਰਦ ਦੋਨੇ ਸਾਂਝੇ ਤੌਰ ਤੇ ਇਹ ਸਟਰਗਲ ਲੜ ਰਹੇ ਨੇ। ਭਾਵੇਂ ਕਿ ਸੁਪਰੀਮ ਕੋਰਟ ਨੇ ਕਿਹਾ ਵੀ ਸੀ ਕਿ ਔਰਤਾਂ ਤੇ ਬਜ਼ੁਰਗਾਂ ਨੂੰ ਤੁਸੀਂ ਘਰੇ ਭੇਜ ਦਿਓ, ਪਰ ਔਰਤਾਂ ਕਹਿੰਦੀਆਂ ਕਿ ਨਹੀਂ, ਅਸੀਂ ਮੋਢੇ ਨਾਲ ਮੋਢਾ ਢਾ ਕੇ ਇਹਦੇ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ। ਸੋ ਉਹ ਵੀ ਇਹਦੇ ਨਾਲ ਵਿੱਚ ਸ਼ਾਮਲ ਹੋਏ ਨੇ। ਇਹ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਇਸ ਮੋਰਚੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਹ ਤੋਂ ਇਲਾਵਾ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਮੈਂ ਮਹਿਸੂਸ ਕਰਦਾ ਕਿ ਇਹਨੇ ਇੰਡੀਆ ਦੇ ਲੋਕਾਂ ਨੂੰ ਜਾਗਰੂਕ ਕਰ ਦਿੱਤਾ, ਵੱਡੇ ਪੱਧਰ ਤੇ ਜਾਗਰੂਕ ਕਰ ਦਿੱਤਾ। ਉਹ ਜਾਗਰੂਕਤਾ ਜਿਹੜੀ ਕਿ ਪਿਛਲੇ 6 ਸਾਲਾਂ ਤੋਂ ਤਕਰੀਬਨ ਰੁਕੀ ਹੋਈ ਸੀ, ਨੈਸ਼ਨਲ ਮੀਡੀਆ ਨੇ ਵੀ ਰੋਕੀ ਹੋਈ ਸੀ ਉੱਥੋਂ ਦੇ ਨੇ, ਉਹ ਇਹਨਾਂ ਨੇ ਆਪਣੀ ਮੂਵਮੈਂਟ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਅੱਗੇ ਤੋਂ ਅੱਗੇ, ਤੇ ਮੂੰਹਾਂ ਦੇ ਰਾਹੀਂ ਆਵਾਜ਼ ਹੈ ਜਿਹੜੀ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ, ਹੌਲੀ ਹੌਲੀ ਇਹ ਸਾਰੇ ਦੇਸ਼ ਦੇ ਵਿੱਚ ਫੈਲ ਗਈ ਹੈ। ਵੱਡੀ ਜਾਗਰੂਕਤਾ ਕਿ ਭਾਰਤ ਦੇ ਵਿੱਚ ਇਸ ਵੇਲੇ ਲੋਕਤੰਤਰ ਨੂੰ ਕਿਹੜੇ ਕਿਹੜੇ ਖਤਰੇ ਨੇ, ਲੋਕਤੰਤਰੀ ਸੰਸਥਾਵਾਂ ਨੂੰ ਕੀ ਖਤਰੇ ਨੇ, ਜਾਂ ਕਾਰਪੋਰੇਟ ਵਰਲਡ ਆ ਜਿਹੜਾ ਉਹ ਕਿਸ ਰੂਪ ਦੇ ਵਿੱਚ ਅੱਗੇ ਵਧ ਰਿਹਾ ਹੈ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਅਚੀਵਮੈਂਟ ਦੇ ਪੱਖੋਂ ਦੇਖੀਏ। ਤੇ ਦੂਜੇ ਪਾਸੇ ਲੋਕਾਂ ਦੀ ਸਾਂਝੀ ਵਾਲਤਾ, ਇਕੱਠੇ ਹੋ ਕੇ ਸ਼ਾਂਤਮਈ ਅੰਦੋਲਨ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਇਸ ਨੂੰ ਕਿਹਾ ਜਾਂਦਾ ਹੈ, ਜਿੱਥੇ ਲੱਖਾਂ ਲੋਕ ਬੈਠੇ ਹੋਣ ਅਤੇ ਉਹ ਪ੍ਰੋਟੈਸਟ ਵੀ ਕਰ ਰਹੇ ਹੋਣ ਤੇ ਸ਼ਾਂਤਮਈ ਹੋਣ, ਹਿੰਸਾ ਨੂੰ ਉਹਦੇ ਵਿੱਚ ਦਾਖਲ ਨਾ ਹੋਣ ਦਿੰਦੇ ਹੋਣ, ਬਾਵਜੂਦ ਕੁਝ ਏਜੰਸੀਆਂ ਦੇ ਯਤਨਾਂ ਦੇ
ਕਿਸੇ ਪ੍ਰਕਾਰ ਦੀ ਹਿੰਸਾ ਉਹਦੇ ਵਿੱਚ ਨਹੀਂ ਆ ਰਹੀ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਬਕਾ ਅਸੀਂ ਦੇਖਿਆ ਪਿਛਲੇ ਦੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ 6 ਜਨਵਰੀ ਨੂੰ ਛੋਟਾ ਜਿਹਾ ਇੱਕ ਪ੍ਰੋਟੈਸਟ ਹੋਇਆ ਕੈਪੀਟਲ ਹਿੱਲ ਤੇ, ਉਹਦੇ 'ਚ ਹਿੰਸਾ ਹੋਈ, ਜਦੋਂ ਕਿ ਇੰਨੇ ਦਿਨਾਂ ਤੋਂ ਚੱਲ ਰਿਹਾ ਪ੍ਰੋਟੈਸਟ ਦਾ ਇੱਕ ਵਿਕਾਸ ਕਰ ਰਹੇ ਦੇਸ਼ ਦੇ ਵਿੱਚ ਉਹਨੇ ਆਪਣੀ ਨਵੀਂ ਉਦਾਹਰਨ ਸੈੱਟ ਕਰ ਦਿੱਤੀ ਕਿ ਹਾਂ ਪੀਸਫੁਲ ਮੋਰਚੇ ਇਸ ਤਰ੍ਹਾਂ ਵੀ ਲੜੇ ਜਾ ਸਕਦੇ ਨੇ। ਹਾਂਜੀ ਭੱਠਲ ਸਾਹਿਬ। ਹਾਂਜੀ, ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਇਹ ਬਹੁਤ ਵੱਡੀ ਪ੍ਰਾਪਤੀ ਆ, ਤੇ ਉਹਦੇ ਚ ਸਭ ਤੋਂ ਵੱਡੀ ਪ੍ਰਾਪਤੀ ਆ ਵੀ ਸਾਰੇ ਧਰਮ ਇਕੱਠੇ ਕਰਤੇ, ਸਾਂਝੇ ਹਾਂਜੀ। ਵਾਰਤਾ ਐਸੀ ਪੈਦਾ ਕੀਤੀ ਆ ਵੀ ਜਿਵੇਂ ਹਰਿਆਣੇ ਨਾਲ ਸਾਡਾ ਭਾਈਚਾਰਾ ਗੂੜਾ ਕਰਤਾ। ਹੋਰ ਜਿਹੜੇ ਲੋਕ ਆ ਉਹਨਾਂ ਨੂੰ, ਜਿਵੇਂ ਤੁਸੀਂ ਖਾਲਿਸਤਾਨੀਆਂ ਦਾ ਵੀ ਖਾਲਿਸਤਾਨੀ ਕੀ ਹੁੰਦੇ ਆ, ਉਹ ਗੱਲ ਬੜੀ ਕਲੀਅਰ ਹੋ ਗਈ। ਤੇ ਸਾਡੇ ਬੱਚਿਆਂ ਨੂੰ ਆਪਦੀ ਵਿਰਾਸਤ ਦਾ ਪਤਾ ਲੱਗ ਗਿਆ ਵੀ ਅਸੀਂ ਗਾਹਾਂ ਨੂੰ ਉਹ ਖੇਤੀ ਜ਼ਮੀਨ ਸਾਂਭਣ ਜੋਗੇ ਹੋ ਗਏ। ਤੇ ਇਹ ਜਿਹੜੀ ਭਾਈਵਾਲਤਾ ਸਾਡੇ ਵਿੱਚ ਸਾਡੀ ਜਾਗਰੂਕਤਾ ਲਈ ਆ ਸਾਡੇ ਬੱਚਿਆਂ ਤੇ, ਜਿਨ੍ਹਾਂ ਤੇ ਇਹ ਅੱਗੇ ਇਲਜ਼ਾਮ ਲੱਗਦੇ ਸੀ ਵੀ ਇਹ ਨਸ਼ੇੜੀ ਆ, ਇਹ ਕਾਸੇ ਜੋਗੇ ਹੈ ਨਹੀਂ, ਅੱਜ ਉੱਥੇ ਹਿੱਕ ਡਾਹ ਕੇ ਬੈਠੇ ਆ। ਸਾਡੇ ਗਾਇਕਾਂ ਤੇ ਇਹ ਲੱਗਦਾ ਸੀ ਵੀ ਇਹ ਲੱਚਰ ਗਾਇਕ ਹੀ ਗਾ ਸਕਦੇ ਆ, ਤੇ ਉਹਨਾਂ ਤੇ NIA ਦੇ ਕਾਨੂੰਨ ਬਰਾੜ ਵਰਗੇ ਮੁੰਡਿਆਂ ਤੇ ਲੱਗਦੇ ਆ, ਤੇ ਜਿਨ੍ਹਾਂ ਨੇ ਇਹੋ ਜਿਹੇ ਗਾਣੇ ਇਨਕਲਾਬੀ ਲਿਖੇ ਆ ਤੇ ਗੌਰਮੈਂਟ ਦੀਆਂ ਜੜ੍ਹਾਂ ਹਿਲਾਤੀਆਂ। ਤੇ ਇਹ ਸਭ ਬਹੁਤ ਵੱਡੀਆਂ ਪ੍ਰਾਪਤੀਆਂ। ਤੇ ਦੂਜਾ, ਮੈਂ ਸੂਈ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਵੇਂ ਸਰਕਾਰ ਕਹਿੰਦੀ ਆ ਵੀ ਇਹ ਜਿਹੜੀ ਗੱਲਬਾਤ ਆ, ਜਾਂ ਇਹ ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜੇ ਆ ਲੋਕ ਉੱਥੇ ਹਰ ਕਿਸਮ ਦੀ ਸ਼ਮੂਲੀਅਤ ਆ, ਆਪਾਂ ਨੂੰ ਵੀ ਦਿੰਦੀ ਆ, ਸਾਰੇ ਲੋਕਾਂ ਨੂੰ ਵੀ ਦਿੰਦੀ ਆ, ਵੀਡੀਓ ਦੇ ਵਿੱਚ ਦਿੰਦੀ ਆ, ਸੋਸ਼ਲ ਮੀਡੀਆ ਦੇ ਵਿੱਚ ਦਿੰਦੀ ਆ। ਪਰ ਜਿਹੜਾ TV ਆ ਉਹਨਾਂ ਦਾ, ਸਰਕਾਰੀ TV ਆ, ਜਿਹੜੇ ਚੈਨਲ ਆ, ਉਹਨਾਂ ਦਾ ਜਿਹੜਾ ਰੋਲ ਆ ਉਹ ਸਿਰਫ ਇਹੀ ਦਿਖਾਉਂਦਾ ਵੀ ਇਹ ਮੁੱਠੀ ਭਰ ਕਿਸਾਨ ਆ ਤੇ ਇਹਨਾਂ ਦੇ ਮਗਰ ਕੋਈ ਹੋਰ ਲੋਕ ਨਹੀਂ ਹੈਗੇ, ਇਹ ਕਾਮਰੇਡ ਆ, ਇਹ ਚਾਈਨਾ ਦੇ ਆ, ਇਹ ਪਾਕਿਸਤਾਨ ਦੇ ਆ, ਤੇ ਇਹੋ ਜਿਹੀਆਂ ਗੱਲਾਂ ਕਰਦੇ ਆ। ਤੇ ਇਹ ਜਿਹੜੀ ਦਿੱਖ ਆ ਉਹਨੂੰ ਦੇਖਦੇ ਹੋਏ ਉਹ ਗੱਲਬਾਤ ਤਾਂ ਕਰਦੇ ਆ, ਪਰ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਇਹ ਸ਼ਮੂਲੀਅਤ ਆ ਜਿਹੜੀ ਇਹ ਦੁਨੀਆ ਪੱਧਰ ਤੇ ਇੱਕ ਬਹੁਤ ਤਕੜਾ ਅੰਦੋਲਨ ਆ। ਇਹ ਗਵਰਨਮੈਂਟ ਇਹਨੂੰ ਅੱਖੋਂ ਪਰੋਖੇ ਕਿਉਂ ਕਰ ਰਹੀ ਹੈ ਤੇ ਕੀ ਕਾਰਨ ਆ? ਹਾਂਜੀ ਸੋਈ ਸਾਹਿਬ। ਭੱਠਲ ਸਾਹਿਬ, ਇਹ ਗੱਲ ਖਰੇ ਚਲੋ ਬਹੁਤ ਕਲੀਅਰ ਹੈ। ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਵਿੱਚ ਜਿਹੜਾ ਜਿਹਾ ਲੋਕਤੰਤਰ ਹੈ, ਜਿਸ ਢੰਗ ਨਾਲ ਉੱਥੇ ਕਾਰਪੋਰੇਟਸ ਨੇ ਜਿਹੜੇ ਉਹ ਕਬਜ਼ਾ ਕਰਨ ਲੱਗੇ ਹੋਏ ਨੇ, ਸਾਨੂੰ ਪਤਾ ਕਿ ਜਿੰਨਾ ਵੀ ਨੈਸ਼ਨਲ ਮੀਡੀਆ ਹੈ ਉਹ ਇੱਕ ਤਰ੍ਹਾਂ ਦੇ ਨਾਲ ਸਾਰੇ ਕਾਰਪੋਰੇਟਸ ਨੇ, ਖਾਸ ਤੌਰ ਤੇ ਉਹ ਕਾਰਪੋਰੇਟਸ ਜਿਹੜੇ ਕਿ ਸਰਕਾਰ ਦੇ ਉੱਤੇ ਕੰਟਰੋਲ ਰੱਖਦੇ ਨੇ। ਇੱਥੇ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਕਿ ਜਿਹੜੇ ਪੋਲਿਟਿਕਸ ਦੇ ਹਿਸਾਬ ਦੇ ਨਾਲ ਰਾਜ ਅਤੇ ਸਰਕਾਰ ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਜਿੱਥੋਂ ਤੱਕ ਰਾਜ ਦਾ ਕੰਟਰੋਲ ਹੈ, ਭਾਰਤ ਵਿੱਚ ਇਸ ਵੇਲੇ ਸਮੁੱਚੇ ਰਾਜ ਦੇ ਉੱਤੇ, ਸਟੇਟ ਦੇ ਉੱਤੇ ਕਾਰਪੋਰੇਟਸ ਦਾ, ਭਾਵ ਵੱਡੇ ਘਰਾਣਿਆਂ ਦਾ, ਵੱਡੇ ਪੈਸੇ ਵਾਲੇ ਲੋਕਾਂ ਦਾ ਪੂਰਾ ਕੰਟਰੋਲ ਹੋ ਚੁੱਕਿਆ ਹੋਇਆ, ਇਹ ਅਸੀਂ ਕਹਿ ਸਕਦੇ ਹਾਂ। ਪੂਰਾ ਕੰਟਰੋਲ ਆ ਉਹਨਾਂ ਦਾ। ਦੂਜੀ ਗੱਲ, ਉਹ ਕੰਟਰੋਲ ਜਦੋਂ ਉਹਨਾਂ ਦਾ, ਫਿਰ ਉਹ ਆਪਣੀ ਮਰਜ਼ੀ ਦੀ ਸਰਕਾਰ ਬਣਾਉਂਦੇ ਆ ਤੇ ਸਰਕਾਰ ਤੋਂ ਆਪਣੀ ਮਰਜ਼ੀ ਦੇ ਫੈਸਲੇ ਕਰਾਉਂਦੇ ਆ। ਵੈਸੇ ਤਾਂ ਦੁਨੀਆ ਦੇ ਬਹੁ ਗਿਣਤੀ ਲਿਬਰਲ ਡੈਮੋਕ੍ਰੇਸੀ 'ਚ, ਲੋਕਤੰਤਰਾਂ 'ਚ ਇਸ ਤਰ੍ਹਾਂ ਹੀ ਹੁੰਦਾ ਹੈ, ਪਰ ਇੱਥੇ ਥੋੜਾ ਜਿਹਾ ਫਰਕ ਇਹ ਹੋ ਗਿਆ ਕਿ ਉਹਨਾਂ ਕੰਟਰੀਜ਼ ਨੇ, ਜਿਵੇਂ ਕੈਨੇਡਾ ਵੀ ਹੈ, ਅਮਰੀਕਾ ਵੀ ਹੈ, ਜਾਂ ਪੱਛਮੀ ਦੇਸ਼ ਨੇ ਹੋਰ, ਉੱਥੇ ਵੀ ਕਾਰਪੋਰੇਟਸ ਬਹੁਤ ਭਾਰੂ ਨੇ, ਪਰ ਲੋਕਾਂ ਨੂੰ ਬੋਲਣ ਦੀ ਆਜ਼ਾਦੀ, ਕੁਝ ਕਹਿਣ ਦੀ ਆਜ਼ਾਦੀ, ਕੁਝ ਪ੍ਰੋਟੈਸਟ ਕਰਨ ਦੀ ਆਜ਼ਾਦੀ ਕਾਫੀ ਜ਼ਿਆਦਾ ਹੁੰਦੀ ਹੈ, ਜਿਹੜੀ ਕਿ ਇੰਡੀਆ ਦੇ ਵਿੱਚ ਉਨੀ ਨਹੀਂ ਹੈਗੀ ਜਿੰਨੀ ਕਿ ਬਾਹਰਲੇ ਦੇਸ਼ਾਂ 'ਚ ਹੁੰਦੀ ਹੈ। ਜੇ ਅਸੀਂ ਅਮਰੀਕਾ ਦੀ ਉਦਾਹਰਨ ਲਈਏ ਕਿ ਟਰੰਪ ਜੋ ਕੁਝ ਵੀ ਕਰਦੇ ਸੀ ਰਾਸ਼ਟਰਪਤੀ, ਉਹਦਾ ਆਲੋਚਨਾ ਕਰਨ ਵਾਲੇ ਜਿਵੇਂ ਨਿਊਯਾਰਕ ਟਾਈਮਜ਼ ਅਖਬਾਰ ਵਾਲੇ, CNN ਵਾਲੇ, ਜਾਂ ਹੋਰ ਕਿੰਨੇ ਚੈਨਲ ਨਾਲ ਦੀ ਨਾਲ ਚੱਲਦੇ ਸੀ। ਪਰ ਇੰਡੀਆ ਦੇ ਵਿੱਚ ਕੀ ਹੋਇਆ, ਕੋਈ ਸਾਰੇ ਚੈਨਲਾਂ ਤੇ ਉਹਨਾਂ ਨੇ ਕੰਟਰੋਲ ਕਰ ਲਿਆ, ਵੱਡੇ ਘਰਾਣਿਆਂ ਨੇ। ਉੱਥੇ ਫਿਰ ਉਹ ਤੈਅ ਕਰਦੇ ਨੇ ਕਿ ਆਪਾਂ ਕਿਹੜੀ ਖਬਰ ਨੂੰ ਲੋਕਾਂ ਦੀ ਖਬਰ ਬਣਾਉਣਾ, ਕਿਹੜੀ ਨੂੰ ਨਹੀਂ ਬਣਾਉਣਾ। ਇਹਦਾ ਭਾਵ ਇੱਕ ਤਰ੍ਹਾਂ ਦੀ ਲੋਕ ਆਵਾਜ਼ ਉਹਦੇ ਵਿੱਚ ਬੰਦ ਹੋ ਕੇ ਰਹਿ ਗਈ, ਜਿਹਦੇ ਕਰਕੇ ਐਡਾ ਵੱਡਾ ਕਿਸਾਨ ਪ੍ਰੋਟੈਸਟ, ਜਿਹੜਾ ਕਿ ਅੰਨਾ ਹਜ਼ਾਰੇ ਦੀ ਜਿਹੜੀ ਕਰਪਸ਼ਨ ਵਿਰੁੱਧ ਮੂਵਮੈਂਟ ਸੀ ਕੇਜਰੀਵਾਲ ਹੋਣਾ ਦੀ, ਉਸ ਪ੍ਰੋਟੈਸਟ ਨੂੰ ਕਈ ਗੁਣਾ ਵੱਡਾ ਹੈ। ਜਦੋਂ ਕਿ ਉਹਨੂੰ ਚੈਨਲਾਂ ਨੇ ਬਹੁਤ ਚੱਕਿਆ ਸੀ, ਇਹਨੂੰ ਬਿਲਕੁਲ ਨਹੀਂ ਚੱਕਿਆ। ਉਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਤਾਂ ਹੀ ਆਪਣਾ ਇੱਕ ਵੱਖਰਾ ਸਾਧਨ ਅਡਾਪਟ ਕਰਨਾ ਪਿਆ। ਉਹ ਤਾਂ ਨਹੀਂ ਇਹਨੂੰ ਆਪਦੇ ਚੈਨਲਾਂ ਤੇ ਦਿਖਾ ਰਹੇ ਕਿ ਜੇ ਉਹਨਾਂ ਨੇ ਚੈਨਲਾਂ ਤੇ ਦਿਖਾਤਾ, ਸਾਰਾ ਇੰਡੀਆ ਖੜਾ ਹੋ ਜਾਊਗਾ, ਇਹ ਵਿਦਰੋਹ ਆ ਜਿਹੜਾ ਇਹਦਾ ਰੂਪ ਵੱਡਾ ਹੋ ਜਾਊਗਾ, ਫਿਰ ਸਰਕਾਰਾਂ ਨੂੰ ਝੁਕਣਾ ਪਊਗਾ, ਕਾਨੂੰਨ ਵਾਪਸ ਲੈਣੇ ਪੈਣਗੇ, ਹੋਰ ਵੀ ਸੋਧਾਂ ਕਰਨੀਆਂ ਪੈਣਗੀਆਂ। ਇਹਦੇ ਮੁਕਾਬਲੇ ਤੇ ਪਤਾ ਲੱਗ ਗਿਆ ਸੀ ਕਿਸਾਨਾਂ ਨੂੰ ਕਿਸ ਤਰ੍ਹਾਂ ਹੋਣਾ ਹੈ, ਤਾਂ ਹੀ ਉਹਨਾਂ ਨੇ ਆਪਣਾ IT ਵਿੰਗ ਕ੍ਰੀਏਟ ਕੀਤਾ, ਆਪਣਾ YouTube ਚੈਨਲ ਖੋਲਿਆ, ਆਪਣੇ ਬਹੁਤ ਸਾਰੇ ਨਵੇਂ ਟਵਿੱਟਰ ਦੇ ਉੱਤੇ ਅਕਾਊਂਟ ਖੋਲਿਆ, ਇੰਸਟਾਗ੍ਰਾਮ ਤੇ ਉਹਨਾਂ ਨੇ ਆਪਣਾ ਇੱਕ ਨਵਾਂ ਢੰਗ ਵਰਤ ਲਿਆ, ਹੈਸ਼ਟੈਗ ਲਾ ਕੇ। ਉਹ ਇਸ ਕਰਕੇ ਉਹ ਆਪਣਾ ਪ੍ਰਚਾਰ ਕਰਨ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਏ ਤੇ ਯੂਥ ਤੱਕ ਖਾਸ ਤੌਰ ਤੇ
ਤੇ ਉਹ ਆਪਣਾ ਮੈਸੇਜ ਪਹੁੰਚਾਉਣ 'ਚ ਸਫਲ ਹੋਏ। ਜਿੱਥੋਂ ਤੱਕ ਦੂਜਾ ਮੀਡੀਆ ਦਾ ਸੰਬੰਧ ਸੀ, ਕਿਉਂਕਿ ਆਮ ਕਿਸਾਨ ਨੇ ਜਿਹੜੇ ਉਹ ਤਾਂ ਲੀਡਰਾਂ ਦੇ ਪਿੱਛੇ ਲੱਗਦੇ ਆ, ਲੀਡਰਾਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਹ ਕੰਮ ਕਰਨਾ, ਉਹ ਕਰਦੇ ਆ, ਬੜਾ ਫੇਥਫੁਲ ਹੋ ਕੇ ਕਰਦੇ ਆ। ਤੋਂ ਇੱਕ ਚੰਗਾ ਪੱਖ ਇਹਦੇ 'ਚ ਇਹੀ ਹੋਇਆ ਕਿ ਲੋਕਾਂ ਨੇ ਆਪਣਾ ਮੀਡੀਆ ਆਪੇ ਸਾਂਭ ਲਿਆ। ਉਹ ਚੈਨਲਾਂ ਨੂੰ ਇੱਕ ਤਰ੍ਹਾਂ ਦੀ ਇਹਨਾਂ ਨੇ ਹਾਰ ਦੇਤੀ ਕਿ ਤੁਸੀਂ ਜਿਹੜਾ ਕੋਈ ਮਰਜ਼ੀ ਦਿਖਾਈ ਜਾਓ, ਸਾਡੇ ਤੇ ਦਾ ਕੋਈ ਅਸਰ ਨਹੀਂ ਹੁੰਦਾ। ਆਰਾਮ ਨਾਲ ਉਹ ਬੈਠੇ ਨੇ ਆਪਣੀਆਂ ਮੰਗਾਂ ਦੇ ਲਈ, 56 ਦਿਨ ਤੋਂ ਲਗਾਤਾਰ ਬੈਠੇ ਨੇ। ਨੈਸ਼ਨਲ ਮੀਡੀਆ ਇੱਕ ਤਰ੍ਹਾਂ ਨਾਲ ਉਹਨਾਂ ਨੇ 1-2% ਨੂੰ ਛੱਡ ਕੇ ਬਾਕੀ ਸਾਰਾ ਫੇਲ ਕਰ ਦਿੱਤਾ, ਮੈਂ ਇਹ ਕਹਿਣਾ ਚਾਹੂੰਗਾ ਇੱਥੇ। ਬਿਲਕੁਲ ਜੀ, ਨੈਸ਼ਨਲ ਮੀਡੀਆ ਤੇ ਜਿਹੜੀ ਇਹ ਪੋਲੀਟੀਕਲ ਪਾਰਟੀਆਂ, ਇਹਨਾਂ ਨੂੰ ਬੜੀ ਬਿਪਤਾ ਪਈ ਹੋਈ ਆ, ਬਿਲਕੁਲ ਫੇਲ ਕਰਤੀਆਂ। ਪਿੱਛੇ ਜਿਹੇ ਇੱਕ ਤੁਸੀਂ ਵੀ ਦੇਖੀ ਹੋਣੀ ਆ, cobrapost.com, ਉਹਨਾਂ ਨੇ ਇਨਵੈਸਟੀਗੇਸ਼ਨ ਕਰੀ ਸੀਗੀ, ਜਿੰਨੇ ਚੈਨਲ ਆ ਇਹ, ਜਿੰਨਾ ਉੱਥੋਂ ਦਾ ਮੀਡੀਆ, ਉਹਨਾਂ ਦਾ ਮੁੱਲ ਆ ਜਿਹੜਾ 2 ਕਰੋੜ 6 ਕਰੋੜ ਤੋਂ ਲਾ ਕੇ 60 ਕਰੋੜ ਤੱਕ। ਵੀ ਤੁਸੀਂ ਕਿਸੇ ਨੂੰ ਵੀ ਉੱਥੇ ਪੱਪੂ ਖਵਾ ਲਓ, ਕਿਸੇ ਨੂੰ ਵੀ ਕੋਈ ਐਨ ਚੰਗੇ ਭਲੇ ਬੰਦੇ ਤੋਂ ਬੁੜੀ ਬਣਵਾ ਦਿਓ, ਜਿਹੜਾ ਕੁਝ ਮਰਜ਼ੀ ਕਰਾ ਲਓ ਇਹਨਾਂ ਚੈਨਲਾਂ ਤੋਂ, ਤੇ ਉਹ ਜਿਹੜਾ ਉਹਨਾਂ ਚੈਨਲਾਂ ਤੋਂ ਉਹ ਖਰੀਦੇ ਜਾ ਸਕਦੇ ਆ। ਤੇ ਉਹਨਾਂ ਦਾ ਜਿਹੜਾ ਬਹੁਤ ਬੁਰਾ ਹਾਲ ਆ। ਜੇ ਤੁਸੀਂ cobrapost.com ਤੇ ਉਹਨਾਂ ਦੀ ਇਨਵੈਸਟੀਗੇਸ਼ਨਸ ਵਗੈਰਾ ਦੇਖ ਸਕਦੇ ਹੋ ਤੇ ਪੜ੍ਹੋਗੇ, ਬਿਲਕੁਲ ਤੁਹਾਡੀ ਇਹ ਗੱਲ ਠੀਕ ਆ ਵੀ ਉਹਨਾਂ ਦੇ ਜਿਹੜੇ ਮੀਡੀਆ ਬਿਲਕੁਲ ਬਕਾਊ ਆ, ਤੇ ਕੋਈ ਵੀ ਮੀਡੀਆ ਜਿਹੜਾ ਉਹ ਇੰਡੀਪੈਂਡੈਂਟਲੀ ਕੰਮ ਨਹੀਂ ਕਰਦਾ। ਇਸ ਵਕਤ ਇੰਡੀਆ ਦੀ ਡੈਮੋਕ੍ਰੇਸੀ ਹੈ ਜਿਹੜੀ ਉਹ ਖਤਮ ਆ, ਕਾਰਪੋਰੇਟ ਘਰਾਣਿਆਂ ਦਾ ਹੈਵੀ ਹੋ ਚੁੱਕੇ ਆ, ਬਿਲਕੁਲ ਉਹਨਾਂ ਦਾ ਕੰਟਰੋਲ ਆ। ਤੇ ਉਹ ਇੱਕ ਖੇਤੀ ਆ ਜਿਹੜੀ ਉੱਥੇ ਕਿਸਾਨੀ ਜਿਹੜੀ ਆ 65 ਤੋਂ 70% ਤੱਕ ਲੋਕ ਜੀ ਤੇ ਨਿਰਭਰ ਕਰਦੇ ਆ, ਉਹਨੂੰ ਉਹ ਬਿਲਕੁਲ ਫੇਲ ਕਰਨਾ ਚਾਹੁੰਦੇ ਆ। ਤੇ ਉਹਨਾਂ ਦਾ ਆਈਡੀਆ, ਮੈਂ ਪੜ੍ਹਦਾ ਸੀ ਵੀ ਉਹਨਾਂ ਦਾ ਆਈਡੀਆ ਸੀ ਵੀ ਇਸ ਨੂੰ 2022 ਤੱਕ 57% ਲੋਕ ਖੇਤੀ ਕਰਦੇ ਸੀ, ਇਹਨੂੰ 38% ਤੇ ਲਿਆਉਣਾ ਸੀਗਾ। ਤੇ 18% ਤੇ ਲਿਆਉਣਾ ਸੀ, ਤੇ ਹਲੇ ਇਹ 38% ਤੇ ਆਇਆ। ਤੇ ਉਹ ਬਿਲਕੁਲ ਪਿੰਡ ਖਤਮ ਕਰਕੇ ਵੱਡੇ ਵੱਡੇ ਫਾਰਮ ਬਣਾ ਕੇ ਸਾਰੇ ਪਰਿਵਾਰਾਂ ਨੂੰ ਸਾਰਿਆਂ ਨੂੰ ਖਤਮ ਕਰ ਰਹੇ ਆ। ਤੇ ਮੈਂ ਗਲਿੰਦਰ ਗਿੱਲ ਜੀ ਨੂੰ ਪੁੱਛੂੰਗਾ ਵੀ ਇਹ ਜਿਹੜਾ ਹੈਗਾ, ਜਦੋਂ ਇਹ ਸਾਰਿਆਂ ਲੋਕਾਂ ਦੇ, ਕਿਸਾਨਾਂ ਦੇ ਸਪੈਸ਼ਲੀ ਨਹੀਂ ਹੈਗਾ, ਇਹ ਮਜ਼ਦੂਰਾਂ ਦੇ, ਇਹ ਦੁਕਾਨਦਾਰਾਂ ਦੇ, ਇਹ ਰੇਹੜੀ ਵਾਲੇ ਦੇ, ਇਹ ਹਰ ਵਰਗ ਦੇ ਉਲਟ ਹੈ। ਮੁਲਾਜ਼ਮਾਂ ਦੇ ਕੀ, ਇਹ ਹਰ ਵਰਗ ਦੇ ਇਹ ਜਿਹੜੇ ਕਾਨੂੰਨ ਆ 3 ਜਿਹੜੇ ਸਪਸ਼ਟ ਤੌਰ ਤੇ ਦਿੰਦੇ ਆ ਕਾਨੂੰਨ, ਤਾਂ 2 ਹੋਰ ਵੀ ਆ, ਇੱਕ ਤੀਜਾ ਚੌਥਾ ਮਜ਼ਦੂਰਾਂ ਦਾ ਸੀਗਾ, ਉਹ ਬਣ ਚੁੱਕਿਆ ਵੀ ਉਹਨਾਂ ਨੂੰ 12 ਘੰਟੇ ਉਹਨਾਂ ਤੋਂ ਕੰਮ ਲਿਆ ਜਾਊਗਾ। ਤੇ ਇੱਕ 5ਵਾਂ ਵੀ ਆ ਰਿਹਾ, ਜਿਹੜਾ ਕਰਮਚਾਰੀ ਆ, ਸਰਕਾਰੀ ਕਰਮਚਾਰੀ ਹੋ ਗਏ, ਦੂਜੇ ਕਰਮਚਾਰੀ ਹੋ ਗਏ ਫੈਕਟਰੀਆਂ ਦੇ, ਉਹਨਾਂ ਤੋਂ ਵੀ 12 ਘੰਟੇ ਕੰਮ ਲਿਆ ਜਾਊਗਾ। ਤੇ ਇਹੋ ਜਿਹੇ ਕਾਨੂੰਨ ਆ ਜਿਹੜੇ ਖੇਤੀ ਦੇ ਕਾਨੂੰਨ ਲਾਗੂ ਹੋ ਜਾਂਦੇ ਆ, ਤਾਂ ਉਹ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਜਿਹੜਾ 10-20 ਰੁਪਏ ਆਟਾ ਮਿਲਦਾ, ਹੁਣ ਉਹ 100-200 ਨੂੰ ਮਿਲੂਗਾ, 2-3 ਸਾਲ ਬਾਅਦ 300 ਨੂੰ ਵੀ ਮਿਲ ਸਕਦਾ। ਤੇ ਇਹ ਇਫੈਕਟ ਇਹਨਾਂ ਤੇ ਸਾਰਿਆਂ ਤੇ ਹੋਣਾ। ਤੇ ਉਹਨਾਂ ਦੀ ਓਡੀ ਵੱਡੀ ਸ਼ਮੂਲੀਅਤ ਨਹੀਂ ਹੋ ਰਹੀ, ਉਹਨਾਂ ਨੂੰ ਹਲੇ ਅਗਿਆਨਤਾ ਜਾਂ ਉਹ ਅਵੇਸਲੇ ਕਿਉਂ ਆ? ਗਿੱਲ ਸਾਹਿਬ, ਤੁਸੀਂ, ਗਲਿੰਦਰ ਗਿੱਲ ਜੀ, ਤੁਸੀਂ ਇਹਦੇ ਬਾਰੇ ਕੁਝ ਦੱਸੋਗੇ? ਹਾਂਜੀ ਸਤਿ ਸ੍ਰੀ ਵੀਰ ਜੀ, ਗੱਲ ਇਹ ਹੈ ਨਾ, ਜੇ ਆਪਾਂ ਥੋੜਾ ਬੈਕ ਚਲੀਏ, ਜਦੋਂ ਇਹਨਾਂ ਨੇ ਆਪਣਾ ਮਜ਼ਦੂਰਾਂ ਦਾ ਕਾਨੂੰਨ ਬਣਾਇਆ, ਉਹਦੇ ਤੇ ਉਹ ਪ੍ਰੋਟੈਸਟ ਨਹੀਂ ਕਰ ਸਕੇ ਕਿਉਂਕਿ ਇਹਨਾਂ ਦਾ ਮੀਡੀਆ ਇੰਨਾ, ਹਾਲਾਂਕਿ ਇਹਨਾਂ ਨੇ 38 ਚੈਨਲ ਬਾਏ ਕਰੇ ਹੋਇਆ, ਅਡਾਨੀ ਤੇ ਬਾਨੀ ਦੇ ਦੋਨਾਂ ਜਣਿਆਂ ਨੇ, ਜਿਹੜੇ ਕਿ ਇਹਦੇ ਨਾਲ 100% ਚੱਲਦੇ, ਜਿਹਨੂੰ ਕਿ ਆਪਾਂ ਨੈਸ਼ਨਲ ਮੀਡੀਆ ਕਹਿੰਦੇ ਆ। ਹਾਂਜੀ, ਇਹਨਾਂ ਨੇ ਪ੍ਰਚਾਰ ਹੀ ਇਦਾਂ ਦਾ ਕਰਿਆ ਕਿ ਵੀ ਉਹਨੂੰ ਗੱਲ ਨੂੰ ਅੱਗੇ ਨਹੀਂ ਆਉਣ ਦਿੱਤਾ। ਕਿ ਇਹ ਹੁਣ ਜਿਹੜੇ ਅਸਲੀ ਪ੍ਰੋਬਲਮ ਆਉਂਦੀ ਹੈ ਆਪਣੇ ਸੰਵਿਧਾਨ ਤੋਂ ਸ਼ੁਰੂ ਹੁੰਦੀ ਹੈ ਜੀ, ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜੇ ਸਟੇਟ ਮੈਟਰ ਨੇ, ਜਿਵੇਂ ਹੁਣ ਅਮਰੀਕਾ ਕੈਨੇਡਾ ਵਿੱਚ ਇੱਥੇ ਫੈਡਰਲਿਜ਼ਮ ਆ, ਸਿਰਫ 2-3 ਚੀਜ਼ਾਂ ਨੂੰ ਕੰਟਰੋਲ ਕਰਦੇ ਆ। ਇੱਕ ਤਾਂ ਸਿਕਿਉਰਿਟੀ ਹੋ ਗਈ, ਇੱਕ ਫਾਈਨੈਂਸ ਕੰਟਰੋਲ ਹੋ ਗਿਆ, ਮੈਂ ਆਪਣੇ ਮੁਲਕ ਦਾ 69 ਸਟੇਟਾਂ ਦਾ, ਤੇ ਜਾਂ ਆਪਣੀ ਮੇਲ ਹੋ ਗਈ ਜਾਂ ਟਰਾਂਸਪੋਰਟੇਸ਼ਨ, ਇਹਨਾਂ 4 ਚੀਜ਼ਾਂ ਨੂੰ ਛੱਡ ਕੇ ਬਾਕੀ ਹੋਰ ਚੀਜ਼ 'ਚ ਇੰਟਰਫੀਅਰ ਨਹੀਂ ਕਰ ਸਕਦੇ। ਤੇ ਇਹ ਕਾਨੂੰਨ ਤਾਂ ਆਪਣੇ ਵੀ ਇਦਾਂ ਹੀ ਬਣੇ ਸੀਗੇ, ਪਰ ਇਹਨਾਂ ਲੋਕਾਂ ਨੇ ਉਹਨਾਂ ਨੂੰ ਸਟੈਪ ਅਪ ਕਰ ਲਿਆ ਕਿ ਉਹਨਾਂ ਨੂੰ ਹੁਣ ਜਿਸ ਤਰ੍ਹਾਂ ਵੀ ਜਿਹੜਾ ਰੌਲਾ ਅਸਲੀ ਇਹ ਹੈ ਵੀ ਤੁਹਾਡੇ ਇਹ ਲਿਸਟ 'ਚ ਨਹੀਂ ਆਉਂਦਾ, ਤੁਸੀਂ ਇਹ ਤੇ ਕਾਨੂੰਨ ਨਹੀਂ ਬਣਾ ਸਕਦੇ। ਤੇ ਉਹਦੇ ਵਿੱਚ ਗੱਲ ਵੀ ਜੀ ਇਹ ਹੋਈ ਕਿ ਜਦੋਂ ਆਪਣਾ ਸੰਵਿਧਾਨ ਲਿਖਿਆ ਗਿਆ, ਜਿਹੜਾ ਹਾਲਾਂਕਿ ਸੰਵਿਧਾਨ ਅਮਰੀਕਾ ਤੇ ਇੰਗਲੈਂਡ ਨੂੰ ਦੇਖ ਕੇ ਲਿਖਿਆ ਗਿਆ ਸੀ, ਪਰ ਇਹਦੇ ਵਿੱਚੋਂ ਜਿਹੜੀਆਂ 2-3 ਚੀਜ਼ਾਂ ਨਾ ਬਹੁਤ ਇੰਪੋਰਟੈਂਟ ਸੀ, ਉਹ ਕਿ ਤੇ ਆਪਾਂ ਇਹ ਤੇ ਪੂਰੀ ਸੰਵਿਧਾਨ ਤੇ ਕਦੀ ਇੰਡੀਆ ਤੇ ਆਪਾਂ ਡਿਸਕਸ਼ਨ ਕਰਾਂਗੇ ਕੰਪਲੀਟਲੀ। ਉਹਦੇ ਵਿੱਚੋਂ 2 ਚੀਜ਼ਾਂ ਜਿਹੜੀਆਂ ਅਸਲੀ ਡੈਮੋਕ੍ਰੇਸੀ ਬਣਾਉਂਦੀਆਂ ਅਮਰੀਕਾ ਕੈਨੇਡਾ ਵਿੱਚ, ਜਿਹੜੇ ਅਸਲੀ ਡੈਮੋਕ੍ਰੈਟਿਕ ਕੰਟਰੀ ਆ, ਉਹ ਦੋਨੇ ਚੀਜ਼ਾਂ ਮਿਸਿੰਗ ਆ। ਇੱਕ ਤਾਂ ਹੈਗੀ ਜਿਹੜੀ ਹੈਗਾ ਪ੍ਰਾਇਮਰੀ ਇਲੈਕਸ਼ਨ,
ਉਹ ਮਿਸਿੰਗ ਆ। ਪ੍ਰਾਇਮਰੀ ਇਲੈਕਸ਼ਨ ਨਾਲ ਦਾ ਕੀ ਹੁੰਦਾ ਕਿ ਵੀ ਕਿਸੇ ਵੀ ਪਾਰਟੀ ਦਾ ਕਿਸੇ ਵੀ ਏਰੀਏ ਵਿੱਚ ਕਿਸੇ ਵੀ ਕੈਂਡੀਡੇਟ ਨੂੰ ਟਿਕਟ ਦੇਣ ਤੇ ਕੋਈ ਕੰਟਰੋਲ ਨਹੀਂ ਹੁੰਦਾ। ਜਿਹੜੇ ਉੱਥੇ ਲੋਕਲ ਲਿਵਿੰਗ ਲੋਕ ਆ ਉਹਦਾ ਕੰਟਰੋਲ ਹੁੰਦਾ, ਉਹ ਬੰਦਾ ਉਹਨਾਂ ਨੂੰ ਅਨਸਰੇਬਲ ਹੁੰਦਾ। ਹਾਂਜੀ ਹਾਂਜੀ ਹੁਣ ਆਪਣੇ ਇਹਨਾਂ ਨੇ ਸੈਂਟਰਲਾਈਜ਼ ਕਰਕੇ ਆਪਣੇ ਅੰਬੇਦਕਰ ਸਾਹਿਬ ਨਾਲ ਸਾਰੀ ਜਿਹੜੀ ਪਾਵਰ ਆ ਸੈਂਟਰਲਾਈਜ਼ ਕਰੀ ਕਿ ਵੀ ਅਸੀਂ ਇਹਨਾਂ ਦੇ ਨਿਊ ਦੈਟ ਜਿਹੜੀਆਂ ਵੱਡੇ ਸੀਗੇ ਉਸ ਤੇ ਕਾਲੇ ਜਿਹਨੂੰ ਆਪਾਂ ਅੰਗਰੇਜ਼ ਕਹਿੰਦੇ ਆ, ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਇਹ ਪਾਵਰ ਨੂੰ ਸੈਂਟਰਲਾਈਜ਼ ਰੱਖਣਾ ਤੇ ਫਿਰ ਅਸੀਂ ਸੈਂਟਰਲਾਈਜ਼ ਕਰਕੇ ਇਹਦੇ ਵਿੱਚੋਂ ਆਪਦੇ ਢੰਗ ਨਾਲ ਮੁਲਕ ਚਲਾਉਣਾ। ਤੇ ਇਹਦੇ ਵਿੱਚੋਂ ਅੱਗੇ ਗਾਂ ਵੱਧਦੀ ਜਿਉਂ ਉਹਨਾਂ ਦਾ ਹੱਥ ਪੈਂਦਾ ਗਿਆ ਵੱਧਦਾ ਗਿਆ ਤੇ ਉਹਦੇ ਵਿੱਚ ਵੱਧਦੇ ਗੱਲ ਹੁਣ ਇੱਥੇ ਆ ਗਈ ਕਿ ਕੋਈ ਵੀ ਹੁਣ ਬੰਦਾ ਆਪਾਂ ਚਾਹੁੰਦੇ ਹੋਏ ਵੀ ਲਾਚਾਰ ਬੈਠੇ, ਚਾਹੇ ਲੋਕ ਚਾਹੁੰਦੇ ਆ, ਚਾਹੇ ਇੰਪਲਾਈ ਨੇ, ਚਾਹੇ ਦੂਜੇ ਨੇ, ਚਾਹੇ ਗੰਨੇ ਦੀ ਪੇਮੈਂਟ ਆ, ਦਿਸ ਐਂਡ ਦੈਟ ਆ, ਹਰੇਕ ਚੀਜ਼ ਵਿੱਚ ਸੈਂਟਰ ਆਪਣੀ ਇੰਟਰਫੇਅਰ ਕਰਦੀ ਆ। ਅਮਰੀਕਾ ਵਿੱਚ ਵੀ ਹੁਣ ਕਦੇ ਤੁਹਾਨੂੰ ਇਦਾਂ ਦੇ ਪ੍ਰੋਟੈਸਟ ਨਹੀਂ ਮਿਲਣਗੇ ਅਮਰੀਕਾ ਕੈਨੇਡਾ ਦੇ ਵਿੱਚ ਵੀ ਕਿਸੇ ਕਾਨੂੰਨ ਨੂੰ ਲੈ ਕੇ ਕਿਸੇ ਨੂੰ ਪ੍ਰੋਟੈਸਟ ਕਰਨਾ ਪਿਆ ਹੋਵੇ। ਪ੍ਰੋਟੈਸਟ ਹੁੰਦੇ ਆ ਵੀ ਕਿਵੇਂ ਬਲੈਕ ਲਾਈਵਸ ਮੈਟਰ ਦਾ ਹੋਵੇ, ਸਾਨੂੰ ਸਹੀ ਟ੍ਰੀਟਮੈਂਟ ਨਹੀਂ ਹੋ ਰਿਹਾ, ਜਾਂ ਵੀ ਟਰੰਪ ਨੇ ਇਹ ਕਹਤਾ ਸਾਨੂੰ ਪਸੰਦ ਨਹੀਂ ਸੀਗਾ, ਏਦਾਂ ਕੁਛ ਹੋ ਗਿਆ ਜੋ ਜਿਵੇਂ, ਜਾਂ ਇਲੈਕਸ਼ਨ ਦਾ ਪ੍ਰੋਟੈਸਟ ਹੋ ਗਿਆ ਜਿਹੜੀ ਕਿ ਮੈਸ ਮੂਵਮੈਂਟ ਹੁੰਦੀ ਆ, ਉਹਦੇ ਵਿੱਚ ਕੋਈ ਕਾਨੂੰਨ ਦਾ ਮਤਲਬ ਨਹੀਂ ਹੁੰਦਾ। ਅਮਰੀਕਾ ਵਿੱਚ ਜਿਵੇਂ ਇੱਥੇ ਹੈਗੇ ਆਪਣੀਆਂ ਪ੍ਰੋਪੋਜ਼ੀਸ਼ਨ ਸਿਸਟਮ ਆਪਾਂ ਚੱਲਦੇ ਆ, ਜਿਵੇਂ ਆਪਣੇ 20-22 ਸਾਲ ਪਹਿਲਾਂ ਇੱਕ ਕਾਨੂੰਨ ਬਣਿਆ ਸੀ ਵੀ ਅਮਰੀਕਾ ਵਿੱਚ ਜਿਹੜੇ ਇਲੀਗਲ ਬੱਚੇ ਆ ਉਹ ਸਕੂਲਾਂ 'ਚ ਨਹੀਂ ਜਾ ਸਕਦੇ। ਫਿਰ ਲੋਕਾਂ ਨੇ ਉਹਨੂੰ ਪ੍ਰੋਪੋਜ਼ੀਸ਼ਨ ਦੇ ਪਾ ਕੇ ਕਾਲ ਬੈਕ ਕਰ ਲਿਆ। ਆਪਾਂ ਕੋਈ ਵੀ ਕਾਨੂੰਨ ਨੂੰ ਕਾਲ ਬੈਕ ਕਰ ਸਕਦੇ ਹਾਂ, ਆਪਾਂ ਨੂੰ ਕੋਈ ਪ੍ਰੋਟੈਸਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਹ ਚੀਜ਼ਾਂ ਮੇਨ ਜੋ ਮਿਸਿੰਗ ਹੋ ਜਾਂਦੀਆਂ ਆਪਣੇ ਦੇ ਵਿੱਚੋਂ, ਸੰਵਿਧਾਨ ਦੇ ਵਿੱਚੋਂ, ਫਿਰ ਆਪਣਾ ਕੋਲੇ ਆਹ ਹੀ ਰਹਿ ਜਾਂਦੀਆਂ ਸੜਕਾਂ ਤੇ ਰੌਲਾ ਪਾਉਣ ਜੋਗਾ ਕੰਮ। ਤੇ ਹੁਣ ਮੈਂ ਸੋਹੀ ਸਾਹਿਬ ਨੂੰ ਇੱਕ ਦੋ ਗੱਲਾਂ ਪੁੱਛਣੀਆਂ ਚਾਹੁੰਦਾ ਕਿਉਂਕਿ ਮੇਰੇ ਆਪਣੇ ਓਪੀਨੀਅਨ ਹੋਣਗੇ ਵੀ ਡਾਕਟਰ ਸਾਹਿਬ ਸਾਡੇ ਸੀਨੀਅਰ, ਇਹਨਾਂ ਨੂੰ ਬਹੁਤ ਜ਼ਿਆਦਾ ਤੇ ਨੌਲੇਜ ਆ। ਹਾਂ ਗਿੱਲ ਸਾਹਿਬ ਇੱਕ ਮਿੰਟ ਪਲੀਜ਼। ਗੁਰਿੰਦਰ ਗਿੱਲ ਜੀ, ਹਾਂਜੀ ਮੈਂ ਨਾ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਇਹਨੂੰ ਥੋੜਾ ਜਿਹਾ 2 ਮਿੰਟ ਲਈ ਇਹਨੂੰ ਥੋੜਾ ਜਿਹਾ ਹੋਰ ਵਧਾ ਦੇਵਾਂ, ਫਿਰ ਤੁਸੀਂ ਹਾਂਜੀ ਵਧਾ ਲਓ। ਹਾਂਜੀ ਠੀਕ ਆ। ਹਾਂਜੀ ਇਹਦੇ ਚ ਕਿਉਂਕਿ ਤੁਸੀਂ ਕਾਨੂੰਨਾਂ ਦੀ ਗੱਲ ਕਰਦੇ ਸੀ, ਮੈਂ ਕਾਨੂੰਨ ਦੀ ਥੋੜੀ ਜਿਹੀ ਗੱਲ ਕਰ ਲਾਂ। ਫੈਡਰਲਿਜ਼ਮ ਤੇ ਤੁਸੀਂ ਗੱਲ ਕਰਨ ਲੱਗੇ ਸੀ ਕਿ ਜਿਹੜਾ ਇੰਡੀਆ ਦਾ ਸੰਘਾਤਮਕ ਢਾਂਚਾ ਜਾਂ ਫੈਡਰਲਿਜ਼ਮ ਹੈ ਉਹ ਉਨਾ ਮਜ਼ਬੂਤ ਨਹੀਂ ਜਿੰਨਾ ਜਿਵੇਂ ਅਮਰੀਕਾ ਦਾ ਜਾਂ ਕੁਝ ਕੈਨੇਡਾ ਜਾਂ ਹੋਰ ਕੰਟਰੀਜ਼ ਦਾ ਹੈਗਾ। ਇਹਦੇ ਚ ਕੀ ਹੋਇਆ ਸੀ ਕਿ ਜਿਹੜੇ ਖਾਸ ਤੌਰ ਤੇ ਖੇਤੀ ਕਾਨੂੰਨਾਂ ਨਾਲ ਸੰਬੰਧਿਤ ਮੈਂ ਕਹਿਣਾ ਚਾਹੂੰਗਾ ਕਿ 1951 ਦੇ ਵਿੱਚ ਫੈਡਰਲ ਢਾਂਚਾ ਸੰਵਿਧਾਨ ਦੇ ਵਿੱਚ ਆਪਣਾ ਵੀ ਮਾੜਾ ਨਹੀਂ ਸੀ, ਅੱਛਾ ਸੀ, ਕਾਫੀ ਅਧਿਕਾਰ ਦਿੱਤੇ ਗਏ ਸੀ ਸਟੇਟਸ ਨੂੰ। ਹੁਣ ਜਿਹੜਾ ਰੌਲਾ ਪੈ ਰਿਹਾ ਕਿਸਾਨਾਂ ਦੇ ਖੇਤੀ ਬਿੱਲਾਂ ਦਾ, ਇਹ ਕਿਹਾ ਜਾ ਰਿਹਾ ਹੈ ਕਿ ਖੇਤੀ ਬਾਰੇ ਕਾਨੂੰਨ ਬਣਾਉਣ ਦੇ ਜਿਹੜੇ ਅਧਿਕਾਰ ਨੇ ਉਹ ਸਟੇਟਸ ਦੇ ਵਿੱਚ ਸੀ, ਭਾਵ ਸੂਬਿਆਂ ਦੇ ਸੀ, ਕੇਂਦਰ ਦੇ ਨਹੀਂ ਸੀ। ਕੇਂਦਰ ਸਰਕਾਰ ਨੇ ਇਹ ਕੰਮ ਗਲਤ ਕੀਤਾ, ਇਹ ਕਿਹਾ ਜਾ ਰਿਹਾ ਉੱਥੇ। ਜਿਹੜਾ ਕਿ ਇਹਦਾ ਜਿਹੜਾ ਕਾਨੂੰਨੀ ਪੱਖ ਮੈਂ ਦੇਖਦਾ, 1951 ਦੇ ਵਿੱਚ ਭਾਰਤ ਦੇ ਸੰਵਿਧਾਨ 'ਚ ਪਹਿਲੀ ਅਮੈਂਡਮੈਂਟ ਹੋਈ। ਉਸ ਪਹਿਲੀ ਅਮੈਂਡਮੈਂਟ ਦੇ ਵਿੱਚ ਇੱਕ 9th ਸ਼ੈਡਿਊਲ ਪਾ ਦਿੱਤਾ ਗਿਆ। ਉਹ ਸ਼ੈਡਿਊਲ ਦੇ ਵਿੱਚ ਉਹ ਕਾਨੂੰਨ ਰੱਖ ਦਿੱਤੇ ਗਏ ਜਿਨ੍ਹਾਂ ਤੇ ਕੋਈ ਵੀ ਅਦਾਲਤ, ਹਾਈ ਕੋਰਟ ਜਾਂ ਸੁਪਰੀਮ ਕੋਰਟ, ਉਹਨਾਂ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਦੋਂ ਪੰਡਿਤ ਨਹਿਰੂ ਨੇ ਜ਼ਿਮੀਂਦਾਰੀ ਸਿਸਟਮ ਖਤਮ ਕਰਨਾ ਸੀ, ਕਾਫੀ ਖੇਤੀ ਨਾਲ ਸੁਧਾਰਿਤ ਕਾਨੂੰਨ ਬਣਾਏ ਸੀ, ਉਹ ਸਾਰੇ 9th ਸ਼ੈਡਿਊਲ ਚ ਪਾਤੇ। ਇੱਕ ਤਾਂ ਉਹਨਾਂ ਤੇ ਕੋਰਟ ਕੁਝ ਕਰ ਹੀ ਨਹੀਂ ਸਕਦੀ, ਇੱਕ ਗੱਲ। ਦੂਜੀ ਗੱਲ, 1954 ਵਿੱਚ ਵੀ ਪੰਡਿਤ ਨਹਿਰੂ ਨੇ ਇੱਕ 3rd ਅਮੈਂਡਮੈਂਟ ਕੀਤੀ, ਤੀਜੀ ਸੋਧ ਕਹਿੰਦੇ ਆ ਉਹਨੂੰ। ਉਹਦੇ ਰਾਹੀਂ ਕੀ ਕੀਤਾ ਕਿ ਜਿਹੜੀ ਸਟੇਟ ਲਿਸਟ ਹੈ, ਸਾਨੂੰ ਪਤਾ ਕਿ 3 ਲਿਸਟਾਂ ਨੇ, ਸਟੇਟ ਲਿਸਟ, ਸੈਂਟਰਲ ਲਿਸਟ ਤੇ ਸਮਵਰਤੀ ਸੂਚੀ ਭਾਵ ਕਨਕਰੈਂਟ ਲਿਸਟ। ਜਿਹੜੀ ਤਾਂ ਕੇਂਦਰ ਵਾਲੀ ਲਿਸਟ ਹੈ ਉਹ ਤੇ ਕੇਂਦਰੀ ਸਰਕਾਰ ਕਾਨੂੰਨ ਬਣਾਉਂਦੀ ਹੈ, ਜਿਹੜੀ ਰਾਜਾਂ ਵਾਲੀ ਲਿਸਟ ਹੈ ਉਹ ਤੇ ਰਾਜ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ, ਜਿਹੜੀ ਇੱਕ ਸਮਵਰਤੀ ਸੂਚੀ ਹੈ, ਸਾਂਝੀ ਸੂਚੀ, ਉਹਦੇ ਤੇ ਦੋਨੇ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ। ਇਹਨਾਂ ਨੇ ਕੀ ਕੀਤਾ 1954 ਚ ਪੰਡਿਤ ਨਹਿਰੂ ਨੇ ਇਹ ਕੀਤਾ ਕਿ ਸਮਵਰਤੀ ਸੂਚੀ ਦੇ ਵਿੱਚ ਇੱਕ ਐਂਟਰੀ ਪਾ ਦਿੱਤੀ, ਐਂਟਰੀ ਨੰਬਰ 33 ਨੰਬਰ। ਉਹ ਐਂਟਰੀ ਦੇ ਵਿੱਚ ਕੀ ਲਿਖ ਦਿੱਤਾ ਕਿ ਖੇਤੀ ਨਾਲ ਸੰਬੰਧਿਤ ਪ੍ਰੋਡਕਸ਼ਨ, ਸੇਲ, ਟ੍ਰੇਡ, ਕਮਰਸ, ਇਹਦੇ ਤੇ ਕੇਂਦਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ। ਇੱਕ ਤਾਂ ਇਹ ਗੱਲ ਲਿਖ ਦਿੱਤੀ। ਨਾਲ ਉਹ 'ਚ ਇਹ ਲਿਖਤਾ ਕਿ ਕੇਂਦਰ ਸਰਕਾਰ ਦਾ ਕਾਨੂੰਨ ਭਾਰੂ ਹੋਵੇਗਾ, ਜੇ ਕਿਸੇ ਪ੍ਰਾਂਤ ਦੀ ਸਰਕਾਰ ਨੇ ਕਾਨੂੰਨ ਬਣਾਇਆ ਤਾਂ ਕੇਂਦਰ ਵਾਲਾ ਲਾਗੂ ਹੋਊਗਾ। ਹੁਣ ਕੀ ਕੀਤਾ ਬੀਜੇਪੀ ਨੇ, ਉਹ ਜਿਹੜੀ 1954 ਦੇ ਵਿੱਚ 33 ਐਂਟਰੀ ਪਾਈ ਹੋਈ ਹੈ ਤੀਜੀ ਅਮੈਂਡਮੈਂਟ ਦੇ ਰਾਹੀਂ, ਹੁਣ ਬੀਜੇਪੀ ਸਰਕਾਰ ਨੇ ਉਸ ਐਂਟਰੀ ਦੇ ਅਧੀਨ ਇਹ ਤਿੰਨੋਂ ਕਾਨੂੰਨ ਬਣਾਤੇ। ਜੇ ਭਾਰਤੀ ਕੋਈ ਵੀ ਯੂਨੀਅਨ ਜਾਂਦੀਆਂ ਨੇ ਅਦਾਲਤ ਦੇ ਵਿੱਚ, ਜੇ ਅਦਾਲਤ ਨੇ ਕਾਨੂੰਨ ਦਾ ਪੱਖ ਲਿਆ ਤਾਂ ਇਹਨਾਂ ਕਾਨੂੰਨਾਂ ਨੂੰ ਉਹ ਰੱਦ ਨਹੀਂ ਕਰ ਸਕੇਗੀ ਸੁਪਰੀਮ ਕੋਰਟ। ਮੈਂ ਤੁਹਾਨੂੰ ਦੱਸਾਂ ਇਹ ਗੱਲ, ਕਿਉਂਕਿ ਐਂਟਰੀ 33 ਦੇ ਅਨੁਸਾਰ ਸਰਕਾਰ ਨੇ ਸਹੀ ਕੀਤਾ, ਕਾਨੂੰਨ ਸਹੀ ਬਣਾਏ ਨੇ। ਤਾਂ ਹੀ ਸ਼ਾਇਦ ਜਿੰਨਿਆਂ ਵੀ ਸੰਯੁਕਤ ਮੋਰਚਾ ਜਾਂ ਕਿਸਾਨ ਯੂਨੀਅਨਾਂ ਨੇ
ਇਹ ਕਹਿੰਦੀਆਂ ਅਸੀਂ ਸੁਪਰੀਮ ਕੋਰਟ ਨਹੀਂ ਜਾਣਾ, ਕਿਉਂਕਿ ਉਹ ਆਪਦੀ ਐਂਟਰੀ ਦੇ ਹਿਸਾਬ ਨਾਲ ਚੁੱਪ ਬੈਠੇ ਨੇ। ਉਹਨਾਂ ਨੂੰ ਪਤਾ ਕਿ ਅਸੀਂ ਉਸ ਹਿਸਾਬ ਨਾਲ ਸਹੀ ਆ। ਹਾਂ, ਪ੍ਰੈਸ਼ਰ ਹੈ ਜਿਹੜਾ ਉਹ, ਕਿਉਂਕਿ ਉਹ ਗਲਤ ਹੋਇਆ ਸੀ, ਅਮੈਂਡਮੈਂਟ ਗਲਤ ਸੀ, ਸੰਵਿਧਾਨ ਦੀ ਭਾਵਨਾ ਦੇ ਉਲਟ ਸੀ, ਉਹਨੂੰ ਚੈਲੰਜ ਕਰਨਾ ਜਾਂ ਉਹਦੇ ਵਿਰੋਧ ਦੇ ਵਿੱਚ ਨਵਾਂ ਸੰਵਿਧਾਨ ਦੇ ਪੱਖ ਰੱਖਣੇ ਇਹ ਜ਼ਰੂਰੀ ਨੇ। ਇੱਕ ਤਾਂ ਇਹ ਪੱਖ ਇਹਦੇ ਵਿੱਚ ਬਹੁਤ ਭਾਰੂ ਹੈ, ਕਾਨੂੰਨ ਦਾ ਪੱਖ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਸੀ ਤੁਹਾਡੇ ਨਾਲ, ਮੈਂ ਤਾਂ ਇਹਨੂੰ ਅੱਗੇ ਵਧਾਇਆ। ਹੁਣ ਤੁਸੀਂ ਜਿਹੜਾ ਕੁਝ ਪੁੱਛਣਾ ਚਾਹੁੰਦੇ ਹੋ ਉਹ ਦੇਖੋ, ਆਪਾਂ ਉੱਤੇ ਡਿਸਕਸ ਕਰ ਲੈਣੇ ਅੱਗੇ। ਹਾਂਜੀ ਡਾਕਟਰ ਸਾਹਿਬ, ਮੇਰੇ ਦੋ ਤਿੰਨ ਗੱਲਾਂ ਜਹਿਨ ਚ ਆਉਂਦੀਆਂ। ਇੱਕ ਤਾਂ ਵੀ ਜਿਹੜੇ ਕਾਨੂੰਨ ਬਣੇ ਆ ਹਾਂਜੀ ਇਹਨਾਂ ਚ WTO ਦਾ ਤੇ ਅਮਰੀਕਾ ਦਾ ਤੇ ਚਾਈਨਾ ਦਾ ਕੀ ਇੰਟਰਸਟ ਆ। ਨੰਬਰ ਜਿਹੜੇ ਮੇਨ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦਾ ਉਹ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਤੇ। ਵੀ ਹਾਂਜੀ ਮਿਨੀਮਮ ਸਪੋਰਟ ਪ੍ਰਾਈਸ ਕੀ, ਕਿਉਂਕਿ ਸਾਰੇ ਦੁਨੀਆ ਵਿੱਚ ਕਿਸਾਨ ਦਾ ਸ਼ੋਸ਼ਣ ਕਰਿਆ ਜਾਂਦਾ। ਬਿਲਕੁਲ। ਇਹ ਨਹੀਂ ਵੀ ਅਮਰੀਕਾ ਵਿੱਚ ਇੰਡੀਆ ਨਾਲੋਂ ਵੀ ਜ਼ਿਆਦਾ ਹੁੰਦਾ। ਹਾਂਜੀ ਤੇ ਵੀ ਇਹਦੇ ਵਿੱਚ ਅਮਰੀਕਾ ਦਾ ਜਾਂ ਮੇਨ WTO ਦਾ ਤੇ ਚਾਈਨਾ ਦਾ ਕੀ ਇੰਟਰਸਟ ਆ, ਤੇ ਵੀ ਇਹਨੂੰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਇਹਨੂੰ ਆਪਣੀ ਅਲਾਓ ਕਰਨਗੇ ਜਾਂ ਇਹਨਾਂ ਤੇ ਕਿੰਨਾ ਕੁ ਪ੍ਰੈਸ਼ਰ ਪਾਉਣਗੇ, ਜਾਂ ਇਹ ਫਿਜ਼ੀਬਲ ਹੈ। ਫਿਜ਼ੀਬਲ ਤਾਂ ਹੈ ਕਿਉਂਕਿ ਹੋਣੀ ਚਾਹੀਦੀ ਹੈ ਘੱਟੋ ਘੱਟ ਪ੍ਰਾਈਸ ਕਿਸੇ ਵੀ ਪ੍ਰੋਡਕਟ ਜਿਹੜੀ ਪ੍ਰੋਡਕਸ਼ਨ ਪ੍ਰਾਈਸ ਤਾਂ ਮਿਲਣੀ ਚਾਹੀਦੀ ਹੈ, ਉੱਪਰ ਪ੍ਰੋਫਿਟ ਵੀ ਮਿਲਣਾ ਚਾਹੀਦਾ। ਪਰ ਇਹਦੇ ਵਿੱਚ ਅਮਰੀਕਾ ਦਾ, WTO ਦਾ, ਚਾਈਨਾ ਦਾ ਜਾਂ ਅਫਰੀਕਨ ਕੰਟਰੀ ਦਾ, ਜਿਹੜੇ ਫੂਡ ਡੈਫਿਸਿਟ ਕੰਟਰੀ ਆ ਪਲੱਸ ਨਹੀਂ ਜਿਹਨਾਂ ਨੂੰ ਬਾਹਰੋਂ ਫੂਡ ਖਰੀਦਣਾ ਪੈਂਦਾ, ਉਹਨਾਂ ਦਾ ਕੀ ਇੰਟਰਸਟ ਹੈ, ਕੀ ਕਿੱਥੇ ਤੱਕ ਗੱਲ ਜਾਊ? ਨਹੀਂ, ਇਹਦੇ ਚ ਚਲੋ ਇੱਕ ਤਾਂ ਕਿ ਅਸੀਂ ਸਮੁੱਚੇ ਤੌਰ ਤੇ ਮੰਨਾਂਗੇ ਸਮੁੱਚੀ ਦੁਨੀਆ ਦੇ ਵਿੱਚ ਜਿਹੜਾ ਕਾਰਪੋਰੇਟ ਵਰਲਡ ਹੈ ਜਾਂ ਕਾਰਪੋਰੇਸ਼ਨ ਨੇ ਉਹ ਫੂਡ ਦੇ ਉੱਤੇ ਕੰਟਰੋਲ ਕਰਨ ਦੀ ਇੱਛਾ ਰੱਖਦੀਆਂ ਨੇ, ਤਾਂ ਜੋ ਫੂਡ ਤੇ ਉਹਨਾਂ ਦਾ, ਜਿਵੇਂ ਤੁਹਾਡੀ ਮੈਨਸੈਂਟੋ ਹੈ ਅਮਰੀਕਾ ਦੇ ਵਿੱਚ, ਸਾਰੇ ਵਰਲਡ ਦੇ ਵਿੱਚ ਇਹ ਸਭ ਤੋਂ ਵੱਡੀ ਕੰਪਨੀ ਹੈ ਜਿਹੜੀ ਫੂਡ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਵੱਡੀਆਂ ਵੱਡੀਆਂ ਕੰਪਨੀਆਂ ਸਾਰੀਆਂ ਕਰਦੀਆਂ ਨੇ। ਹੁਣ ਬਿਲ ਗੇਟਸ ਨੇ ਸਾਨੂੰ ਪਤਾ ਕਿ 2.25 ਲੱਖ ਏਕੜ ਜ਼ਮੀਨ ਖਰੀਦ ਲਈ। ਇਹਦਾ ਭਾਵ ਉਹ ਐਡਾ ਵੱਡਾ ਅਮੀਰ ਬੰਦਾ, ਉਹਨੂੰ ਇੰਨੀ ਜ਼ਮੀਨ ਖਰੀਦਣ ਦੀ ਕੀ ਲੋੜ ਸੀ। ਤਾਂ ਅਮਰੀਕਾ ਤਾਂ ਸਾਨੂੰ ਪਹਿਲਾਂ ਹੀ ਕਲੀਅਰ ਹੈ ਕਿ ਸਾਰੀ ਕਾਰਪੋਰੇਸ਼ਨ ਦਾ ਕੰਟਰੋਲ ਉੱਥੇ ਤਾਂ ਤਕਰੀਬਨ ਹੋ ਚੁੱਕਿਆ ਹੋਇਆ, ਪੱਛਮੀ ਦੇਸ਼ਾਂ 'ਚ ਵੀ ਹੋ ਚੁੱਕਿਆ ਹੋਇਆ। ਚੀਨ ਇੱਕ ਤਰ੍ਹਾਂ ਦਾ ਵੱਖਰੀ ਕਿਸਮ ਦਾ ਕੰਟਰੀ ਹੈ, ਨਾ ਉਹ ਪੂਰਾ ਕੈਪੀਟਲਿਸਟ ਹੈ ਇਸ ਵੇਲੇ, ਨਾ ਉਹ ਪੂਰਾ ਕਮਿਊਨਿਸਟ ਹੈ। ਉਹਨਾਂ ਨੇ ਸੋਸ਼ਲਿਸਟ ਮਾਰਕੀਟ ਇਕੋਨੋਮੀ ਚਲਾਤੀ, ਵੱਖਰਾ ਹੀ ਸਿਸਟਮ ਹੈ ਇਹ, ਵੀ ਸੋਸ਼ਲਿਜ਼ਮ ਵੀ ਹੈ, ਉਹਦੇ 'ਚ ਕੰਪੀਟੀਸ਼ਨ ਵੀ ਹੈ, ਮਾਰਕੀਟ ਇਕੋਨੋਮੀ ਵੀ ਹੈ। ਉਹਨਾਂ ਦਾ ਇਹਨਾਂ ਦੇ ਨਾਲ ਕੋਈ ਬਹੁਤਾ ਸੰਬੰਧ ਇਸ ਕਰਕੇ ਨਹੀਂ ਬਣਦਾ ਕਿ ਉਹਨੇ ਹਾਲੇ ਵੀ ਸੈਂਟਰਲਾਈਜ਼ ਕੀਤਾ ਹੋਇਆ ਬਹੁਤਾ ਪੱਖ। ਜਿੱਥੋਂ ਤੱਕ IMF ਦਾ ਜਾਂ WTO ਦਾ ਸੰਬੰਧ ਹੈ, ਹਾਂ ਉਹ ਜ਼ਰੂਰ ਸਾਰੇ ਦੇਸ਼ਾਂ ਦੇ ਉੱਤੇ ਪ੍ਰੈਸ਼ਰ ਬਿਲਡ ਕਰਦੀਆਂ ਨੇ ਕਿ ਜਿਹੜੀਆਂ ਸਬਸਿਡੀਆਂ ਨੇ ਇਹ ਘਟਾਓ। ਜੇ MSP ਦੇ ਵੀ ਉਹ ਹੱਕ ਦੇ ਵਿੱਚ ਨਹੀਂ ਹੈਗੇ, ਪਰ IMF ਦਾ ਜਿਹੜਾ ਬਿਆਨ 2-4 ਦਿਨ ਪਹਿਲਾਂ ਆਇਆ ਸੀ, ਜਿਹਨੇ ਕਿਹਾ ਸੀ ਕਿ ਭਾਰਤ ਦੇ ਇਹ ਖੇਤੀ ਕਾਨੂੰਨ ਬਹੁਤ ਚੰਗੇ ਨੇ, ਪਰ ਉਹ ਜਿਹੜਾ ਪਰ ਹੈ ਉਹਦਾ ਬਾਹਲਾ ਪ੍ਰਚਾਰ ਨਹੀਂ ਹੋ ਰਿਹਾ। ਉਹਨੇ ਕਿਹਾ ਸੀ ਪਰ ਇਹਨਾਂ ਨੂੰ, ਕਿਸਾਨਾਂ ਨੂੰ ਕੋਈ ਸੋਸ਼ਲ ਸਿਕਿਉਰਿਟੀ ਹੋਣੀ ਚਾਹੀਦੀ ਹੈ। ਹੁਣ ਉਹ ਸੋਸ਼ਲ ਸਿਕਿਉਰਿਟੀ ਕੀ ਹੈ? ਐਕਚੁਅਲੀ ਉਹ MSP ਹੀ ਹੈ ਜਿਹੜੀ ਸੋਸ਼ਲ ਸਿਕਿਉਰਿਟੀ ਹੈ, ਉਹ ਲਾਜ਼ਮੀ ਹੋਣੀ ਚਾਹੀਦੀ ਹੈ। ਉਹਦਾ ਕਾਰਨ ਇਹ ਹੈ ਕਿ ਜਿਵੇਂ ਪਹਿਲਾਂ ਭੱਟਰ ਸਾਹਿਬ ਨੇ ਕਿਹਾ ਸੀ ਕਿ ਇੰਡੀਆ ਦੇ ਵਿੱਚ ਤਾਂ ਇਸ ਵੇਲੇ ਜਿਹੜੀ ਟੋਟਲ ਲੇਬਰ ਹੈ, ਇੰਡੀਆ ਦੀ ਟੋਟਲ ਲੇਬਰ, ਉਹਦਾ 45% ਅੱਜ ਵੀ ਖੇਤੀਬਾੜੀ ਦੇ ਵਿੱਚ ਲੱਗਿਆ ਹੋਇਆ ਹੈ। 65% ਦੇ ਨਜ਼ਦੀਕ ਤਕਰੀਬਨ ਲੋਕ ਨੇ ਜਿਹੜੇ ਖੇਤੀਬਾੜੀ ਦੇ ਨਾਲ ਨਿਰਧਾਰਿਤ ਕਿੱਤਿਆਂ ਦੇ ਨਾਲ ਜੁੜੇ ਹੋਏ ਨੇ ਜਾਂ ਇਹਦੇ ਉੱਤੇ ਡਿਪੈਂਡ ਕਰਦੇ ਨੇ। ਤੁਸੀਂ ਉੱਥੇ ਅਮਰੀਕਾ ਵਾਲਾ ਮਾਡਲ ਨਹੀਂ ਲਾ ਸਕਦੇ, ਤੁਸੀਂ ਉਹਨੂੰ ਫ੍ਰੀ ਮਾਰਕੀਟ 'ਚ ਨਹੀਂ ਛੱਡ ਸਕਦੇ। ਉੱਥੋਂ ਦੇ ਜਿਹੜੇ ਨੀਤੀ ਆਯੋਗ ਦੇ ਮੈਂਬਰ ਨੇ ਇਸ ਵੇਲੇ, ਉਹ ਕਹਿ ਰਹੇ ਨੇ ਕਿ ਫ੍ਰੀ ਮਾਰਕੀਟ 'ਚ ਦੇ ਦਿਓ, ਆਪੇ ਫਸਲਾਂ ਦੇ ਰੇਟ ਤੈਅ ਹੋਣਗੇ, ਘੱਟ ਹੋਣ ਵੱਧ ਹੋਣ, ਜਿਹੋ ਜਿਹਾ ਮਾਰਕੀਟ 'ਚ ਜਾਊਗਾ। ਵੀ ਤੁਸੀਂ ਇਸ ਨੂੰ ਖੁੱਲੀ ਮਾਰਕੀਟ 'ਚ ਨਹੀਂ ਲਿਜਾ ਸਕਦੇ। 6 ਮਹੀਨੇ ਬਾਅਦ ਉਹਨੇ ਸਾਰੀ ਪ੍ਰੋਡਕਸ਼ਨ ਇੱਕਦਮ ਆਉਂਦੀ ਹੈ, ਇੱਕਦਮ ਜਾਂਦੀ ਹੈ। ਉਸ ਵੇਲੇ ਵਪਾਰੀ ਉਹਦਾ ਰੇਟ ਸਿੱਟ ਲੈਣਗੇ, ਵੇਚ ਲੈਣਗੇ, ਬਾਅਦ 'ਚ ਖਰਾਬ ਕਰ ਲੈਣਗੇ। ਇੰਡੀਆ 'ਚ MSP ਲਾਜ਼ਮੀ ਕਰਨੀ ਪਊਗੀ, ਜ਼ਰੂਰੀ ਹੈ ਇਹ। ਜੇ ਤੁਸੀਂ ਦੇਖੋ, ਇਹਨਾਂ ਨੇ ਪਿੱਛੇ ਜੇ ਅੰਦਾਜ਼ਾ ਲਾਇਆ ਇੱਕ ਕਿ ਜੇ ਅਸੀਂ ਸਾਰੀਆਂ ਫਸਲਾਂ ਤੇ MSP ਦਿੰਦੇ ਹਾਂ ਜੀ, 17 ਲੱਖ ਕਰੋੜ ਦਾ ਸਾਨੂੰ ਬਜਟ ਨਵਾਂ ਬਣਾਉਣਾ ਪਊਗਾ, ਜਿਹੜਾ ਕਿ ਉਹ ਸਹੀ ਨਹੀਂ ਹੈਗਾ। ਈਵਨ ਅਸ਼ੋਕ ਗੁਲਾਟੀ ਜਿਹੜਾ ਮੈਂਬਰ ਬਣਾਇਆ ਹੁਣ ਸੁਪਰੀਮ ਕੋਰਟ ਨੇ, ਪਿੱਛੇ ਜੇ ਤੁਸੀਂ ਇੱਕ ਇੰਟਰਵਿਊ ਦੇਖੀ ਹੋਣੀ ਆ ਕਰਨ ਥਾਪਰ ਦੀ ਅਸ਼ੋਕ ਗੁਲਾਟੀ ਨਾਲ, ਉਹਨੇ ਕਿਵੇਂ ਉਹਨੂੰ ਝੂਠਾ ਸਿੱਧ ਕੀਤਾ ਕਿ ਤੁਸੀਂ ਕਿਹੜੇ ਬੇਸ ਤੇ ਕਹਿੰਦੇ ਹੋ ਕਿ ਸਿਰਫ 6% ਲੋਕ ਹੀ MSP ਦਾ ਲਾਭ ਲੈਂਦੇ ਨੇ, ਉਹਨਾਂ ਚੋਂ ਬਹੁਤੇ ਪੰਜਾਬ ਤੇ ਹਰਿਆਣਾ ਦੇ ਨੇ। ਉਹਨੇ ਫਾਰਮੂਲਾ ਜਿਹੜਾ ਦੱਸਿਆ ਕਿ 2012 ਤੇ 13 ਦੇ ਵਿੱਚ ਜਿਹੜੇ ਡਾਟੇ ਸੀ ਉਹਨੇ ਉਹਨੂੰ ਯੂਜ਼ ਕੀਤਾ। ਇਹਦਾ ਭਾਵ 2013 ਤੋਂ 20 ਤੱਕ 7 ਸਾਲਾਂ 'ਚ ਸਰਕਾਰ ਕੋਲੇ ਕੋਈ ਨਵਾਂ ਡਾਟਾ ਹੀ ਨਹੀਂ, ਉਹਦੇ ਆਧਾਰ ਤੇ ਪਾਲਿਸੀ ਕਿਵੇਂ ਬਣਾਉਣਗੇ? ਇਹ ਬਿਲਕੁਲ ਗਲਤ ਹੈ। ਹਾਂ, MSP ਹੈ ਜਿਹੜੀ ਉਹ ਫਿਕਸ ਹੋ ਸਕਦੀ ਹੈ, ਘੱਟੋ ਘੱਟ ਪ੍ਰਾਈਸ ਹੋ ਸਕਦੀ ਹੈ, ਲਾਜ਼ਮੀ ਹੈ ਇਹ।
ਉਦੋਂ ਬਿਨਾਂ ਗੱਲ ਬਿਲਕੁਲ ਨਹੀਂ ਨਿਬੜਨੀ ਇਹ ਕਿਸਾਨਾਂ ਦੀ। ਮੈਂ ਤੁਹਾਨੂੰ ਦੱਸਾਂ, ਭਾਵੇਂ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਜੀ MSP ਖਤਮ ਨਹੀਂ ਕੀਤੀ, ਅਸੀਂ ਤਾਂ ਜੀ ਮੰਡੀਆਂ ਖਤਮ ਨਹੀਂ ਕੀਤੀਆਂ। ਇਹ ਤਾਂ ਸਾਰਿਆਂ ਨੂੰ ਪਤਾ ਕਿ ਜਦੋਂ 2-3 ਸਾਲਾਂ ਬਾਅਦ ਹੌਲੀ ਹੌਲੀ ਪਹਿਲਾਂ ਵੱਧ ਰੇਟ ਦੇ ਕੇ ਮੰਡੀਆਂ ਵੀ ਖਤਮ ਹੋ ਜਾਣਗੀਆਂ, MSP ਵੀ ਖਤਮ ਹੋ ਜੂ, ਕਿਉਂਕਿ FCI ਹੈ ਜਿਹੜੀ 4 ਲੱਖ ਕਰੋੜ ਘਾਟੇ ਦੇ ਵਿੱਚ ਚੱਲ ਰਹੀ ਹੈ, ਉਹਨੂੰ ਵੀ ਇਹਨਾਂ ਨੇ ਬੰਦ ਕਰਨਾ। ਤਾਂ ਉਸ ਹਿਸਾਬ ਦੇ ਨਾਲ MSP ਫਿਲਹਾਲ ਤਾਂ ਪੋਸੀਬਿਲਿਟੀ ਕਿਸਾਨਾਂ ਦੀ ਬਿਲਕੁਲ ਸਹੀ ਹੈ ਕਿ ਇਹ ਖਤਮ ਹੋਵੇਗੀ। ਹਾਂ, ਜਿੱਥੋਂ ਤੱਕ ਇਹਦਾ ਰੇਟ ਫਿਕਸ ਕਰਨ ਦਾ, ਇਹਦੇ 'ਚ ਵੀ ਇੱਕ ਠੱਗੀ ਲੱਗੀ। 3 ਆਧਾਰ ਨੇ ਜਿਨ੍ਹਾਂ ਦੇ ਆਧਾਰ ਤੇ ਇੰਡੀਆ ਦੇ ਵਿੱਚ MSP ਫਿਕਸ ਕੀਤੀ ਜਾਂਦੀ ਹੈ। ਇੱਕ ਤਾਂ ਹੈਗਾ A2 ਫਾਰਮੂਲਾ, ਹਾਂ ਜਿੰਨੀ ਵੀ ਕਾਸਟ ਕਿੰਨੀ ਆਈ ਉਹਦੇ ਹਿਸਾਬ ਨਾਲ ਰੇਟ ਫਿਕਸ ਕਰ ਦਿਓ, ਉਹ ਨਹੀਂ ਚੱਲ ਰਿਹਾ ਇਸ ਵੇਲੇ। ਇੱਕ ਹੈਗਾ A2FL ਦਾ ਫਾਰਮੂਲਾ, ਜਿਹੜਾ ਕਿ ਇਹਨਾਂ ਨੇ ਲਾਇਆ, ਅਰੁਣ ਜੇਟਲੀ ਨੇ 2018-19 ਦੇ ਬਜਟ 'ਚ ਲਾ ਕੇ ਕਹਿਤਾ ਕਿ ਅਸੀਂ ਤਾਂ ਜੀ ਕਿਸਾਨਾਂ ਦੀ ਆਮਦਨ ਡੇਢੀ ਕਰ ਦਿੱਤੀ। ਉਹ 'ਚ ਹੋਇਆ ਕਿ ਟੋਟਲ ਕਾਸਟ ਆਫ ਪ੍ਰੋਡਕਸ਼ਨ ਜਿੰਨੀ ਖੇਤੀ ਤੇ ਹੁੰਦੀ ਹੈ ਪਲੱਸ ਫੈਮਿਲੀ ਦਾ ਖਰਚਾ, ਜਿਹੜੀ ਉਹਦੇ ਤੇ ਕੰਮ ਕਰ ਰਹੇ ਲੋਕ ਨੇ, ਉਹਦੇ ਹਿਸਾਬ ਨਾਲ ਫਾਰਮੂਲਾ ਲਾਤਾ ਇਹਨਾਂ ਨੇ। ਜਿਹੜੇ ਸੁਬਰਾਮਨੀਅਮ ਸਵਾਮੀ ਦੀ ਰਿਪੋਰਟ ਹੈ 2006 ਵਾਲੀ, ਉਹ ਕਹਿੰਦੀ ਹੈ ਕਿ C2 + 50%, ਭਾਵ ਜਿੰਨੀ ਕਾਸਟ ਆਫ ਪ੍ਰੋਡਕਸ਼ਨ ਆਈ, ਜਿੰਨੇ ਪਰਿਵਾਰ ਦੇ ਮੈਂਬਰਾਂ ਨੇ ਉਹਦੇ ਤੇ ਕੰਮ ਕੀਤਾ, ਮਜ਼ਦੂਰੀ ਕੀਤੀ, ਉਹਨੂੰ ਜੋੜ ਲਓ, ਉਹ ਸਾਰੇ ਕੁਝ ਦੇ ਜੋੜ ਦਾ 1.5 ਗੁਣਾ ਮੁੱਲ ਇਹਨਾਂ ਨੂੰ ਦੇ ਦਿਓ ਕਿਸਾਨਾਂ ਨੂੰ। ਉਹ ਰਿਪੋਰਟ ਹਾਲੇ ਤੱਕ ਲਾਗੂ ਨਹੀਂ ਹੋਈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਵਿਧਾਨ 'ਚ ਲਿਖਿਆ ਸੀ ਕਿ ਲਾਗੂ ਕਰਾਂਗੇ, ਪਰ ਉਹ ਨਹੀਂ ਹੋਈ। ਕਿਸਾਨ ਵੀ ਉਹੀ ਮੰਗ ਕਰਦੇ ਨੇ। ਉਹ MSP ਦਾ ਫਾਰਮੂਲਾ ਸਹੀ ਹੈ, ਇੱਕ ਤਾਂ ਇਹ ਗੱਲ। ਦੂਜੀ ਗੱਲ, ਇਹਦਾ ਪੋਲੀਟੀਕਲ ਪੱਖ ਮੈਂ ਦੇਖਾਂ, ਇਸ ਕਿਸਾਨ ਸੰਘਰਸ਼ ਨੇ ਕੀ ਕੀਤਾ, ਪੰਜਾਬ ਤੇ ਹਰਿਆਣੇ ਦੇ ਵਿੱਚ ਕਣਕ ਅਤੇ ਝੋਨੇ ਤੇ MSP ਮਿਲਦੀ ਸੀ, 100% ਮਿਲਦੀ ਸੀ। ਜਿਹੜਾ ਵੀ ਬੰਦਾ ਮੰਡੀ 'ਚ ਜਾਂਦਾ ਉਹਨੂੰ ਉਸੇ ਤੇ ਖਰੀਦਿਆ ਜਾਂਦਾ ਸੀ। ਹੁਣ ਇਸ ਵਾਰੀ ਕੀ ਹੋਇਆ ਕਿ ਝੋਨਾ ਜਿਹੜਾ ਇਹਨਾਂ ਨੇ ਤੇਲੰਗਾਨਾ ਦੇ ਵਿੱਚ ਵੀ MSP ਦਿੱਤੀ, ਜਦੋਂ ਕਿ ਕਣਕ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਵੀ MSP ਦਿੱਤੀ। ਮੱਧ ਪ੍ਰਦੇਸ਼ ਚੋਂ ਇਸ ਵਾਰੀ ਵੱਧ ਕਣਕ ਖਰੀਦੀ ਗਈ ਹੈ ਪੰਜਾਬ ਨਾਲੋਂ, 2 ਸਟੇਟਾਂ ਹੋ ਗਈਆਂ ਇਹ। 23 ਕੁੱਲ ਫਸਲਾਂ ਤੇ ਮਿਲਦੀ ਹੈ। ਹਾਂ, ਕੁੱਲ ਸਾਰੇ ਇੰਡੀਆ ਦੇ ਵਿੱਚੋਂ ਜੇ ਹਿਸਾਬ ਕਿਤਾਬ ਲਾਈਏ, ਜੇ ਇਕੋਨੋਮਿਸਟਾਂ ਦੀ ਗੱਲ ਮੰਨੀਏ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ, ਜਿਹੜੀ ਕਿ ਪੂਰੀ ਸਹੀ ਨਹੀਂ ਹੈ, ਤਾਂ ਮੰਨ ਲੈਨੇ ਕਿ ਚਲੋ 6% ਕਿਸਾਨਾਂ ਨੂੰ ਹੀ MSP ਮਿਲਦੀ ਹੈ, ਬਾਕੀਆਂ ਨੂੰ ਕਿਉਂ ਨਹੀਂ ਮਿਲਦੀ। ਹੁਣ ਇਸ ਸੰਘਰਸ਼ ਨੇ ਕੀ ਕੀਤਾ ਕਿ ਪੰਜਾਬ ਅਤੇ ਹਰਿਆਣਾ ਦੇ ਜਿਨ੍ਹਾਂ ਨੂੰ MSP ਮਿਲਦੀ ਸੀ, ਸਗੋਂ ਬਾਕੀ ਸਾਰੇ ਇੰਡੀਆ ਦੇ ਕਿਸਾਨਾਂ ਨੂੰ ਦੱਸ ਦਿੱਤਾ ਕਿ ਤੁਹਾਨੂੰ ਤਾਂ MSP ਮਿਲਦੀ ਓ ਨਹੀਂ। ਉਹ ਲੋਕ ਹੁਣ ਤਾਂ ਨਾਲ ਜੁੜ ਰਹੇ ਨੇ ਕਿਉਂਕਿ ਉੱਥੇ MSP ਮਿਲਦੀ ਓ ਨਹੀਂ ਸੀ ਕਿਸੇ ਵੀ ਪੱਧਰ ਦੇ ਉੱਤੇ। ਤਾਂ ਇਹ MSP ਦਾ ਫਾਰਮੂਲਾ ਲਾਜ਼ਮੀ ਤੌਰ ਤੇ ਲਾਗੂ ਕਰਨਾ ਪਊਗਾ, ਨਹੀਂ ਸਾਰਾ ਕਿਸਾਨ ਡੁੱਬੂਗਾ। ਇਹਦਾ ਭਾਵ 45% ਲੇਬਰ ਆ ਜਿਹੜੀ ਇੰਡੀਆ ਦੀ ਟੋਟਲ ਦਾ, ਉਹ ਇੱਕ ਤਰ੍ਹਾਂ ਦੀ ਨਰਕ ਵਾਲੇ ਪਾਸੇ ਜਾ ਸਕਦੀ ਹੈ, ਖਤਰਨਾਕ ਸਥਿਤੀ 'ਚ ਪਹੁੰਚ ਸਕਦੀ ਹੈ। ਇਹ ਸਰਕਾਰਾਂ ਲਈ ਵੀ ਖਤਰਨਾਕ ਹੋ ਸਕਦੀ ਹੈ, ਇਹ ਕਾਰਪੋਰੇਟ ਵਰਲਡ ਲਈ ਵੀ ਖਤਰਨਾਕ ਹੋ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਐਡਾ ਵੱਡਾ ਜੰਗ ਆ ਜਿਹੜਾ ਲੋਕਾਂ ਦਾ ਇਕੱਠਾ ਹੋਇਆ, ਉਹ ਕਿਸੇ ਟਾਈਮ ਵੀ ਰਿਵੋਲਟ ਵੱਲ ਨੂੰ ਵੱਧ ਸਕਦਾ ਹੈ। ਇਹ ਸੰਭਾਵਨਾਵਾਂ ਸਰਕਾਰ ਨੂੰ ਦੇਖਣੀਆਂ ਚਾਹੀਦੀਆਂ ਨੇ। ਹਾਂਜੀ ਸੋਹੀ ਸਾਹਿਬ, ਇਹ ਜਿਹੜੀ ਤੁਹਾਡੀ ਗੱਲ ਆ ਬਿਲਕੁਲ ਠੀਕ ਆ। ਮੈਂ ਇੱਕ ਮਾੜੀ ਵਿੱਚ ਹਾਂਜੀ ਚਲੋ ਕਰਨੀ ਸੀ। ਹਾਂਜੀ, ਜੀ ਰਹਿ ਗਿਆ 2 ਸੈਕਿੰਡ ਹੀ ਆ। ਡਾਕਟਰ ਸਾਹਿਬ, ਜਿਹੜੀ MSP ਦੀ ਗੱਲ ਆਪਾਂ ਕਰਦੇ ਆ, ਹਾਂਜੀ, ਜੇ ਇਹ ਬਾਕੀ ਜੇ ਇੰਡੀਆ ਵਿੱਚ ਇਹ ਲਾਗੂ ਹੋ ਜਾਂਦੀ ਹੈ, ਜਿਹੜਾ ਸ਼ੁਰੂ ਕਰਿਆ ਘੋਲ, ਕੀ ਇਹ ਬਾਕੀ ਦੁਨੀਆ ਦੇ ਕਿਸਾਨ ਵੀ ਇਹਨੂੰ ਡਿਮਾਂਡ ਕਰਨਗੇ? ਕਿਉਂਕਿ ਇੱਕੋ ਇੱਕ ਵਾਇਬਿਲਿਟੀ ਦਾ ਰਾਸਤਾ ਕਿਸਾਨ ਦੀ ਦਾ ਮਿਨੀਮਮ ਸਪੋਰਟ ਪ੍ਰਾਈਸ, ਤੇ ਇਹਦੇ ਤੇ ਤੁਸੀਂ ਕੀ ਸਕਦੇ ਹੋ, ਦੁਨੀਆ ਦੇ ਕਿਸਾਨ ਦਾ ਸੁਧਾਰ ਕਰ ਸਕਦੇ ਆ? ਦੁਨੀਆ ਵਿੱਚ ਵੀ ਰੈਵੋਲੂਸ਼ਨ ਜਾਊਗਾ ਜੇ ਉੱਥੇ ਲਾਗੂ ਹੋ ਜਾਂਦੀ ਹੈ? ਬਿਲਕੁਲ ਜਾਊਗਾ। ਦੁਨੀਆ ਦੇ ਉੱਤੇ ਤਾਂ ਬਹੁਤ ਇਫੈਕਟ ਪਊਗਾ। ਅਫਰੀਕਨ ਦੇਸ਼ਾਂ ਦੇ ਵਿੱਚ ਵੀ ਥੋੜੀਆਂ ਮੂਵਮੈਂਟਸ ਸ਼ੁਰੂ ਹੋ ਗਈਆਂ ਨੇ, ਤੇ ਬਹੁਤ ਸਾਰੇ ਦੇਸ਼ ਨੇ ਜਿਹੜੇ ਯੂਰਪ ਦੇ, ਈਵਨ ਜਾਪਾਨ ਵੀ, ਯੂਕਰੇਨ ਵੀ, ਜਿੱਥੇ ਕਿ ਸਬਸਿਡੀਜ਼ ਵੀ ਇੰਡੀਆ ਦੇ ਮੁਕਾਬਲੇ ਬਹੁਤ ਅਧਿਕ ਦਿੱਤੀਆਂ ਜਾਂਦੀਆਂ ਨੇ। ਈਵਨ ਤੁਹਾਡੇ ਅਮਰੀਕਾ 'ਚ ਵੀ ਸਬਸਿਡੀਜ਼ ਨੇ ਜਿਹੜੀਆਂ ਵੱਖਰੇ ਖੇਤਰਾਂ ਦੀਆਂ ਜਾਂ ਇੰਸ਼ੋਰੈਂਸ ਦੀਆਂ ਸਕੀਮਾਂ, ਉਹ ਕਾਫੀ ਵੱਡੇ ਪੱਧਰ ਤੇ ਚੱਲਦੀਆਂ ਨੇ। ਤਾਂ ਕਿਸਾਨ ਨੂੰ ਸਮੁੱਚੀ ਦੁਨੀਆ ਦੇ ਵਿੱਚ ਲਾਜ਼ਮੀ ਤੌਰ ਤੇ, ਇਹ ਨਹੀਂ ਕਿ ਸਾਰਾ ਕਾਰਪੋਰੇਟ ਵਰਲਡ ਨੂੰ ਤੁਸੀਂ ਦੇ ਦਿਓ। ਉਹ ਕਾਰਪੋਰੇਟ ਵਰਲਡ ਅਮਰੀਕਾ 'ਚ ਤਾਂ ਚੱਲ ਗਿਆ, ਉਹਨੇ ਕੋਲ ਹੋਰ ਸੋਰਸ ਸੀਗੇ, ਲੋਕਾਂ ਨੂੰ ਕਨਵਰਟ ਕਰ ਦਿੱਤਾ, ਉਹਨਾਂ ਨੇ ਨੌਕਰੀਆਂ ਦੇਤੀਆਂ ਦੂਜੇ ਪਾਸੇ। ਇੰਡੀਆ ਕੋਲੇ ਹਾਲੇ ਇੰਨੇ ਸੋਰਸਸ ਨਹੀਂ ਹੈਗੇ ਕਿ ਖੇਤੀ 'ਚੋਂ ਕੱਢ ਕੇ ਕਿਸੇ ਹੋਰ ਥਾਂ ਤੇ ਇੰਨੇ ਵੱਡੇ ਲੋਕਾਂ ਨੂੰ ਨੌਕਰੀ ਦੇ ਦੇਣ। ਉਹਨਾਂ ਲਈ ਤਾਂ ਸਗੋਂ ਇੱਕ ਵਧੀਆ ਫਾਰਮੂਲਾ ਸੀ ਕਿ ਕਿਸਾਨਾਂ ਨੂੰ ਹੀ ਕੁਝ ਲਾਭ ਦਿੱਤੇ ਜਾਣ, ਛੋਟਾ ਉਦਯੋਗ ਵਧਾਇਆ ਜਾਵੇ, ਜਾਂ ਜੇ ਉਹਨਾਂ ਨੇ ਫਸਲਾਂ ਦੀ ਡਾਇਵਰਸਿਫਿਕੇਸ਼ਨ ਕਰਨੀ ਹੈ, ਉਹਨਾਂ ਦੇ ਮੁੱਲ ਵੱਖਰੇ ਤੌਰ ਤੇ ਦੇ ਦਿੱਤੇ ਜਾਣ। ਪੰਜਾਬ ਦੇ ਵਿੱਚੋਂ ਜੇ ਚਾਹੁੰਦੇ ਨੇ ਝੋਨਾ ਬੰਦ ਕਰਾਉਣਾ, ਤਾਂ ਉੱਥੇ ਮੱਕੀ ਦੀ MSP ਵਧਾ ਕੇ ਦੇ ਦੇਣ, ਦਾਲਾਂ ਦੀ MSP ਵਧਾ ਕੇ ਦੇ ਦੇਣ, ਲੋਕ ਆਪੇ ਹੀ ਛੱਡ ਜਾਣਗੇ। ਉਹਦੀ ਸਿਓਰਿਟੀ ਚਾਹੁੰਦੇ ਆ ਲੋਕ, ਬਦਲ ਕਰਨ ਨੂੰ ਤਿਆਰ ਨੇ, ਪਰ ਉਹਦੀ ਕੋਈ ਗਰੰਟੀ ਤਾਂ ਹੋਵੇ ਨਾ। ਮਿਨੀਮਮ ਗਰੰਟੀ ਤੋਂ ਬਿਨਾਂ ਮੈਨੂੰ ਇਹ ਲੱਗਦਾ ਕਿ ਇਹ ਮੂਵਮੈਂਟ ਖਤਮ ਨਹੀਂ ਹੋਣੀ, ਧੱਕੇ ਨਾਲ ਵੀ ਨਹੀਂ ਹੋਣੀ,
ਉਹ ਲਾਜ਼ਮੀ MSP ਕਾਨੂੰਨਾਂ ਨਾਲੋਂ ਵੀ ਵੱਧ ਇੰਪੋਰਟੈਂਟ ਮੈਂ ਸਮਝਦਾ। ਜੇ ਇਹ ਕਾਨੂੰਨ ਲਾਗੂ ਵੀ ਰਹਿੰਦੇ ਨੇ, ਉਹ 'ਚ ਗਰੰਟੀ ਪਾ ਦਿੱਤੀ ਜਾਂਦੀ ਹੈ ਕਿ ਕਾਰਪੋਰੇਸ਼ਨ 'ਚ ਜਦੋਂ ਲੋਕਾਂ ਨਾਲ ਸਮਝੌਤਾ ਕਰਨਗੇ, ਕੰਟਰੈਕਟ ਫਾਰਮਿੰਗ ਕਰਨਗੇ, ਤਾਂ ਉਹ ਘੱਟੋ ਘੱਟ ਪ੍ਰਾਈਸ ਜ਼ਰੂਰ ਦੇਣਗੇ। ਵੱਧ ਜਿੰਨੀ ਮਰਜ਼ੀ ਦੇ ਦੇਣ, ਘੱਟੋ ਘੱਟ ਜ਼ਰੂਰ ਦੇਣਗੇ। ਜੇ ਉਹ ਨਹੀਂ ਦੇਣਗੇ ਤਾਂ ਅਸੀਂ ਸਰਕਾਰ ਖਰੀਦੂਗੀ। ਇਹਦਾ ਦੁਨੀਆ ਤੇ ਅਸਰ ਹੋਊਗਾ। ਲਾਜ਼ਮੀ ਕਿਸਾਨੀ ਮੂਵਮੈਂਟਸ ਉੱਠਣਗੀਆਂ ਸਾਰੀ ਦੁਨੀਆ ਦੇ ਵਿੱਚ। ਹਾਂਜੀ ਗਿਆਲ ਸਾਹਿਬ, ਗੁਰਿੰਦਰ ਜੀ, ਤੁਹਾਡਾ ਹੋਰ ਤਾਂ ਨਹੀਂ ਕੁਐਸਚਨ ਕੋਈ? ਕੋਈ ਨਾ ਜੀ, ਫਿਰ ਪੁੱਛ ਲਾਂਗੇ ਤੁਸੀਂ। ਹਾਂਜੀ, ਮੈਂ ਆਪਣੇ ਸੋਹੀ ਸਾਹਿਬ, ਗੱਲ ਇਹ ਆ ਵੀ ਜਿਹੜਾ ਉਹਨਾਂ ਦਾ ਮੁੱਢਲਾ ਅਧਿਕਾਰ ਹੁੰਦਾ ਕਿਸੇ ਵੀ ਸਿਟੀਜ਼ਨ ਦਾ ਨਿਆਂਪਾਲਿਕਾ ਦੇ ਵਿੱਚ ਜਾਣ ਦਾ, ਇਹ ਕਾਨੂੰਨ ਤਾਂ ਉਹ ਵੀ ਖੋਹ ਰਹੇ ਆ। ਤੇ ਕਿਸਾਨ ਨੂੰ ਤਾਂ ਜਿਵੇਂ ਉੱਥੋਂ ਦਾ ਸਿਟੀਜ਼ਨ ਨਹੀਂ ਹੁੰਦਾ, ਉਹਨਾਂ ਤੋਂ ਇੱਕ ਖੋਹ ਲਿਆ ਜਾਊਗਾ। ਤੇ ਦੂਜੀ ਜਿਹੜੀ ਇਹ ਬਹੁਤ ਖਤਰਨਾਕ ਆ, ਜਿਹੜੇ ਇੱਕ ਭੰਡਾਰ ਆ ਉਹ ਜਿੰਨੇ ਮਰਜ਼ੀ ਕਰ ਸਕਦੇ ਆ, ਉਹ ਵੀ ਬੜਾ ਖਤਰਨਾਕ ਆ। ਤੇ ਦੂਜੀ ਜਿਹੜੀ ਗੱਲ ਤੁਸੀਂ ਕਿਹਾ ਵੀ ਅਮਰੀਕਾ ਦੇ ਵਿੱਚ ਸਿਰਫ 2% ਕਿਸਾਨ ਰਹਿ ਗਏ ਹਾਂਜੀ ਅੱਜ ਦੇ ਡੇਟੇ ਨਾਲ, ਇੱਥੇ ਸਿਰਫ 2% ਕਿਸਾਨ ਆ, ਉਹ ਸਾਰੇ ਖਤਮ ਕਰਤੇ ਇਹਨਾਂ ਨੇ। ਪਰ ਇਹਨਾਂ ਕੋਲੇ ਅਲਟਰਨੇਟਿਵਸ ਹੈਗੇ ਆ। ਇਹ ਅਲਟਰਨੇਟਿਵਸ ਦਿੰਦੇ ਆ, ਨਾਲ ਦੀ ਨਾਲ ਲੋਕਾਂ ਨੂੰ ਜੋਬਾਂ ਦਿੰਦੇ ਆ, ਲੋਕਾਂ ਨੂੰ ਮੈਡੀਕਲ ਦਿੰਦੇ ਆ, ਪੈਨਸ਼ਨ ਦਿੰਦੇ ਆ, ਬੁਢਾਪਾ ਪੈਨਸ਼ਨ ਦਿੰਦੇ ਆ, ਸੋਸ਼ਲ ਸਿਕਿਉਰਿਟੀ ਪੈਨਸ਼ਨ ਦਿੰਦੇ ਆ। ਇੰਡੀਆ ਦੇ ਵਿੱਚ ਲਾਗੂ ਤਾਂ ਉਹ ਅਮਰੀਕਨ ਸਿਸਟਮ ਕਰਨਾ ਚਾਹੁੰਦੇ ਆ, ਖਤਮ ਤਾਂ ਕਰਨਾ ਚਾਹੁੰਦੇ ਆ ਕਿਸਾਨਾਂ ਨੂੰ, ਪਰ ਉਹਨਾਂ ਦੇ ਕੋਲੇ ਕੋਈ ਅਲਟਰਨੇਟਿਵ ਹੈ ਨਹੀਂ। ਤੁਸੀਂ ਵੀ ਸਰਕਾਰੀ ਕਰਮਚਾਰੀ ਰਹੇ ਹੋ ਉੱਥੇ, ਮੈਂ ਵੀ ਥੋੜਾ ਚਿਰ ਰਿਹਾ ਵਾਂ। ਤੇ ਜਿਹੜੇ ਉੱਥੋਂ ਦੇ ਆਪਣੇ ਟੀਚਰਸ ਆ, ਜੇ ਆਪਾਂ 1970 ਦੇ ਵਿੱਚ ਲਾਈਏ ਹਿਸਾਬ ਕਿਤਾਬ, ਤਾਂ 76 ਰੁਪਏ ਕਣਕ ਦਾ ਰੇਟ ਸੀਗਾ, ਜਿਹੜਾ 2015 ਦੇ ਵਿੱਚ 1450 ਰੁਪਏ ਹੋ ਗਿਆ। ਤੇ ਜਿਹੜੀ ਟੀਚਰਾਂ ਬੇਸਿਕ ਪੇ ਆ, ਜਿਹੜੀ ਟੀਚਰਾਂ ਦੀ ਜਾਂ ਆਮ ਇੰਪਲਾਈਆਂ ਦੀ ਲਾ ਲਈਏ, ਫੈਡਰਲ ਦੇ ਪਹਿਲਾਂ ਦੂਜੇ ਇੰਪਲਾਈ ਆ ਜਿਹੜੇ, ਉਹਨਾਂ ਦੀ 120 ਤੋਂ 150% ਉਹ ਵੱਧ ਗਈ ਆ ਹੁਣ ਤੱਕ 2015 ਤੱਕ। ਟੀਚਰਸ ਦੀ, ਜਿਹੜੇ ਸਾਡੇ ਵਰਗੇ ਉੱਥੇ ਟੀਚਰ ਸੀ, ਉਹਨਾਂ ਦੀ 280 ਤੋਂ 320% ਵੱਧ ਗਈ। ਤੇ ਜਿਹੜੇ ਤੁਹਾਡੇ ਵਰਗੇ ਕਾਲਜ ਦੇ ਵਿੱਚ ਸੀਗੇ ਪ੍ਰੋਫੈਸਰ, ਉਹਨਾਂ ਦੀ 150 ਤੋਂ 170% ਵੱਧ ਗਈ। ਟਿਕਟਾਂ ਦੀ ਜਿਹੜੀ ਆ ਉਹ ਸਿਰਫ 19% ਵਧੀ ਆ। ਜਿਹੜੀ ਜਿਣਸ ਦੀ ਕੀਮਤ ਆ ਨਾ ਜਿਹੜੀ, ਉਹ ਸਿਰਫ 19% ਵਧੀ ਆ। ਜੇ ਬਾਕੀ ਦੇ ਮਹਿਕਮਿਆਂ ਦੀ ਵੀ 19% ਵੱਧਦੀ, ਤਾਂ ਇਹ ਇਨਕਲਾਬ ਆ ਜਿਹੜਾ ਕਦੋਂ ਦਾ ਆ ਜਾਣਾ ਸੀਗਾ। ਸਿਰਫ 19% ਹੀ ਦਿੰਦੇ, ਉਹ ਉਹਨਾਂ ਨੂੰ ਤਾਂ ਸੈਟੀਸਫਾਈ ਕਰਤਾ। ਉਹਨਾਂ ਨੂੰ ਅਲਾਉਂਸਸ ਮਿਲਦੇ ਆ, 108 ਕਿਸਮ ਦੇ ਅਲਾਉਂਸਸ ਮਿਲਦੇ ਆ। ਮਿਲਟਰੀ ਵਾਲੇ ਨੂੰ 20,000 ਸਾਲ ਦੇ ਕੱਪੜੇ ਧੋਣ ਦਾ ਅਲਾਉਂਸ ਮਿਲਦਾ। ਜਿਹੜੇ ਸੁਪਰੀਮ ਕੋਰਟਾਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ 22,000 ਮਿਲਦਾ। ਉਹਨਾਂ ਨੂੰ ਮੈਡੀਕਲ ਮਿਲਦਾ, ਉਹਨਾਂ ਨੂੰ ਪੈਨਸ਼ਨਾਂ ਮਿਲਦੀਆਂ। ਹੁਣ ਮੇਰੇ ਨਾਲ ਦੇ ਜਿਹੜੇ ਟੀਚਰ ਰਿਟਾਇਰ ਹੋਇਆ, ਕਿਸੇ ਨੂੰ 35,000, ਕਿਸੇ ਨੂੰ 40,000 ਮਹੀਨੇ ਦੀ ਪੈਨਸ਼ਨ ਮਿਲਦੀ ਆ। ਤੇ ਜੱਟਾਂ ਲਈ ਤਾਂ ਨਾ ਕੋਈ ਬੁਢਾਪਾ ਪੈਨਸ਼ਨ, ਨਾ ਕੋਈ ਮੈਡੀਕਲ, ਨਾ ਕਿਸੇ ਕਿਸਮ ਦੀ ਹੋਰ ਸਹੂਲਤ ਆ ਉੱਥੇ। ਤੇ ਉਹਦੇ ਕਰਕੇ ਇਹ ਜਿਹੜਾ, ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਕਿਸਾਨੀ ਅੰਦੋਲਨ ਆ, ਇਹ ਜਿਹੀ ਚੀਜ਼ਾਂ ਜਿਹੜਾ ਪਿੱਛੇ ਇੰਨੇ ਇਹਨਾਂ ਨਾਲ ਧੱਕੇ ਹੋਏ ਆ, ਉਹਦਾ ਸਾਰੀ ਦੀ ਦੇਣ ਆ ਇਹ। ਤੇ ਇਹ ਇਨਕਲਾਬ ਵੱਲ ਨੂੰ ਦੁਨੀਆ ਦੇ ਵਿੱਚ ਵੱਡਾ ਜਿਹੜਾ ਇਹ ਕਦਮ ਆ, ਜਿਹੜਾ ਹਿੰਦੁਸਤਾਨ ਦੇ ਵਿੱਚ ਵੱਧ ਰਿਹਾ। ਤੁਸੀਂ ਸਹੂਲਤਾਂ ਦੇ ਪੱਟਰ ਸਾਹਿਬ, ਬਿਲਕੁਲ ਸਹੀ ਗੱਲ ਆ ਤੁਹਾਡੀ। ਇਹਦੇ 'ਚ ਨਾ 2-3 ਗੱਲਾਂ ਦੇਖਣ ਵਾਲੀਆਂ ਹੁੰਦੀਆਂ। ਇੱਕ ਤਾਂ ਇਹ ਕਿ ਜਿਹੜਾ ਕਿਸਾਨ ਆ ਸਾਰੇ ਇੰਡੀਆ ਦੇ ਵਿੱਚ ਫੈਲਿਆ ਹੋਇਆ, ਉਹ ਆਰਗੇਨਾਈਜ਼ਡ ਨਹੀਂ ਹੈ। ਉਹਦੇ ਤੁਸੀਂ ਦੇਖੋ ਵੀ ਅੱਜ ਵੀ ਸਾਨੂੰ ਪਤਾ ਕਿ 500 ਤੋਂ ਉੱਪਰ ਕਿਸਾਨਾਂ ਦੀਆਂ ਯੂਨੀਅਨਸ ਨੇ। ਜੇ ਇਹਨਾਂ ਸਾਰੀਆਂ ਯੂਨੀਅਨਸ ਨੂੰ ਇਕੱਠੇ ਕਰਕੇ ਇੱਕ ਸਾਂਝਾ ਫਰੰਟ ਬਣ ਜਾਂਦਾ, ਜਿਹਦੀ ਕਿ ਹੁਣ ਸ਼ੁਰੂਆਤ ਹੋਈ ਹੈ, ਮੈਂ ਮਹਿਸੂਸ ਕਰਦਾ ਕਿ ਜੇ ਪੰਜਾਬ ਦੀਆਂ ਇਸ ਵੇਲੇ ਅਸੀਂ ਕਹਿੰਦੇ ਹਾਂ ਕਿ 40 ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰ ਰਹੀਆਂ ਨੇ। ਇਸ ਦੀ ਬਹੁਤ ਵੱਡੀ ਪ੍ਰਾਪਤੀ ਹੈ ਇਸ ਸੰਘਰਸ਼ ਦੀ, ਕਿ ਜੇ 40 ਜਥੇਬੰਦੀਆਂ ਇਕੱਠੀਆਂ ਹੋ ਕੇ ਆਪਦਾ ਇੱਕ ਨਿਸ਼ਾਨਾ ਰੱਖ ਕੇ ਬਿਲਕੁਲ ਸਾਂਝੀ ਲੀਡਰਸ਼ਿਪ ਦੇ ਅਧੀਨ ਕੰਮ ਕਰ ਰਹੀਆਂ ਨੇ। ਕੋਈ ਵੀ ਲੀਡਰ ਇਹਨਾਂ ਚੋਂ ਪਰਾਂ ਵੀ ਨਹੀਂ ਹੋ ਸਕਦਾ। ਜੇ ਕੋਈ ਲੀਡਰ ਮਾੜੀ ਮੋਟੀ ਉਰਲੀ ਪਰਲੀ ਗੱਲ ਕਰਦਾ, ਉਹ ਜਦ ਮੀਟਿੰਗ ਕਰਕੇ ਉਹਨੂੰ ਕਹਿੰਦੇ ਆ ਵੀ ਤੂੰ ਭਾਈ ਸਮਝ ਜਾ, ਜਾਂ ਤੈਨੂੰ ਬਾਹਰ ਕੱਢ ਦਾਂਗੇ। ਇਹਦਾ ਭਾਵ ਇਹ ਇੱਕ ਨਵਾਂ ਰੂਪ ਹੈ ਕਲੈਕਟਿਵ ਲੀਡਰਸ਼ਿਪ ਦਾ, ਜਿਹੜਾ ਕਿ ਇਸ ਸੰਘਰਸ਼ ਨੇ ਪੈਦਾ ਕੀਤਾ। ਇਹ ਵੀ ਇੱਕ ਵੱਡੀ ਪ੍ਰਾਪਤੀ ਹੈ। ਜੇ ਸਾਰੇ ਇੰਡੀਆ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਜਾਣ, ਤਾਂ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਇਹ ਪ੍ਰਾਪਤ ਹੋ ਸਕਦੀਆਂ ਨੇ। ਇਹਨਾਂ ਕਿਸਾਨਾਂ ਨੂੰ ਵੀ ਪੈਨਸ਼ਨ ਲੱਗ ਸਕਦੀ ਹੈ। ਇਹਨਾਂ ਦੇ ਵੀ ਜਿਹੜੇ ਰੇਟ ਨੇ, ਉਸ ਹਿਸਾਬ ਦੇ ਨਾਲ ਸਾਰੇ ਪਰਿਵਾਰ ਦਾ ਵਿੱਚ ਰੇਟ ਪਾ ਕੇ, ਉਹਨਾਂ ਦੀ ਆਮਦਨ ਦਾ ਹਿਸਾਬ, ਉਹਦਾ ਵਾਧੇ ਦਾ ਹਿਸਾਬ ਕਰਕੇ ਫਿਕਸ ਹੋ ਸਕਦਾ ਹੈ। ਪਰ ਕਿਉਂਕਿ ਸਰਕਾਰਾਂ ਦੇ ਉੱਤੇ, ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਰਾਜ ਦੇ ਉੱਪਰ ਕੰਟਰੋਲ ਕਾਰਪੋਰੇਟ ਵਰਲਡ ਦਾ, ਉੱਥੇ ਉਹ ਹੋਊਗਾ ਜੋ ਉਹ ਚਾਹੁੰਗੇ। ਜਿਹੜੇ ਮੁਲਾਜ਼ਮ ਨੇ, ਕਿਉਂਕਿ ਉਹਨਾਂ ਲਈ ਕੰਮ ਕਰਦੇ ਨੇ, ਇਹਨਾਂ ਨੂੰ ਖੁਸ਼ ਰੱਖਣ ਦੇ ਲਈ ਇਹਨਾਂ ਦੀਆਂ ਯੂਨੀਅਨਸ ਵੀ ਸਟਰੋਂਗ ਨੇ, ਬਾਕੀ ਸਾਰੇ ਮੁਲਾਜ਼ਮਾਂ ਦੀਆਂ ਉਹ ਵੀ ਸਟਰਗਲ ਕਰਦੀਆਂ ਨੇ। ਇੱਕ ਉਹਨਾਂ ਨੂੰ ਆਪਣੇ ਨਾਲ ਰੱਖਣ ਦੇ ਲਈ ਉਹ ਹਮੇਸ਼ਾ ਉਹੋ ਜਿਹੇ ਕਾਨੂੰਨ ਫਿਰ ਪਾਸ ਕਰਾਉਂਦੇ ਨੇ। ਤੁਸੀਂ ਦੇਖੋ ਪਾਰਲੀਮੈਂਟ ਦੇ ਮੈਂਬਰ ਨੇ ਜਿੰਨੇ, ਉਹਨਾਂ ਦੀ ਇਲੈਕਸ਼ਨ ਦਾ ਖਰਚਾ ਵੀ ਉਹ ਚੱਲਦੇ ਨੇ।
ਜਦੋਂ ਉਹ ਮੈਂਬਰ ਜਾਂ MLA ਜਾਂ MP ਰਿਟਾਇਰ ਹੁੰਦੇ ਨੇ, ਕਿੰਨੀਆਂ ਕਿੰਨੀਆਂ ਇੱਕ ਟਰਮ ਦੀ ਇੱਕ ਪੈਨਸ਼ਨ 6-6 7-7 ਪੈਨਸ਼ਨਾਂ ਵੀ ਲੈਂਦੇ ਆ ਉਹ। ਇਹਦਾ ਭਾਵ ਉਹ ਤਾਂ ਉਹਨਾਂ ਦਾ ਰਾਜ ਹੈ, ਉਹਨਾਂ ਦੀ ਹਕੂਮਤ ਹੈ, ਜਿਹਦੇ ਕੋਲੇ ਹਕੂਮਤ ਹੁੰਦੀ ਹੈ ਉਹ ਆਪਦੇ ਹੱਕ ਦੇ ਵਿੱਚ ਕਾਨੂੰਨ ਪਾਸ ਕਰਦੇ ਨੇ ਤੇ ਕੀਤੇ ਜਾਂਦੇ ਨੇ। ਇਹਦੇ ਲਈ ਹੁਣ ਇਸ ਸੰਘਰਸ਼ ਨੇ ਇਹ ਸਿੱਧ ਕਰ ਦਿੱਤਾ ਕਿ ਜੇ ਕਿਸਾਨ ਇਕੱਠੇ ਹੋ ਗਏ ਤਾਂ ਸਭ ਕੁਝ ਪੋਸੀਬਲ ਹੈ। ਇਹ ਜਿਹੜੇ ਜੇ ਅਸੀਂ ਕਹਿੰਦੇ ਆ ਕਿ ਜੇ MSP ਲਾਗੂ ਕਰ ਲਈ ਤਕਰੀਬਨ 17 ਲੱਖ ਕਰੋੜ ਰੁਪਈਆ ਚਾਹੀਦਾ ਹੈ, ਇੰਨਾ ਪੈਸਾ ਤਾਂ ਜਿਹੜੇ ਇਹਨਾਂ ਦੇ ਇੰਡਸਟਰੀਅਲਿਸਟ ਕਰਜ਼ਾ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਮੋੜ ਨਹੀਂ ਸਕਦੇ, ਉਹਨੂੰ NPA 'ਚ ਪਾ ਦਿੰਦੇ ਨੇ ਕਿ ਇਹ ਮੋੜਨ ਯੋਗ ਕਰਜ਼ਾ ਨਹੀਂ ਹੈ, ਇਹਨੂੰ ਮਾਫ ਕਰ ਦਿਓ, ਉਦੋਂ ਵੱਧ ਤਾਂ ਉਹ ਮਾਫ ਕਰ ਦਿੰਦੇ ਨੇ। ਇਹ ਸਿਰਫ ਪ੍ਰੈਸ਼ਰ ਹੀ ਹੈ। ਜਦੋਂ ਜਿੰਨੀ ਯੂਨੀਅਨ ਇਹਨਾਂ ਦੀ ਸਟਰੋਂਗ ਹੋਊਗੀ, ਇਹਨਾਂ ਦੀ ਏਕਤਾ ਸਟਰੋਂਗ ਹੋਊਗੀ, ਇਹ ਸਰਕਾਰਾਂ ਬਦਲਣ ਦੇ ਲਈ ਆਪਣਾ ਪੂਰਾ ਅਸਰ ਦਿਖਾ ਸਕਦੇ ਹੋਣਗੇ। ਫਿਰ ਉਸ ਤਰ੍ਹਾਂ ਦੇ ਕਾਨੂੰਨ ਬਣਨਗੇ ਜਿਵੇਂ ਕਿ ਇਹ ਚਾਹੁੰਦੇ ਹੋਣਗੇ ਜਾਂ ਉਸ ਟਾਈਪ ਦੀਆਂ ਸ਼ਕਤੀਆਂ ਹੋਣਗੀਆਂ। ਵਾਕਈ ਇਹ ਤੁਹਾਡੀ ਗੱਲ ਨਾਲ ਮੈਂ ਪੂਰਾ ਸਹਿਮਤ ਹਾਂ ਕਿ ਜਿੰਨਾ ਬਾਕੀ ਦੇ ਲੋਕਾਂ ਦਾ ਵਧਿਆ ਉਹਨਾਂ ਰੇਟ ਇਹਨਾਂ ਦਾ। ਸਰਕਾਰ ਤਾਂ ਇਹ ਕਹਿ ਦਿੰਦੀ ਹੈ ਕਿ ਜੇ ਅਸੀਂ ਅਨਾਜ ਦੇ ਰੇਟ ਇੰਨੇ ਵਧਾ ਦਿੱਤੇ ਤਾਂ ਗਰੀਬਾਂ ਨੂੰ ਖਾਣ ਨੂੰ ਕਿੱਥੋਂ ਦੇਵਾਂਗੇ। ਉਹ MSP ਦਾ ਪਰਪਸ ਇਹ ਹੈ ਕਿ PDS ਸਿਸਟਮ ਤਾਂ ਤੁਸੀਂ ਹੁਣ ਖਤਮ ਕਰ ਰਹੇ ਹੋ। ਜੇ MSP ਖਤਮ ਕਰੋਗੇ, ਲੋਕਾਂ 'ਚ ਡਿਸਟ੍ਰੀਬਿਊਟ ਕਿਵੇਂ ਕਰੋਗੇ, ਗਰੀਬ ਲੋਕਾਂ ਨੂੰ ਕਿਵੇਂ ਦਿਓਗੇ? ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਬੈਲੈਂਸ ਨੂੰ ਰੱਖਣਾ, ਕਿ ਕਿਸਾਨਾਂ ਨੂੰ ਵੀ ਬਣਦੀ ਮੁੱਲ ਦਿੱਤੇ ਜਾਣ, ਆਪਦੇ ਕੋਲੋਂ ਫਿਰ ਪੈਸੇ ਲਾ ਕੇ ਸਬਸਿਡੀਆਂ ਦੇ ਕੇ ਗਰੀਬਾਂ ਤੱਕ ਵੀ ਉਹ ਅਨਾਜ ਪਹੁੰਚਾਇਆ ਜਾਵੇ। ਇੱਕ ਇਕੁਅਲਿਟੇਰੀਅਨ ਮਾਡਲ ਹੈ ਜਿਹੜਾ ਬਰਾਬਰਤਾ ਵਾਲਾ ਮਾਡਲ ਸਰਕਾਰ ਜੇ ਕਾਇਮ ਕਰੂਗੀ, ਖਾਸ ਤੌਰ ਤੇ ਡਿਵੈਲਪਿੰਗ ਕੰਟਰੀ ਦੇ ਵਿੱਚ। ਜੇ ਡਿਵੈਲਪਿੰਗ ਕੰਟਰੀ ਦੂਜਿਆਂ ਦੀ ਨਕਲ ਕਰਕੇ ਧੱਕੇਸ਼ਾਹੀ ਕਰੂਗਾ ਤਾਂ ਉੱਥੇ ਰਿਵੋਲਟ ਦੀਆਂ ਪੋਸੀਬਿਲਿਟੀਜ਼ ਵੱਧ ਜਾਣਗੀਆਂ। ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਤੁਸੀਂ ਸ਼ਾਂਤਮਈ ਅੰਦੋਲਨ ਦੇ ਰਾਹੀਂ ਇਸ ਤਰ੍ਹਾਂ ਦੀਆਂ ਚੇਂਜਸ ਕਰਨੀਆਂ ਕਾਫੀ ਪੋਸੀਬਲ ਹੋ ਸਕਦੀਆਂ ਨੇ ਜੇ ਕਿਸਾਨਾਂ ਦੀ ਲੀਡਰਸ਼ਿਪ ਇਸ ਤਰ੍ਹਾਂ ਨਾਲ ਕਾਇਮ ਰਹੀ ਤਾਂ। ਹਾਂਜੀ ਬਿਲਕੁਲ ਸੋਈ ਸਾਹਿਬ। ਤੇ ਦੂਜਾ ਜਿਹੜਾ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਦੀ ਰੇਸ ਲੱਗੀ ਹੋਈ ਆ ਅੰਬਾਨੀ ਦੀ, ਵੀ ਮੈਂ ਦੁਨੀਆ 'ਚ ਪਹਿਲੇ ਨੰਬਰ ਤੇ ਅਮੀਰ ਬਣਨਾ। ਪਤਾ ਨਹੀਂ ਉਹਨਾਂ ਦੀਆਂ ਗੋਗੜਾਂ, ਉਹਨਾਂ ਦੇ ਟੈਡ ਕਿੱਡੇ ਕਿੱਡੇ ਵੱਡੇ ਆ ਜੀ। ਉਸ ਬੰਦੇ ਨੂੰ 1 ਘੰਟੇ ਦੀ 90 ਕਰੋੜ ਦੀ ਇਨਕਮ ਆ, ਤੇ ਇੰਡੀਆ ਦੇ ਵਿੱਚ ਕਿੰਨੀ ਜ਼ਿਆਦਾ ਆਬਾਦੀ ਆ ਵਿਚਾਰੇ ਜਿਨ੍ਹਾਂ ਨੂੰ 9-10 ਰੁਪਏ 1 ਘੰਟੇ ਦੇ ਨਹੀਂ ਮਿਲਦੇ। ਤੇ ਬੜੀ ਇਹ ਤਰਾਸਦੀ ਆ ਉੱਥੇ ਦੇ ਲੋਕਾਂ ਦੀ, ਬੜੀ ਮਾੜੀ ਕਿਸਮਤ ਆ। ਤੇ ਹੁਣ ਮੈਂ ਗਲਿੰਦਰ ਗਿੱਲ ਜੀ ਨੇ ਇੱਕ ਮਸਲਾ ਉਠਾਇਆ ਸੀ ਵੀ ਜਿਹੜਾ ਉੱਥੋਂ ਦਾ ਸੰਵਿਧਾਨ ਆ ਉਹਦੇ ਵਿੱਚ ਚੇਂਜਿਸ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਵੀ ਥੱਲੇ ਤੋਂ ਲੋਕਾਂ ਦੀ ਸ਼ਮੂਲੀਅਤ ਹੋਵੇ VOTING ਦੇ ਵਿੱਚ, ਸਾਰੇ ਕਾਸੇ ਦੇ ਵਿੱਚ। ਤੇ ਮੈਂ ਰਣਜੀਤ ਸਿੰਘ ਗਿੱਲ ਨੂੰ ਇਹ ਪੁੱਛਣਾ ਚਾਹੁੰਦਾ ਵੀ ਉੱਥੇ ਇੱਕ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਉੱਥੇ ਉਹ ਉੱਠੀ ਆ, ਤੇ ਜਿਹਨੇ ਥੱਲੇ ਵਾਲੇ ਲੋਕਾਂ ਦੀ, ਆਮ ਲੋਕਾਂ ਦੀ ਪੋਲੀਟਿਕਸ ਦੇ ਵਿੱਚ ਸ਼ਮੂਲੀਅਤ ਕੀਤੀ ਆ। ਤੇ ਉਹ ਸ਼ਮੂਲੀਅਤ ਆ ਜਿਹੜੀ, ਉਹ ਜਿਹੜੇ ਦੂਜੀਆਂ ਰਵਾਇਤੀ ਜਿਹੜੀਆਂ ਉੱਥੋਂ ਦੀਆਂ ਸਿਆਸੀ ਪਾਰਟੀਆਂ, ਚਾਹੇ ਉਹ BJP ਹੋਈ, ਚਾਹੇ ਅਕਾਲੀ ਹੋਏ, ਚਾਹੇ ਉਹ ਕਾਂਗਰਸੀ ਹੋਏ, ਚਾਹੇ ਕੋਈ BSP ਹੋਈ, ਉਹਨਾਂ ਨੂੰ ਉਹ ਹਜਮ ਨਹੀਂ ਹੁੰਦੀਆਂ। ਤੇ ਉਹ ਉਹਨਾਂ ਦੇ ਅਦਾਲੇ ਮੈਂ ਕਹਿੰਦਾ ਸਵੇਰੇ ਉੱਠਦੇ ਹੀ, ਸਾਝਰੇ ਉੱਠਦੇ ਹੀ ਕੇਜਰੀਵਾਲ ਦੇ ਮਗਰ ਪੈ ਜਾਂਦੇ ਆ, ਤੇ ਉਹਨਾਂ ਦੇ ਮਗਰ ਹੀ ਪੈ ਰਹਿੰਦੇ ਆ ਉਹ ਦਿਨ ਰਾਤ। ਇੱਕੋ ਹੀ ਮੋਟਿਵ ਹੁੰਦਾ ਉਹਨਾਂ ਦਾ ਵੀ ਕੇਜਰੀਵਾਲ ਝੂਠਾ ਜੀ, ਕੇਜਰੀਵਾਲ ਨਾਲ। ਹਾਲਾਂਕਿ ਲੋਕ ਉਹਨੂੰ ਇੰਨਾ ਲਾਈਕ ਕਰਦੇ, ਉਹਦੀਆਂ ਪਾਲਿਸੀਆਂ ਬੜੀਆਂ ਵਧੀਆ। ਤੇ ਉਹਨੇ ਆਪ ਦਾ ਜਿਹੜਾ ਧਰਮ ਬਣਾਇਆ, ਜਿਹੜਾ ਉੱਥੋਂ ਦਾ ਚੋਣ ਮੈਨੀਫੈਸਟੋ ਜਾਰੀ ਕਰਿਆ, ਉਹਨੂੰ ਧਰਮ ਬਣਾ ਕੇ ਮੈਂ ਤਾਂ ਕਹਿੰਦਾ ਉੱਥੇ ਲਾ ਬਣ ਜਾਣਾ ਚਾਹੀਦਾ। ਇਹ ਬਈ ਜਿਹੜਾ ਵੀ ਕੋਈ ਪ੍ਰੋਮਿਸ ਕਰਦਾ ਉਹਨੂੰ ਪੂਰਾ ਕਰਨਾ ਚਾਹੀਦਾ। ਕੈਪਟਨ ਵਰਗੇ ਤਾਂ ਸੌਹਾਂ ਖਾ ਕੇ ਮੁੱਕਰ ਜਾਂਦੇ ਆ। ਤੁਹਾਡਾ ਰਣਜੀਤ ਗਿੱਲ ਜੀ ਕੀ ਆ ਇਹਦੇ ਬਾਰੇ ਵਿਚਾਰ ਵੀ ਉਹ ਜਿਹੜਾ ਦਿੱਲੀ ਵਾਲੇ ਗਵਰਨਮੈਂਟ ਕੰਮ ਕਰ ਰਹੀ ਆ, ਕੀ ਉਹ ਸੰਵਿਧਾਨ ਜੇ ਉਹੋ ਜਿਹਾ ਲਾਗੂ ਹੋ ਜੇ ਜਿਵੇਂ ਉਹ ਕਰਦੇ ਆ ਉੱਥੇ, ਉਹੀ ਸੰਵਿਧਾਨ ਆ, ਉਹੀ ਕਾਨੂੰਨ ਆ, ਤੇ ਉੱਥੇ ਦੇਖ ਲਓ ਕਿੰਨੇ ਵਧੀਆ ਕੰਮ ਕਰਦੇ ਆ, ਉਹੀ ਟੈਕਸ ਲੋਕਾਂ ਨੂੰ ਲੱਗਦੇ ਆ, ਤੇ ਆਪਾਂ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਸਾਰੀ ਦਿਹਾੜੀ ਟੈਕਸ ਹੀ ਟੈਕਸ ਦੇਈ ਜਾਂਦੇ ਤੇ ਸਾਨੂੰ ਮਿਲਦਾ ਕੁਛ ਨਹੀਂ, ਕਰਜ਼ੇ ਮਿਲਦੇ ਆ ਜਾਂ ਕੁੱਟਮਾਰ ਮਿਲਦੀ ਆ। ਤੇ ਇਹਦੇ ਬਾਰੇ ਤੁਹਾਡਾ ਕੀ ਆ ਰਣਜੀਤ ਸਿੰਘ ਜੀ, ਆਮ ਆਦਮੀ ਪਾਰਟੀ ਬਾਰੇ ਵਿਚਾਰ? ਹਾਂਜੀ ਪੱਠਣ ਸਾਹਿਬ, ਬਹੁਤ ਵਧੀਆ ਕੁਐਸਚਨ ਕਰਿਆ ਵਾ। ਤੇ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਬਾਰੇ ਗੱਲ ਕਰੀ ਆ, ਜਿਸ ਤਰ੍ਹਾਂ ਉਹ ਹੋਂਦ ਵਿੱਚ ਆਏ, ਉਹ ਵੀ ਇੱਕ ਆਮ ਆਦਮੀ ਪਾਰਟੀ ਨੇ ਇੱਕ ਇਸੇ ਤਰ੍ਹਾਂ ਦੇ ਅੰਦੋਲਨ ਤੋਂ ਜਨਮ ਲਿਆ ਸੀ। ਜਦੋਂ ਕੇਜਰੀਵਾਲ ਸਾਹਿਬ ਨੂੰ ਜਾਂ ਉਸ ਸਮੇਂ ਦੀ ਲੀਡਰਸ਼ਿਪ ਨੂੰ ਕਾਂਗਰਸ ਵੇਲੇ ਦੇ, ਉਸ ਵੇਲੇ ਦੇ ਜੋ ਲੀਡਰ ਸੀਗੇ, ਉਹ ਕਹਿੰਦੇ ਸੀਗੇ ਵੀ ਕਾਨੂੰਨ ਸੜਕਾਂ ਤੇ ਨਹੀਂ ਬਣਦੇ, ਤੁਹਾਨੂੰ ਜਿੱਤ ਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਆਉਣਾ ਪਊਗਾ, ਉੱਥੇ ਕਾਨੂੰਨ ਫਿਰ ਤੁਸੀਂ ਸੋਚੋ ਵੀ ਕਾਨੂੰਨ ਬਣਦੇ ਕਿਵੇਂ ਆ। ਉਸ ਤਰ੍ਹਾਂ ਉਹ ਚੀਜ਼ ਹੋਂਦ ਵਿੱਚ ਆਈ ਸੀਗੀ। ਦੂਜੀ ਚੀਜ਼ ਜਿਹੜੀ ਤੁਸੀਂ ਗੱਲ ਕਰੀ ਆ ਵੀ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਜੋ ਗੱਲਾਂ ਕਹੀਆਂ ਚੋਣ ਮੈਨੀਫੈਸਟੋ ਦੇ ਵਿੱਚ ਕਹੀਆਂ, ਉਹ ਸਾਰੀਆਂ ਪੂਰੀਆਂ ਕੀਤੀਆਂ। ਮੈਂ ਅੱਗੇ ਜਾ ਕੇ ਸੋਹੀ ਸਾਹਿਬ ਨੂੰ ਵੀ ਇਹ ਕੁਐਸਚਨ ਲਿਖ ਲੈਣ, ਮੈਂ ਤਾਂ ਜਵਾਬ ਮੰਗੂਗਾ ਵੀ ਜਿਸ ਤਰ੍ਹਾਂ ਜੋ ਚੋਣ ਮੈਨੀਫੈਸਟੋ ਹੈਗਾ ਵਾ ਬਈ ਉਹ ਇੱਕ ਲੋਕਾਂ ਦੇ ਨਾਲ, ਦੇਸ਼ ਦੇ ਜਾਂ ਸੂਬੇ ਦੇ ਲੋਕਾਂ ਦੇ ਨਾਲ ਇੱਕ ਲਿਖਤੀ
ਵਾਅਦਾ ਵਾ, ਇੱਕ ਲਿਖਤੀ ਉਹ ਮੈਨੀਫੈਸਟੋ ਦੇ ਵਿੱਚ ਕਿਹਾ ਗਿਆ ਵੀ ਅਸੀਂ ਇਹ ਚੀਜ਼ ਕਰਾਂਗੇ। ਪਰ ਉਹ ਤੋਂ ਬਾਅਦ ਉਹਨੂੰ ਵੱਡੇ ਵੱਡੇ ਲੀਡਰ ਕਹਿੰਦੇ ਆ ਤਾਂ ਚੁਣਾਵੀ ਜੁਮਲਾ ਸੀਗਾ। ਇਹਦੇ ਤੇ ਲੋਕਾਂ ਨੂੰ ਵੀ ਧਿਆਨ ਦੇਣ ਦੀ ਲੋੜ ਆ ਵੀ ਅਗਰ ਚੋਣ ਮੈਨੀਫੈਸਟੋ ਦੇ ਵਿੱਚ ਲਿਖਤੀ ਵਾਅਦੇ ਵੀ ਲੋਕਾਂ ਨਾਲ ਕੀਤੇ ਹੋਏ, ਇਹ ਸਿਰਫ ਉਹਨਾਂ ਤੋਂ ਮੁੱਕਰਿਆ ਜਾ ਸਕਦਾ ਵਾ। ਦੂਸਰੀ ਚੀਜ਼ ਇਹ ਮੁੱਕਰਦੇ ਇਸ ਕਰਕੇ ਆ ਕਿਉਂਕਿ ਇਹਨਾਂ ਕੋਲੇ ਕਾਨੂੰਨ ਦਾ ਪੱਖ ਹੈਗਾ। ਜਿਸ ਤਰ੍ਹਾਂ ਸੋਈ ਸਾਹਿਬ ਨੇ ਵੀ ਦੱਸਿਆ ਵੀ ਜਿਹੜੇ ਕਾਨੂੰਨ ਘਾੜੇ ਬਣਾਉਂਦੇ ਨੇ ਉਹ ਆਪਦੇ ਹੱਕ 'ਚ ਹੀ ਬਣਾਉਂਦੇ ਨੇ, ਉਹਨਾਂ ਦਾ ਮਤਲਬ ਲੋਕਾਂ ਲਈ ਕੁਝ ਨਹੀਂ ਰਹਿ ਜਾਂਦਾ। ਤੇ ਮੈਂ ਕਈ ਵਾਰੀ ਕਾਨੂੰਨ ਘਾੜੇ ਆਪਣੇ ਜਾਂ ਵਕੀਲ ਹੈਗੇ ਆ ਉਹਨਾਂ ਨਾਲ ਗੱਲ ਵੀ ਕੀਤੀ ਆ ਵੀ ਇਹਦੇ ਲਈ ਕੀ ਕਾਨੂੰਨ ਬਣ ਨਹੀਂ ਸਕਦਾ ਵੀ ਜੋ ਰਾਜਨੀਤਿਕ ਪਾਰਟੀ ਲੋਕਾਂ ਨਾਲ ਵਾਅਦੇ ਕਰਦੀ ਆ ਵੀ ਅਸੀਂ ਆਹ ਚੀਜ਼ ਕਰਾਂਗੇ ਤੇ ਉਹ ਕਰਦੇ ਨਹੀਂਗੇ। ਇੱਥੇ ਫਿਰ ਤੁਹਾਡੇ ਵਾਲੀ ਗੱਲ ਹੀ ਉਹੀ ਆਉਂਦੀ ਆ ਵੀ ਆਮ ਆਦਮੀ ਪਾਰਟੀ ਨੇ ਜਦੋਂ ਚੋਣ ਮੈਨੀਫੈਸਟੋ ਦਿੱਤਾ ਸੀਗਾ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਇੱਕ ਗੱਲ ਕਹੀ ਸੀ ਬਈ ਅਸੀਂ ਇਹਨੂੰ ਆਪਦਾ ਧਰਮ ਸਮਝ ਕੇ ਨਿਭਾਵਾਂਗੇ, ਔਰ ਉਹ ਬਹੁਤ ਵੱਡੀ ਗੱਲ ਸੀ। ਉਹਦੇ ਵਿੱਚ ਸ਼ਾਇਦ ਹੀ ਕੋਈ ਚੀਜ਼ ਰਹਿ ਗਈ ਹੋਵੇ ਜਿਹੜੀ ਪਹਿਲੀ ਟਰਮ ਸੀ ਉਹਨਾਂ ਦੀ, ਪਰ ਦੂਜੀ ਟਰਮ ਦੇ ਵਿੱਚ ਵੀ ਲੋਕਾਂ ਨੇ ਉਹਨਾਂ ਦਾ ਬੜਾ ਸਾਥ ਦਿੱਤਾ, ਉਹਨਾਂ ਨੂੰ ਬੜੀ ਵੱਡੀ ਜਿੱਤ ਦਿੱਤੀ ਤੇ ਉਹਦੇ ਮੁਤਾਬਕ ਉਹਨਾਂ ਨੇ ਕੰਮ ਵੀ ਕਰੇ। ਜਿਸ ਤਰ੍ਹਾਂ ਮੁਹੱਲਾ ਕਲੀਨਿਕ ਸੀਗੇ, ਲੋਕਾਂ ਨੂੰ ਮੈਂ ਕਹਿੰਦਾ ਪਹਿਲਾ ਰਾਜ ਆ ਦਿੱਲੀ ਦਾ ਜਿੱਥੇ ਲੋਕਾਂ ਨੂੰ ਫ੍ਰੀ ਦਵਾਈ ਮਿਲਦੀ ਆ, ਫ੍ਰੀ ਉਹਨਾਂ ਦੇ ਟੈਸਟ ਹੁੰਦੇ ਆ, ਫ੍ਰੀ ਮੈਡੀਕਲ ਸਹੂਲਤਾਂ ਮਿਲਦੀਆਂ ਨੇ। ਤੇ ਦੂਸਰੀ ਚੀਜ਼ ਉਹਨਾਂ ਨੇ ਇਸ ਤਰ੍ਹਾਂ ਦੇ ਮੁਹੱਲਾ ਕਲੀਨਿਕ ਬਣਾ ਦਿੱਤੇ ਵੀ ਲੋਕਾਂ ਨੂੰ ਕਿਤੇ ਦੂਰ ਨਾ ਜਾਣਾ ਪਵੇ। ਜਿਹੜੀ ਦਵਾਈ ਆ ਉਹ ਵੀ ਜਿਹੜੀ ਸਲਿੱਪ ਨਿਕਲਦੀ ਆ ATM ਵਾਂਗੂ ਉਹਦੇ ਮੂਹਰੇ ਕਰੋ, ਤੁਹਾਡੀ ਦਵਾਈ ਤੁਹਾਡੇ ਮੂਹਰੇ ਆ ਜਾਂਦੀ ਆ। ਲੋਕਾਂ ਦੇ ਲਈ ਰਾਜ ਦੀ ਜ਼ਰੂਰਤ ਭੱਠਲ ਸਾਹਿਬ ਇਸ ਕਰਕੇ ਪੈਂਦੀ ਆ ਵੀ ਅਸੀਂ ਉਹ ਕੁਝ ਸਿਆਣੇ ਲੋਕ ਚੁਣੀਏ ਜਿਹੜੇ ਇਸ ਸਿਸਟਮ ਨੂੰ ਲੋਕਾਂ ਲਈ ਵਧੀਆ ਵਰਤਣ, ਉਹਨਾਂ ਲਈ ਵਧੀਆ ਪ੍ਰਬੰਧ ਦੇਣ। ਇਸ ਲਈ ਕਰਕੇ ਇਹਨੂੰ ਰਾਜ ਕਿਹਾ ਗਿਆ, ਰਾਜ ਵੱਲੋਂ ਦਿੱਤਾ ਹੋਇਆ ਪ੍ਰਬੰਧ ਰਾਜ ਪ੍ਰਬੰਧ ਹੈ। ਤੇ ਰਾਜ ਪ੍ਰਬੰਧ ਦਾ ਇਹ ਧਰਮ ਬਣ ਜਾਂਦਾ ਵੀ ਸਾਨੂੰ ਜਿਹਨਾਂ ਲੋਕਾਂ ਨੇ ਚੁਣ ਕੇ ਭੇਜਿਆ, ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਜਾਂ ਉਹਨਾਂ ਨੂੰ ਵਧੀਆ ਰਾਜ ਜਾਂ ਵਧੀਆ ਜ਼ਿੰਦਗੀ, ਵਧੀਆ ਸਹੂਲਤਾਂ ਅਸੀਂ ਕਿਵੇਂ ਪ੍ਰਦਾਨ ਕਰ ਸਕਦੇ ਹਾਂ। ਅਗਰ ਚੁਣੇ ਹੋਏ ਲੋਕ ਆਪਦੇ ਆਪ ਨੂੰ ਡਿਕਟੇਟਰ ਸਮਝ ਕੇ ਇਹ ਸਮਝਣ ਬਈ ਅਸੀਂ ਇੱਕ ਵਾਰੀ ਗੱਦੀ ਤੇ ਆ ਗਏ ਤੇ ਇਹ ਤੋਂ ਬਾਅਦ ਤੁਹਾਡਾ ਡਿਸਕਨੈਕਟ ਹੋ ਗਿਆ ਰਣਜੀਤ ਸਿੰਘ ਜੀ। ਸਵਾਮੀਨਾਥਨ ਰਿਪੋਰਟ ਵੀ ਉਹਨਾਂ ਨੇ ਦਿੱਲੀ ਦੇ ਵਿੱਚ ਲਾਗੂ ਕਰ ਕਰੀ। ਨਹੀਂ ਸਕਦਾ। ਹਾਂਜੀ, ਕੱਟਿਆ ਗਿਆ ਸੀ ਥੋੜਾ ਜਿਹਾ। ਮੈਂ ਕਿਹਾ ਸਵਾਮੀਨਾਥਨ ਰਿਪੋਰਟ ਵੀ ਦਿੱਲੀ ਦੇ ਵਿੱਚ ਉਹਨਾਂ ਨੇ ਲਾਗੂ ਕਰੀ ਆ ਪਹਿਲੀ। ਹਾਂ ਬਿਲਕੁਲ ਮੈਂ ਇਸੇ ਗੱਲ ਤੇ ਆਉਂਦਾ ਸੀਗਾ ਬਈ ਜਿਵੇਂ MSP ਦੇ ਵਿੱਚੋਂ ਹੀ ਸਵਾਮੀਨਾਥਨ ਰਿਪੋਰਟ ਦਾ ਜਿਹੜਾ ਮੁੱਦਾ ਇਹਦੇ ਨਾਲ ਜੁੜਦਾ ਵਾ। ਸਵਾਮੀਨਾਥਨ ਰਿਪੋਰਟ ਦੇ ਵਿੱਚ ਵੀ ਇਹੀ ਕਿਹਾ ਸੀਗਾ ਵੀ ਉਹਦੀ ਲਾਗਤ ਖੇਤੀ ਦੀ ਜਾਂ ਜਿਹੜੇ ਉਹਦੇ ਘਰ ਦੇ ਪਰਿਵਾਰ ਦੇ ਮੈਂਬਰ ਜਾਂ ਹੋਰ ਜੋ ਉਹਦੇ ਤੇ ਲਾਗਤ ਆਉਂਦੀ ਆ ਉਹਦਾ ਟੋਟਲ ਦਾ 1.5 ਗੁਣਾ ਦਾ ਕਮ ਸੇ ਕਮ ਇਹਨੂੰ ਕਿਸਾਨ ਨੂੰ ਮਿਲਣਾ ਚਾਹੀਦਾ। ਉਹ ਮਿਲਣਾ ਵੀ ਚਾਹੀਦਾ। ਕਿਉਂ ਮਿਲਣਾ ਚਾਹੀਦਾ? ਇੱਕ ਵਪਾਰੀ ਹੈ, ਕਾਰਪੋਰੇਟ ਘਰਾਣਾ ਵਾ, ਉਹ ਵੀ ਇਹ ਚੀਜ਼ ਵੇਖਦਾ ਵੀ ਮੈਂ ਕਣਕ 4000 ਜਾਂ 2000 ਆਪਣੇ ਕੁਆਂਟਲ ਨੂੰ ਲਈ ਹੈ ਤੇ ਉਹ ਉਹਦੇ ਤੇ ਦੇਖਦਾ ਵੀ ਮੈਂ ਇਹਦੀ ਢੋਆਈ ਕਿੰਨੀ ਹੈ, ਮੈਂ ਸਟੋਰੇਜ ਤੇ ਕਿੰਨਾ ਖਰਚ ਆਇਆ ਤੇ ਮੇਰਾ ਟੋਟਲ ਖਰਚ ਤੋਂ ਬਾਅਦ ਇਹਦਾ ਮੁੱਲ ਮੈਂ ਕਿੰਨਾ ਰੱਖਾਂ। ਉਹ ਵੀ ਆਪਦੀ MSP ਦੇਖ ਕੇ ਉਹਦੇ ਤੇ ਜਿਹੜੀ ਉਹਦੀ ਕੀਮਤ ਨਿਰਧਾਰਿਤ ਕਰਦਾ ਨਾ। ਔਰ ਨਾ ਕਣਕ ਛੱਡ ਕੇ ਉਹ ਕਾਰਪੋਰੇਟ ਘਰਾਣੇ ਕੋਲ ਤਾਂ ਸਾਰਾ ਕੁਛ ਹੀ ਆ। ਹੁਣ ਅਡਾਨੀ ਹੁਣੀ ਆਟਾ ਵੀ ਬਣਾਈ ਜਾ ਰਹੇ ਆ, ਹੋਰ ਵੀ ਸਾਰੇ ਪ੍ਰੋਡਕਟ ਆ ਰਹੇ ਆ, ਇਹਨਾਂ ਦੇ ਤੇਲ ਆ ਰਹੇ ਆ, ਅੰਬਾਨੀ ਦਾ ਕਿੰਨਾ ਕੁਛ ਉਹਨਾਂ ਦੀਆਂ ਮੱਲਾਂ ਦੇ ਵਿੱਚ ਪਿਆ ਵਾ। ਕੀ ਉਹ ਆਪਦੀ MSP ਦਾ ਖਿਆਲ ਨਹੀਂ ਰੱਖਦੇ? ਅਗਰ ਉਹ ਆਪਦੀ MSP ਦਾ ਖਿਆਲ ਰੱਖਦੇ ਨੇ ਤਾਂ ਕਿਸਾਨ ਜਿਹਦੇ ਕੋਲੇ ਸਿਰਫ ਇੱਕੋ ਇੱਕ ਜੌਬ ਹੈ, ਉਹਦੇ ਤੋਂ ਆਪਦਾ ਪਰਿਵਾਰ ਪਾਲਦਾ, ਕਿ ਉਹਨੂੰ MSP ਬਾਰੇ ਗੱਲ ਕਰਦਾ ਹੱਕ ਨਹੀਂ ਜਾਂ ਉਹਨੂੰ MSP ਲੈਣ ਦਾ ਹੱਕ ਨਹੀਂਗਾ। ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ ਜੀ। ਤੁਹਾਡਾ ਸੋਈ ਸਾਹਿਬ ਤੁਹਾਡੀ ਕੁਐਸਚਨ ਜਿਹੜਾ ਤੁਸੀਂ ਕਰਿਆ ਉਹਨਾਂ ਨੂੰ ਆਨਸਰ ਕਰਨ ਵੀ ਜਿਹੜੀ ਇੱਕੋ ਇੱਕ ਜ਼ਿਮੀਂਦਾਰ ਆ ਜਿਹੜਾ ਆਪ ਦੀ ਫਸਲ ਆ ਜਿਹੜੀ ਉਹ ਰੀਟੇਲ ਦੇ ਵਿੱਚ ਵੇਚਦਾ, ਇਹ ਛੱਟ ਕੇ ਆਉਂਦਾ ਜੱਟ ਨੂੰ। ਕਹਿੰਦਾ ਜੱਟ ਜਦੋਂ ਫਸਲ ਉਹਦੀ ਹੋ ਜਾਂਦੀ ਆ ਉਹ ਕਹਿੰਦਾ ਜੀ ਮੈਂ ਮੰਡੀ ਸੱਟਣ ਚੱਲਿਆ। ਬਿਲਕੁਲ ਕੇ ਆਉਂਦਾ ਇਹਦੀ ਵੀ ਕਦੇ ਵੀ ਜਿਹੜੀ ਆ ਉਹ ਉੱਥੇ ਅਗਲੇ ਦੀ ਮਰਜ਼ੀ ਆ ਵੀ ਉਹਨੇ ਕਿੰਨੇ ਨੂੰ ਲੈਣੀ ਆ ਨਹੀਂ ਲੈਣੀ, ਇਹਨੇ ਲਿਜਾ ਕੇ ਸਿੱਟ ਦੇਣੀ ਆ। ਤੇ ਦੱਸਦੀ ਆ ਵੀ ਇਹਦਾ ਜਿਹੜਾ ਸਿਸਟਮ ਆ ਸਿੱਟਣ ਦਾ ਸਿਰਫ ਇਹ ਰੀਟੇਲ ਦੇ ਵਿੱਚ ਵੇਚਦਾ ਆਪਦੀ ਚੀਜ਼, ਤੇ ਹਰ ਚੀਜ਼ ਜਿਹੜੀ ਇਹਨੇ ਖਰੀਦਣੀ ਹੈ ਇਹਨੂੰ ਹੋਲਸੇਲ ਦੇ ਹੋਲਸੇਲ 'ਚ ਸਿੱਟ ਕੇ ਆਉਣੀ ਪੈਂਦੀ ਆ, ਸਿੱਟਣੀ ਪੈਂਦੀ ਆ। ਇਹਨੇ ਹਰ ਚੀਜ਼ ਉੱਥੋਂ ਰੀਟੇਲ 'ਚ ਉਹਦੀ ਛੋਟੀ ਦੇ ਵਿੱਚ ਖਰੀਦਣੀ ਆ। ਇਹਦੀ ਮਰਜ਼ੀ ਨਹੀਂ ਗੀ ਜਿਹੜੀ ਚੀਜ਼ ਇਹ ਖਰੀਦਣ ਜਾਂਦਾ ਉੱਥੇ ਭਾਅ ਲੱਗਿਆ ਹੋਇਆ, ਅਗਲੇ ਦੀ ਮਰਜ਼ੀ ਆ ਵੀ ਇਹਨੂੰ ਕਿਹੜੇ ਭਾਅ ਦੇਣੀ ਆ। ਇਹਦੀ ਉਹ ਦਾਲ ਲੈ ਕੇ, ਇਹਦੀਆਂ ਸਾਰੀਆਂ ਚੀਜ਼ਾਂ ਲੈ ਕੇ, ਇਹਦਾ ਆਟਾ ਲੈ ਕੇ ਤੇ ਇਹਨੂੰ ਹੀ ਫਿਰ ਵੇਚਿਆ ਜਾਂਦਾ ਤੇ ਇਹ ਸਾਰੀਆਂ ਚੀਜ਼ਾਂ ਪੈਦਾ ਇਹ ਕਰਦਾ ਤੇ ਇਹਨੂੰ ਖਰੀਦਣੀਆਂ ਪੈਂਦੀਆਂ ਜਿਹੜੀ ਅਗਲੇ ਦੀ ਮਨਮਰਜ਼ੀ ਦੇ ਭਾਅ ਤੇ। ਹਾਂਜੀ ਸੋਹੀ ਸਾਹਿਬ, ਰਣਜੀਤ ਸਿੰਘ ਗਿੱਲ ਦਾ ਕੁਐਸਚਨ ਸੀਗਾ ਤੁਹਾਡੇ ਬਾਰੇ।
ਹਾਂਜੀ ਪਟਲ ਸਾਹਿਬ, ਇਹ ਚ ਨਾ ਦੋ ਤਿੰਨ ਗੱਲਾਂ ਮੈਂ ਦੇਖਿਆ ਇਕੱਠੀਆਂ ਹੋ ਗਈਆਂ। ਇੱਕ ਤਾਂ ਚਲੋ ਵੀ ਚੋਣ ਮੈਨੀਫੈਸਟੋ ਦਾ ਕਾਨੂੰਨੀ ਰੂਪ ਦੇਣਾ, ਉਹਨੂੰ ਲਾਗੂ ਕਰਾਉਣਾ, ਇਹ ਗੱਲ ਇਹਦੇ ਚ ਆ ਗਈ ਹੈ। ਦੂਜੀ ਗੱਲ ਆ ਗਈ ਤੁਹਾਡੀਆਂ ਕਿ ਵੀ ਜਿਹੜੇ ਰੇਟਸ ਵਗੈਰਾ ਜਿਵੇਂ ਫਿਕਸ ਹੁੰਦੇ ਆ, ਇਹਦੇ ਫਾਰਮੂਲੇ, ਸੁਬਰਾਮਨੀਅਮ ਸਵਾਮੀ ਦੀ। ਤੀਜੀ ਗੱਲ ਕਿ ਕੇਜਰੀਵਾਲ ਬਹੁਤ ਕੁਝ ਫ੍ਰੀ ਦੇ ਰਿਹਾ, ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਵਗੈਰਾ ਕਿਉਂ ਨਹੀਂ ਕਰਦੇ। ਇਹ ਸਾਰੀਆਂ ਗੱਲਾਂ ਤੇ ਮੈਂ ਥੋੜੀ ਥੋੜੀ ਗੱਲ ਕਰਾਂਗਾ। ਇੱਕ ਤਾਂ ਇਹ ਕਿ ਜਿਹੜੀਆਂ ਨਵਾਂ ਮਾਡਲ ਆ ਨਾ, ਮੈਂ ਦੇਖਿਆ ਜਿਹੜੇ ਅਸ਼ੋਕ ਗੁਲਾਟੀ ਨਵੇਂ ਮੈਂਬਰ ਬਣਾਏ ਨੇ ਪੈਨਲ ਦੇ ਵਿੱਚ ਸੁਪਰੀਮ ਕੋਰਟ ਨੇ, ਉਹਨਾਂ ਨੇ ਹੀ ਗਾਈਡ ਕੀਤਾ ਸੀ। ਇਹ 3 ਕਾਨੂੰਨ ਜੋ ਬਣੇ ਨੇ, ਉਹਦੇ ਪਿੱਛੇ ਉਹਨਾਂ ਦੀ ਕਾਫੀ ਆਊਟਪੁੱਟ ਉਹਨਾਂ ਨੇ ਦਿੱਤੀ ਸੀ ਇਹਨਾਂ ਕਾਨੂੰਨਾਂ ਦੇ ਵਿੱਚ, ਕਿਉਂਕਿ ਉਹ ਐਗਰੀਕਲਚਰ ਦੇ ਪ੍ਰੋਫੈਸਰ ਨੇ ਤੇ ਉਹ ਮੈਂਬਰ ਨੇ ਉੱਪਰਲੀਆਂ ਕਮੇਟੀਆਂ ਦੇ ਵਿੱਚ ਖਾਸ ਤੌਰ ਤੇ। ਉਹਦੀ ਮੈਂ ਗੱਲ ਕਰਨਾ ਚਾਹੂੰਗਾ ਕਿ ਅੱਜ ਕੱਲ ਜਿਹੜਾ ਪਿਛਲੀ ਵਾਰੀ ਇਕਨੋਮਿਕਸ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ, ਉਹ ਬੰਦਾ ਅਮਰੀਕਾ 'ਚ ਰਹਿੰਦਾ, ਚਲੋ ਪੱਛਮੀ ਬੰਗਾਲ ਦਾ ਬੰਦਾ ਸੀ ਉਹ, ਹਨਾ। ਹਾਂਜੀ ਉਹਨਾਂ ਨੇ ਇੱਕ ਨਵਾਂ ਫਾਰਮੂਲਾ ਦਿੱਤਾ ਸੀ ਕਿ ਜਿਹੜੀਆਂ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ, ਫ੍ਰੀ ਬੀਜ, ਅਸੀਂ ਕਹਿੰਦੇ ਹਾਂ ਕਿਸਾਨਾਂ ਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ ਜੀ, ਉਹਨਾਂ ਨੂੰ ਫਰਟੀਲਾਈਜ਼ਰ ਤੇ ਸਬਸਿਡੀ ਦਿੱਤੀ ਜਾਂਦੀ ਹੈ, ਜਾਂ ਕੁਝ ਹੋਰ ਲੋਕਾਂ ਨੂੰ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ। ਉਹਨਾਂ ਨੇ ਫਾਰਮੂਲਾ ਦਿੱਤਾ ਕਿ ਜੇ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ, ਇਹ ਤਾਂ ਸਗੋਂ ਚੰਗੀ ਗੱਲ ਹੈ, ਕੈਪੀਟਲਿਸਟ ਡੈਮੋਕ੍ਰੇਸੀ ਲਈ ਵੀ ਚੰਗੀ ਗੱਲ ਹੈ ਇਹ, ਕਿ ਜੇ ਕਿਸੇ ਕਿਸਾਨ ਦੀ ਜੇਬ ਦੇ ਵਿੱਚ ਤੁਸੀਂ ਪੈਸੇ ਪਾ ਦਿੰਦੇ ਹੋ ਕਿ ਤੈਨੂੰ ਫਰਟੀਲਾਈਜ਼ਰ ਚੋਂ ਇੰਨੇ ਬਚੇ, ਤੇਰੇ ਬਿਜਲੀ ਦੇ ਬਿੱਲ ਚੋਂ ਇੰਨੇ ਬਚੇ, ਮੰਨ ਲਓ 5000 10,000 20,000 ਉਹਨੂੰ ਫਾਇਦਾ ਹੋ ਜਾਂਦਾ ਹੈ, ਉਹਦੀ ਜੇਬ 'ਚ ਜਾਂਦਾ ਹੈ। ਉਹ ਪੈਸੇ ਲੈ ਕੇ ਆਪਣੀ ਮਾਰਕੀਟ 'ਚ ਜਾਊਗਾ ਨਾ, ਬਾਜ਼ਾਰ 'ਚ ਜਾਊਗਾ। ਜੇ ਬਾਜ਼ਾਰ 'ਚ ਜਾਊਗਾ ਤਾਂ ਚੀਜ਼ਾਂ ਖਰੀਦੂਗਾ ਤਾਂ ਇੰਡਸਟਰੀਅਲ ਪ੍ਰੋਡਕਸ਼ਨ ਵਧੂਗੀ, ਇਕਨੋਮੀ ਦੇ ਵਿੱਚ ਸਰਕੂਲੇਸ਼ਨ ਵਧੂਗੀ। ਇਸ ਲਈ ਉਹ ਫਾਰਮੂਲਾ ਜਿਹੜਾ ਪੁਰਾਣਾ, ਜਿਹੜਾ ਇੰਡੀਆ ਹੁਣ ਲਾਗੂ ਕਰਨ ਲੱਗਿਆ ਫਾਰਮੂਲੇ, ਕਿ ਸਬਸਿਡੀਆਂ ਖਤਮ ਕਰ ਦਿਓ, MSP ਖਤਮ ਕਰ ਦਿਓ, ਆਹ ਚੀਜ਼ਾਂ ਖਤਮ ਕਰ ਦਿਓ, ਇਹ ਫੇਲ ਹੋ ਚੁੱਕੇ ਫਾਰਮੂਲੇ ਨੇ। ਨਵਾਂ ਫਾਰਮੂਲਾ ਤਾਂ ਸਗੋਂ ਇਹ ਹੈ ਕਿ ਵੱਧ ਤੋਂ ਵੱਧ ਸਬਸਿਡੀਆਂ ਦਿਓ, ਲੋਕਾਂ ਦੀ ਜੇਬ 'ਚ ਪੈਸਾ ਪਾਓ, ਮਾਰਕੀਟ 'ਚ ਜਾਣਗੇ ਤਾਂ ਇਕਨੋਮੀ ਸਰਕੂਲੇਸ਼ਨ 'ਚ ਆਊਗੀ, ਅੱਗੇ ਚੱਲੂਗੀ। ਇਸ ਲਈ ਜੇ ਉੱਥੇ ਦਿੱਲੀ ਦੇ ਵਿੱਚ ਕੇਜਰੀਵਾਲ ਕੁਝ ਫ੍ਰੀ ਦੇ ਰਿਹਾ ਹੈ, ਮੈਡੀਕਲ ਸਹੂਲਤਾਂ ਦੇ ਰਿਹਾ, ਬਿਜਲੀ ਦੇ ਵਿੱਚ ਕਟੌਤੀਆਂ ਲਾ ਰਿਹਾ, ਪਾਣੀ ਚਲਾ ਰਿਹਾ, ਇੱਕ ਚੰਗੀ ਗੱਲ ਹੈ। ਜਿੱਥੋਂ ਤੱਕ ਪ੍ਰਬੰਧ ਦਾ ਸੰਬੰਧ ਹੈ, ਕੇਜਰੀਵਾਲ ਇਸ ਵੇਲੇ ਬਾਕੀ ਦੇ ਮੁੱਖ ਮੰਤਰੀਆਂ ਦੇ ਮੁਕਾਬਲੇ ਤੇ ਦਿੱਲੀ ਨੂੰ ਬਹੁਤ ਵਧੀਆ ਪ੍ਰਬੰਧ ਦੇ ਰਿਹਾ ਹੈ। ਪਰ ਜਿੱਥੋਂ ਤੱਕ ਪਹਿਲਾਂ ਗੁਰਿੰਦਰ ਗਿੱਲ ਨੇ ਗੱਲ ਕੀਤੀ ਸੀ ਇੱਕ, ਕਿ ਇੰਡੀਆ ਦੇ ਵਿੱਚ ਜਿਹੜੀਆਂ ਪ੍ਰਾਇਮਰੀਜ਼ ਨੇ ਉਹ ਨਹੀਂ ਹੁੰਦੀਆਂ, ਭਾਵ ਛੋਟੇ ਪੱਧਰ ਤੇ ਜਦੋਂ MLA ਜਾਂ MP ਦੀ ਟਿਕਟ ਦੇਣੀ ਹੈ, ਉਹ ਟਿਕਟ ਦੇਣ ਵਾਲੇ ਥੱਲੇ ਵਾਲੇ ਲੋਕਾਂ ਨੂੰ ਨਹੀਂ ਪੁੱਛਿਆ ਜਾਂਦਾ ਕਿ ਟਿਕਟ ਕਿਹਨੂੰ ਦੇਣੀ ਹੈ, ਉੱਪਰੋਂ ਥਾਪੀ ਜਾਂਦੀ ਹੈ ਕਿ ਫਲਾਣਾ ਬੰਦਾ ਤੁਹਾਨੂੰ ਟਿਕਟ ਦੇ ਕੇ ਭੇਜ ਦਿੱਤਾ। ਉਹ ਇੱਕ ਪੋਲੀਟੀਕਲ ਡੈਮੋਕ੍ਰੇਸੀ ਦਾ ਪੱਖ ਹੈ ਜਿਹੜਾ ਕਿ ਹੋਣਾ ਚਾਹੀਦਾ ਹੈ, ਪਰ ਉੱਥੇ ਹੈ ਨਹੀਂ। ਉੱਥੇ ਕਾਨੂੰਨਾਂ ਦਾ ਵੀ ਪੱਖ ਨਹੀਂ ਹੈ। ਹੁਣ ਅਮਰੀਕਾ ਦੇ ਵਿੱਚ ਮੈਂ ਕੱਲ ਹੀ ਦੇਖਦਾ ਸੀ ਕਿ ਨਾਰਥ ਡਕੋਟਾ ਦੇ ਵਿੱਚ ਇੱਕ ਕਾਨੂੰਨ ਬਣਾ ਰਹੇ ਸੀ ਕਿ ਜਿਹੜੀਆਂ ਕਾਰਪੋਰੇਸ਼ਨ ਨੇ ਉਹ ਰੈਂਚ ਜਾਂ ਜ਼ਮੀਨਾਂ ਵਗੈਰਾ ਤੇ ਕੰਟਰੋਲ ਕਰਨ ਦੇ ਲਈ ਕਾਨੂੰਨ ਬਣਨ ਲੱਗਿਆ ਸੀ। ਲੋਕਾਂ ਨੇ ਇੱਕਦਮ ਜਦੋਂ, ਪਰ ਅਮਰੀਕਾ ਦੀ ਇਹ ਵੀ ਪਾਲਿਸੀ ਹੈ ਨਾ, ਜੇ ਕੋਈ ਵੱਡਾ ਕਾਨੂੰਨ ਬਣਾਉਣਾ ਹੋਵੇ, ਜਦੋਂ ਵੋਟਾਂ ਪੈਂਦੀਆਂ ਨੇ ਉਹਦੇ 'ਚ ਲੋਕਾਂ ਦੀ ਰਾਏ ਪੁੱਛਦੇ ਆ ਕਿ ਅਸੀਂ ਆਹ ਕਾਨੂੰਨ ਬਣਾਉਣਾ, ਤੁਸੀਂ ਇਹਦੇ ਹੱਕ 'ਚੋਂ ਜਾਂ ਵਿਰੋਧ ਦੇ ਵਿੱਚੋਂ। ਉਹ ਲੋਕ ਵੋਟਾਂ ਪੈਣ ਵੇਲੇ ਉਹਦੀ ਆਪਦੀ ਰਾਏ ਦੇ ਦਿੰਦੇ ਆ, ਫਿਰ ਉਹ ਕਾਨੂੰਨ ਬਣਦਾ, ਉਹਦੇ ਆਧਾਰ ਤੇ ਨਹੀਂ ਵੀ ਬਣਦਾ, ਰੀਕਾਲ ਵੀ ਹੋ ਜਾਂਦੇ ਨੇ ਕਾਨੂੰਨ। ਪਰ ਇੰਡੀਆ 'ਚ ਇਹ ਨਹੀਂ ਪੁੱਛਿਆ ਜਾਂਦਾ। ਇੰਡੀਆ 'ਚ ਜਦੋਂ ਤਾਂ ਇਲੈਕਸ਼ਨ ਲੜਨੀ ਹੁੰਦੀ ਹੈ, ਉਦੋਂ ਚੋਣ ਮੈਨੀਫੈਸਟੋ ਸਾਹਮਣੇ ਦਿਖਾ ਕੇ ਕਿ ਦੇਖੋ ਅਸੀਂ ਆਹ ਕਰਾਂਗੇ, ਬਾਅਦ ਦੇ ਵਿੱਚ ਕਹਿ ਦਿੰਦਾ ਉਹ ਤਾਂ ਜੁਮਲਾ ਸੀ ਜੀ, ਅਸੀਂ ਤਾਂ ਐਵੇਂ ਹੀ ਕਿਹਾ ਸੀ। ਜਦੋਂ ਸਰਕਾਰ ਬਣ ਜਾਂਦੀ ਹੈ, ਮੁੜ ਕੇ ਲੋਕਾਂ ਨੂੰ ਨਹੀਂ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹੜਾ ਕਾਨੂੰਨ ਚਾਹੀਦਾ। ਫਿਰ ਮੁੜ ਕੇ ਕਾਰਪੋਰੇਟ ਵਰਲਡ ਵਾਲੇ ਆਉਂਦੇ ਆ, ਉਹ ਕਹਿੰਦੇ ਨੇ ਕਿ ਜੀ ਸਾਨੂੰ ਫਲਾਣਾ ਕਾਨੂੰਨ ਬਣਾ ਕੇ ਦਿਓ। ਉਹ ਕਿਉਂਕਿ ਪੈਸਾ ਉਹਨਾਂ ਨੇ ਲਾਇਆ ਹੁੰਦਾ, ਲੋਕਾਂ ਨੂੰ ਚੱਕਾ ਚੌਂਧ ਉਹਨਾਂ ਨੇ ਕੀਤਾ ਹੁੰਦਾ, ਫਿਰ ਉਹ ਕਾਨੂੰਨ ਬਣਦਾ ਹੈ, ਲੋਕਾਂ ਦੇ ਹਿਸਾਬ ਨਾਲ ਨਹੀਂ ਬਣਦਾ। ਇਸ ਕਰਕੇ ਜਿਹੜੀਆਂ ਡਿਵੈਲਪਿੰਗ ਕੰਟਰੀ ਦੀਆਂ ਡੈਮੋਕ੍ਰੇਸੀਜ਼ ਨੇ, ਇਹ ਹਲੇ ਵਿਕਾਸ ਕਰ ਰਹੇ ਦੇਸ਼ ਨੇ, ਇਹਨਾਂ ਨੂੰ ਹਲੇ ਬਹੁਤ ਅੱਗੇ ਸੋਚਣਾ ਪਊਗਾ। ਹੁਣ ਕਿਸਾਨਾਂ ਵਾਲੇ ਕਾਨੂੰਨਾਂ 'ਚ ਦੇਖੋ ਕਿ ਇਹਦੀ 'ਚ ਐਮਰਜੈਂਸੀ ਨਹੀਂ ਸੀ ਕੋਈ, ਆਰਡੀਨੈਂਸ ਲਿਆਂਦੇ ਗਏ ਜੂਨ ਦੇ ਵਿੱਚ। ਜੂਨ 'ਚ ਆਰਡੀਨੈਂਸ ਉਸ ਟਾਈਮ ਤੇ ਲਿਆਂਦੇ ਗਏ ਜਦੋਂ ਕਿ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਕਾਰਨ ਪੂਰਾ ਲਾਕਡਾਊਨ ਹੋਇਆ ਸੀ। ਇਹਨਾਂ ਕਾਨੂੰਨਾਂ ਨੂੰ ਲਿਆਉਣ ਦੀ ਐਮਰਜੈਂਸੀ ਕੀ ਸੀ? ਜੇ ਪਿਛਲੇ 70 ਸਾਲਾਂ ਤੋਂ ਜਿਹੜੇ ਕਾਨੂੰਨ ਜੋ ਮਾੜੇ ਸੀ, ਚਲੋ ਅਸੀਂ ਬਦਲਣਾ ਚਾਹੁੰਦੇ ਹਾਂ, ਬਦਲ ਲਓ, ਪਰ ਉਹਨਾਂ ਕਾਨੂੰਨਾਂ ਦਾ ਇੱਕ ਪ੍ਰੋਸੀਜਰ ਹੁੰਦਾ। ਜਦੋਂ ਵੀ ਸੰਵਿਧਾਨ ਇਹ ਕਹਿੰਦਾ ਹੈ ਕਿ ਜੇ ਇੰਡੀਆ 'ਚ ਕੋਈ ਕਾਨੂੰਨ ਬਣਾਉਣਾ ਹੈ ਤਾਂ ਪਹਿਲਾਂ ਉਹਦੇ ਸੰਬੰਧੀ ਇੱਕ ਖਰੜਾ ਤਿਆਰ ਕਰੋ। ਖਰੜਾ ਜਿਹੜਾ ਡਿਪਾਰਟਮੈਂਟ ਤਿਆਰ ਕਰਦਾ, ਉਹਦੇ ਨਾਲ ਸੰਬੰਧਿਤ ਸਾਰੇ ਜਿੰਨੇ ਲੋਕ ਹੁੰਦੇ ਨੇ, ਸਟੇਕ ਹੋਲਡਰ ਨੇ, ਉਹਨਾਂ ਤੋਂ ਪੁੱਛ-ਗਿੱਛ ਕੀਤੀ ਜਾਂਦੀ ਹੈ, ਭਾਈ ਅਸੀਂ ਆਹ ਖਰੜਾ ਤਿਆਰ ਕਰਨ ਲੱਗੇ ਹਾਂ, ਤੁਸੀਂ ਆਪਣੇ ਇਹਦੇ ਵਿੱਚ ਕੰਸਰਨ ਦੱਸੋ ਕੀ ਨੇ। ਫਿਰ ਉਹ ਖਰੜਾ ਸੰਸਦ 'ਚ ਪੇਸ਼ ਕੀਤਾ ਜਾਂਦਾ ਇੱਕ ਸਦਨ ਦੇ ਵਿੱਚ। ਉਦੋਂ ਬਾਅਦ ਉਹ ਇੱਕ ਕਮੇਟੀ ਨੂੰ ਭੇਜਿਆ ਜਾਂਦਾ, ਸਿਲੈਕਟ ਕਮੇਟੀ ਨੂੰ ਜਾਂ ਕੋਈ ਸਪੈਸ਼ਲ ਕਮੇਟੀ ਨੂੰ। ਉਹ ਕਮੇਟੀ ਦੇ ਮੈਂਬਰ ਨੇ ਜਿਹੜੇ, ਫਿਰ ਉਹ ਸਾਰੇ ਸਟੇਕ ਹੋਲਡਰ ਨੂੰ ਮਿਲਦੇ ਨੇ। ਉਹ ਕੰਮ ਜਿਹੜੀ ਹੁਣ ਅੱਜ ਕਹਿੰਦੀ ਸੀ ਸੁਪਰੀਮ ਕੋਰਟ ਵਾਲੀ ਕਮੇਟੀ ਨੇ, ਅੱਜ ਦੀ ਮੀਟਿੰਗ ਹੋਈ, ਉਹ ਕੱਲ ਮੀਟਿੰਗ ਦੇ ਵਿੱਚ ਉਹ ਕਹਿੰਦੇ ਅਸੀਂ ਜੀ ਸਾਰਿਆਂ ਨੂੰ ਮਿਲਾਂਗੇ।
ਸਾਰੀਆਂ ਸਟੇਟਸ ਨੂੰ ਵੀ ਮਿਲਾਂਗੇ, ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਮਿਲਾਂਗੇ, ਅਸੀਂ ਵੈਬਸਾਈਟ ਵੀ ਬਣਾਵਾਂਗੇ, ਸਾਰਿਆਂ ਦੀ ਰਾਏ ਲਵਾਂਗੇ, ਫਿਰ ਆਪਣੀ ਰਾਏ ਸੁਪਰੀਮ ਕੋਰਟ ਨੂੰ ਦੇਵਾਂਗੇ। ਉਹ ਸੁਪਰੀਮ ਕੋਰਟ ਦਾ ਕੰਮ ਫੈਸਲੇ ਕਰਨਾ ਹੈ, ਨਾ ਕਿ ਕਾਨੂੰਨ ਬਣਾਉਣਾ ਹੈ। ਕਾਨੂੰਨ ਬਣਾਉਣ ਦਾ ਕੰਮ ਪਾਰਲੀਮੈਂਟ ਦਾ ਹੈ। ਜਦੋਂ ਪਾਰਲੀਮੈਂਟ 'ਚ ਕਾਨੂੰਨ ਬਣਦੇ ਨੇ ਉਦੋਂ ਪਹਿਲਾਂ ਇਹ ਕਮੇਟੀਆਂ ਬਣਦੀਆਂ ਨੇ, ਉਹ ਕਮੇਟੀਆਂ ਡਿਸਕਸ਼ਨ ਕਰਦੀਆਂ ਨੇ, ਲੋਕਾਂ ਨੂੰ ਪੁੱਛਦੀਆਂ ਨੇ ਕਿ ਦੱਸੋ ਭਾਈ ਕਿ ਅਸੀਂ ਆਹ ਕਾਨੂੰਨ ਬਣਾਉਣ ਲੱਗਿਆ, ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਣਾ ਇਹਦੇ ਨਾਲ। ਉਦੋਂ ਤਾਂ ਕਿਸੇ ਨੇ ਪੁੱਛਿਆ ਨਹੀਂ। ਫਿਰ ਪਾਰਲੀਮੈਂਟ 'ਚ ਬਹਿਸ ਕੋਈ ਨਹੀਂ ਹੋਈ, ਲੋਕ ਸਭਾ 'ਚ 2 ਦਿਨਾਂ 'ਚ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਵੋਟਾਂ ਹੀ ਨਹੀਂ ਪਵਾਈਆਂ ਗਈਆਂ, ਉੱਥੋਂ ਵੀ ਇੱਕਦਮ ਉਹਨਾਂ ਨੇ ਜਵਾਨੀ ਵੋਟ ਨਾਲ ਪਾਸ ਕਰਾਤਾ। ਠੀਕ ਆ, ਕਰਾ ਸਕਦੇ ਸੀ, ਵੋਟਾਂ ਪੈ ਜਾਂਦੀਆਂ, ਜਿੱਤ ਸਕਦੇ ਸੀ, ਪਰ ਇੰਨੀ ਕਾਹਲ ਜਿਹੜੀ ਕੀਤੀ ਗਈ, ਇਹ ਬਿਲਕੁਲ ਗੈਰ ਲੋਕਤੰਤਰੀ ਢੰਗ ਸੀ। ਜਿਸ ਢੰਗ ਦੇ ਨਾਲ ਇਹ ਕਾਨੂੰਨ ਪਾਸ ਕੀਤੇ ਗਏ, ਇੰਨੀ ਐਮਰਜੈਂਸੀ ਨਹੀਂ ਸੀ। ਸੋ ਇਹਨਾਂ ਗੱਲਾਂ ਨੂੰ ਜੇ ਸੁਧਾਰਨਾ ਹੋਵੇ, ਇਹ ਬਹੁਤ ਔਖਾ ਕੰਮ ਹੈ। ਚੋਣ ਮੈਨੀਫੈਸਟੋ ਦੇ ਨੂੰ ਇੱਕ ਕਾਨੂੰਨ ਦੇ ਰੂਪ ਚ ਲਾਗੂ ਕਰਨਾ, ਉਹਦੇ ਲਈ ਵੀ ਕਾਨੂੰਨ ਪਾਸ ਕਰਨਾ ਪਊਗਾ। ਕਾਨੂੰਨ ਪਾਰਲੀਮੈਂਟ ਨੇ ਪਾਸ ਕਰਨਾ। ਪਾਰਲੀਮੈਂਟ ਦੇ ਸੈਸ਼ਨ ਨੇ ਜਿਹੜੇ, ਉਹ ਤਾਂ ਹੁੰਦੇ ਹੀ ਬੜੇ ਥੋੜੇ ਸਮੇਂ ਲਈ ਨੇ। ਜਿਵੇਂ ਗੁਰਿੰਦਰ ਗਿੱਲ ਨੇ ਕਿਹਾ ਸੀ ਕਿ 20 ਕਾਨੂੰਨ ਮਜ਼ਦੂਰਾਂ ਨਾਲ ਸੰਬੰਧਿਤ 20 ਮਿੰਟਾਂ 'ਚ ਪਾਸ ਹੋ ਗਏ। ਕੋਈ ਡਿਸਕਸ਼ਨ ਤਾਂ ਹੋਈ ਨਹੀਂ ਉਹਨਾਂ ਤੇ। ਇਹਦਾ ਭਾਵ ਹਾਲੇ ਡੈਮੋਕ੍ਰੇਸੀ 'ਚ ਬਹੁਤ ਕਮੀਆਂ ਨੇ, ਜਿੰਨੀਆਂ ਕਹਦੇ ਉਨੀਆਂ ਹੀ ਕਮੀਆਂ ਨੇ। ਇਹਨੂੰ ਮੈਚਿਓਰ ਹੋਣ ਦੇ ਲਈ ਬਹੁਤ ਲੰਬਾ ਸਮਾਂ ਲੱਗੇਗਾ। ਕਾਨੂੰਨ ਆਪਾਂ ਕਹਿੰਦੇ ਕਿ ਚਾਹੀਦਾ, ਪਰ ਉਹ ਚਾਹੀਦਾ ਉਦੋਂ ਲਾਗੂ ਹੋਊਗਾ ਜਦੋਂ ਲੋਕਾਂ ਨੂੰ ਆਪਣੀ ਸ਼ਕਤੀ ਦਾ ਪਤਾ ਲੱਗੂਗਾ ਕਿ ਅਸੀਂ ਕਿੰਨੇ ਪਾਵਰਫੁਲ ਹਾਂ। ਵੋਟ ਪਾਉਣ ਪ੍ਰਤੀ ਸੁਚੇਤ ਹੋਣਗੇ, ਆਪਣੀਆਂ ਜਥੇਬੰਦੀਆਂ, ਆਪਣੇ ਪ੍ਰੈਸ਼ਰ ਗਰੁੱਪ, ਆਪਣੀਆਂ ਪਾਰਟੀਆਂ ਬਣਾਉਣਗੇ। ਈਵਨ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪਸੰਦ ਬਹੁਤ ਕੀਤਾ ਸੀ। ਪਹਿਲਾਂ ਸ਼ੁਰੂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਅਸੀਂ ਲੋਕਾਂ ਨੂੰ ਪੁੱਛ ਕੇ ਟਿਕਟਾਂ ਦਿਆ ਕਰਾਂਗੇ, ਪਰ ਜਦੋਂ ਟਿਕਟਾਂ ਦੇਣ ਦਾ ਮੌਕਾ ਆਇਆ ਪੰਜਾਬ ਜਾਂ ਹੋਰ ਥਾਵਾਂ ਦੇ ਉੱਤੇ, ਉਹਨਾਂ ਨੇ ਵੀ ਠੱਗੀ ਕੀਤੀ ਲੋਕਾਂ ਦੇ ਨਾਲ। ਲੋਕਾਂ ਨੂੰ ਪੁੱਛ ਕੇ ਟਿਕਟਾਂ ਨਹੀਂ ਦਿੱਤੀਆਂ, ਆਪਣੀ ਮਰਜ਼ੀ ਨਾਲ ਉੱਪਰੋਂ ਬੰਦੇ ਥਾਪ ਦਿੱਤੇ, ਹਾਰ ਗਏ ਉਹ। ਤਾਂ ਉਹਨਾਂ ਨੂੰ ਕੁਝ ਸੋਧਾਂ, ਜਿਹੜੀ ਵੀ ਪਾਰਟੀ ਲੋਕਾਂ ਨਾਲ ਜੁੜਨਾ ਚਾਹੂਗੀ, ਉਹਨੂੰ ਬਹੁਤ ਸਾਰੀਆਂ ਲੋਕ ਪੱਖੀ ਗੱਲਾਂ ਲਿਆਉਣੀਆਂ ਪੈਣਗੀਆਂ। ਹਾਂ, ਇਸ ਤਰ੍ਹਾਂ ਦੇ ਜਿਹੜੇ ਸੰਘਰਸ਼ ਨੇ, ਜਿਵੇਂ ਕਿਸਾਨੀ ਸੰਘਰਸ਼ ਚੱਲਦਾ ਹੈ, ਇਹ ਡੈਮੋਕ੍ਰੇਸੀ ਜਿਹਨੂੰ ਮੈਚਿਓਰ ਕਰਦਾ ਹੈ, ਕਿਉਂਕਿ ਇਹ ਲੋਕਾਂ ਨੂੰ ਜਾਗਰੂਕਤਾ ਫੈਲਾ ਰਿਹਾ ਹੈ, ਅਵੇਅਰਨੈਸ ਕ੍ਰੀਏਟ ਕਰ ਰਿਹਾ ਹੈ ਕਿ ਹਾਂ, ਤੁਸੀਂ ਜੇ ਇਕੱਠੇ ਹੋਵੋਗੇ ਤੁਸੀਂ ਕੁਝ ਵੀ ਕਰ ਸਕਦੇ ਹੋ। ਜੇ ਤੁਸੀਂ ਇਕੱਠੇ ਨਹੀਂ ਹੋਵੋਗੇ ਤਾਂ ਉਹ ਕਾਰਪੋਰੇਟ ਵਰਲਡ ਜਿਹੜੇ ਕਿ 1 ਜਾਂ 2% ਨੇ, ਉਹਨਾਂ ਦਾ ਰੂਲ ਚੱਲਦਾ ਰਹੂਗਾ। ਉਸ ਹਿਸਾਬ ਨਾਲ ਤੁਸੀਂ ਅੱਗੇ ਉਹਨਾਂ ਦੇ ਅੱਗੇ ਝੁਕਦੇ ਰਹੋਗੇ। ਹਾਂਜੀ ਭੱਟਲ ਸਾਹਿਬ। ਹਾਂਜੀ, ਇਹ ਜਿੰਨੇ ਲੋਕ ਸੁਚੇਤ ਹੋਣਗੇ ਉਨੇ ਹੀ ਆਪਣੇ ਹੱਕ ਲੈ ਲੈਣਗੇ। ਲੋਕਾਂ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਪੈਣਾ, ਤੇ ਲੋਕਾਂ ਨੂੰ ਜਾਗਰਤੀ ਦੀ ਲੋੜ ਆ, ਜਾਗਣ ਦੀ ਲੋੜ ਆ। ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਸਾਨੂੰ ਲੁੱਟਣ ਵਾਲਾ ਕੌਣ ਆ ਤੇ ਸਾਨੂੰ ਕੁੱਟਣ ਵਾਲਾ ਕੌਣ ਆ ਤੇ ਸਾਡੇ ਫਾਇਦੇ ਦੀ ਗੱਲ ਕਰਨ ਵਾਲਾ ਕੌਣ ਆ। ਇਹ ਲੋਕਾਂ ਨੂੰ ਆਪਣੇ ਸਮਝ ਲਿਆਉਣੀ ਪਊਗੀ। ਦੂਜੀ ਗੱਲ ਜਿਹੜੀ ਤੁਸੀਂ ਸੋਈ ਸਾਹਿਬ ਉਹਦੀ ਕਰੀ ਆ ਗੱਲ, ਜਿਹੜੀ ਉੱਥੇ ਆਪਣਾ ਸਬਸਿਡੀ ਦਿੰਦੇ ਆ, ਉਹ ਸਬਸਿਡੀ ਵੈਸੇ ਅਮਰੀਕਾ ਦੇ ਵਿੱਚ ਹੁਣੇ ਦਿੱਤੀ ਆ ਇਕਨੋਮੀ ਚੱਲਣ ਦੇ ਲਈ। ਦੇਖੋ ਤੁਸੀਂ ਕਰੋਨਾ ਵਾਇਰਸ ਦੇ ਵਿੱਚ ਕੈਨੇਡਾ ਦੇ, ਅਮਰੀਕਾ ਦੇ ਵਿੱਚ ਕਿੱਡੇ ਕਿੱਡੇ ਪੈਕੇਜ ਦਿੱਤੇ ਆ ਘਰੇ ਬੈਠੇ ਬੰਦਿਆਂ ਨੂੰ, ਜਿਨ੍ਹਾਂ ਦੀਆਂ ਜੋਬਾਂ ਛੁੱਟ ਗਈਆਂ, ਕਿੰਨੇ ਪੈਸੇ ਦਿੱਤੇ ਆ। ਤਾਂ ਇਹ ਉਸੇ ਕਰਕੇ ਇਸ ਕੰਟਰੀਆਂ ਦੀਆਂ ਜਿਹੜੀਆਂ ਇਕਨੋਮੀਆਂ ਚੱਲਦੀਆਂ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਾਰਪੋਰੇਟ ਘਰਾਣੇ ਤੇ ਉੱਥੇ ਜਿਹੜਾ ਇਹ ਲੁੱਟ ਘਸੁੱਟ ਇੰਨੀ ਮਚਾਉਣ ਲੱਗੇ ਹੋਏ ਆ ਵੀ ਜਦੋਂ ਲੋਕ ਹੀ ਮਰ ਗਏ, ਭੁੱਖੇ ਮਰ ਗਏ। ਨਿਊਟ੍ਰੀਸ਼ਨਲ ਉੱਥੇ 55% ਬੱਚਿਆਂ ਨੂੰ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੈ, ਉਹਨਾਂ ਨੂੰ ਵਿਚਾਰਿਆਂ ਨੂੰ ਖਾਣ ਨੂੰ ਖਾਣਾ ਨਹੀਂ ਮਿਲਦਾ ਪੂਰਾ। ਤੇ ਉੱਥੇ ਜਦੋਂ ਇਹ ਲੰਗੇ ਆਪਣੇ ਹੋ ਗਏ, ਜਿਹੜੇ ਹੈਂਡੀਕੈਪਡ ਲੋਕ ਪੈਦਾ ਹੋਣ ਲੱਗ ਗਏ, ਹੋਰ ਇਹੋ ਜਿਹੇ ਹੋ ਗਏ, ਤੇ ਉੱਥੇ ਰਾਜ ਕਿਹਦੇ ਤੇ ਕਰਨਗੇ? ਤੇ ਇੰਨਾ ਪਤਾ ਨਹੀਂ ਉਹਨਾਂ ਨੂੰ ਹੰਕਾਰ ਕਾਹਦਾ, ਇੰਨੇ ਪੈਸੇ ਬਣਾ ਕੇ ਉਹਨਾਂ ਨੇ ਕਿੱਥੇ ਲਿਜਾਣੇ? ਜਦੋਂ ਲੋਕ ਹੀ ਨਾ ਰਹੇ ਤੇ ਫਿਰ ਰਾਜ ਕਿਹਦੇ ਤੇ ਕਰਨਗੇ? ਤੇ ਮੈਂ ਸਾਡੇ ਸਰੋਤਿਆਂ ਨੂੰ ਬੇਨਤੀ ਕਰਦਾ ਜੀ, ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ। ਤੇ ਦੂਜਾ, ਆਪਣੇ ਗੁਰਿੰਦਰ ਗਿੱਲ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ? ਹਾਂ ਭੱਟਲ ਸਾਹਿਬ, ਇੱਕ ਜੇ ਲੋਕਾਂ ਨੂੰ ਪੁੱਛ ਲਓ ਤੁਸੀਂ, ਜੇ ਜਿਹੜੇ ਵੀ ਦਰਸ਼ਕ ਆਪਣੇ ਦੇਖ ਰਹੇ ਨੇ ਲਾਈਵ, ਜੇ ਉਹ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਨੇ ਫੇਸਬੁੱਕ ਤੇ ਕੁਐਸਚਨ ਪਾ ਦੇਣ, ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਆਪਾਂ ਡਿਸਕਸ ਕਰ ਸਕਦੇ ਹਾਂ। ਜੇ ਕੋਈ ਕਿਸੇ ਨੂੰ ਕੋਈ ਕੁਐਸਚਨ ਆ, ਬਿਲਕੁਲ ਸਾਨੂੰ ਕੋਈ ਕੁਐਸਚਨ, ਅਮਰਜੀਤ ਜੇ ਕੋਈ ਕੁਐਸਚਨ ਆਵੇ ਤਾਂ ਸਾਨੂੰ ਦੱਸਿਓ ਜ਼ਰੂਰ, ਤੇ ਆਪਾਂ ਸੋਈ ਸਾਹਿਬ ਨੂੰ ਕੁਐਸਚਨ ਪੁੱਛ ਸਕਦੇ ਹਾਂ। ਤੇ ਹਾਂਜੀ, ਆਪਣਾ ਟਾਈਮ ਵੀ ਤਕਰੀਬਨ ਹੋ ਚੱਲਿਆ ਤੇ 8:30 ਹੋ ਗਏ। ਤੇ ਤੁਸੀਂ, ਹਾਂਜੀ ਗਿੱਲ ਸਾਹਿਬ, ਜਲਿੰਦਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ, ਮੇਰਾ ਇੱਕ ਸਵਾਲ ਆਈ ਆਪਣੇ ਡਾਕਟਰ ਸਾਹਿਬ ਨੂੰ। ਡਾਕਟਰ ਸਾਹਿਬ, ਜਿਹੜੀ ਤੁਸੀਂ ਸਬਸਿਡੀ ਦੀ ਗੱਲ ਕਰੀ ਆ, ਸਬਸਿਡੀ ਤਾਂ ਉਦੋਂ ਦਿੰਦੇ ਆ ਕਿਸਾਨ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹੁਣੇ ਮਰ ਜਾਣਾ। ਕਿਸਾਨ ਜਿਵੇਂ ਹਮੇਸ਼ਾ ਆਈਸੀਯੂ ਦਾ ਪੇਸ਼ੈਂਟ ਨਹੀਂ ਹੁੰਦਾ ਵੀ ਆਈਸੀਯੂ ਦੇ ਵਿੱਚ ਪਿਆ, ਮਰਨ ਤੋਂ ਪਹਿਲਾਂ ਉਹਨੂੰ ਗਲੂਕੋਜ਼ ਦੀ ਬੋਤਲ ਦੇ ਦਿਓ ਕਿਉਂਕਿ ਮਰ ਨਾ ਜਾਵੇ। ਕਿਸਾਨ ਨੂੰ ਵੀ ਮਰ ਨਹੀਂ ਦੇਣਾ ਚਾਹੁੰਦੇ, ਕਿਉਂਕਿ ਜੇ ਕਿਸਾਨ ਮਰ ਗਿਆ ਤਾਂ ਇਹਨਾਂ ਨੂੰ ਫੂਡ ਕੌਣ ਤਿਆਰ ਕਰਕੇ ਦਿਓ ਅਗਲੇ ਸਾਲ?
ਹਾਂਜੀ ਉਹ ਸਿਰਫ ਆਪਣੇ ਗਲੂਕੋਜ਼ ਦੀ ਤਰ੍ਹਾਂ ਵਰਤਦੇ ਆ ਸਬਸਿਡੀ ਨੂੰ। ਤੇ ਇਹਦੇ ਵਿੱਚ ਸੈਕੰਡ ਜਿਹੜੀ ਮੈਂ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ ਡਾਕਟਰ ਸਾਹਿਬ, ਵੀ ਜਿਹੜੀਆਂ ਫੂਡ ਡੈਫਿਸਿਟ ਕੰਟਰੀ ਨੇ, ਮੇਨ ਹਾਂਜੀ। ਚਾਈਨਾ, ਹੂੰ ਚਾਈਨਾ ਬਹੁਤ ਫੂਡ ਡੈਫਿਸਿਟ ਆ, ਉਹਨਾਂ ਕੋਲ ਇਨਫ ਲੈਂਡ ਨਹੀਂ ਹੈਗੀ, ਮੈਜੋਰਿਟੀ ਫੂਡ ਉਹ ਬਾਹਰੋਂ ਪ੍ਰੋਕਿਓਰ ਕਰਦਾ, ਹਾਂਜੀ ਅਮਰੀਕਾ ਤੇ ਬ੍ਰਾਜ਼ੀਲ ਵਗੈਰਾ ਤੋਂ। ਵੀ ਜਿਹੜਾ ਕਿਸਾਨ ਆ, ਜਿਵੇਂ ਅਮਰੀਕਾ ਦਾ ਤੇ ਬ੍ਰਾਜ਼ੀਲ ਦਾ ਕਿਸਾਨ ਆ, ਇਹ ਇੱਥੇ ਬਹੁਤ ਫਸਲ ਆਪਦੀ ਡੰਪਿੰਗ ਪ੍ਰਾਈਸ ਤੇ ਸਿੱਟਦਾ, ਜਿਹੜੀ ਕਿ ਵੇ ਬਿਲੋ ਦਾ ਪ੍ਰੋਡਕਸ਼ਨ ਕਾਸਟ, ਹੂੰ ਜਿਹਨੂੰ ਕਿ ਅਮਰੀਕਨ ਗਵਰਨਮੈਂਟ ਆਲਮੋਸਟ $840 ਬਿਲੀਅਨ ਦੀ ਸਬਸਿਡੀ ਦਿੰਦੀ ਹੈ, ਜਿਹੜੀ ਕਿ 1/5 ਆਫ ਦਾ ਟੋਟਲ ਬਜਟ ਆ, ਹੂੰ 6 ਟ੍ਰਿਲੀਅਨ ਦੇ ਕਰੀਬ ਬਜਟ ਆ। ਵੀ ਇਹਦੇ ਨਾਲ ਵੀ ਅਮਰੀਕਾ ਦਾ ਕਿਸਾਨ, ਦੁਨੀਆ ਜਾਂ ਸਾਰੀ ਵਰਲਡ ਦਾ ਕਿਸਾਨ ਜੇ ਅਸਲੀ ਸਬਸਿਡਾਈਜ਼ ਕਰ ਰਿਹਾ ਸਾਰੀ ਦੁਨੀਆ ਦੇ ਫੂਡ ਨੂੰ, ਨਾ ਕਿ ਦੁਨੀਆ ਉਹਨੂੰ ਸਬਸਿਡੀ ਦੇ ਰਹੀ ਆ, ਉਹਨੂੰ ਬੇਅਰਲੀ ਜਿਉਂਦਾ ਰੱਖ ਰਹੇ ਆ ਕਿ ਵੀ ਮਰੇ ਵੀ ਨਾ, ਕਿਉਂਕਿ ਨੈਕਸਟ ਈਅਰ ਪ੍ਰੋਡਕਸ਼ਨ ਵੀ ਲੈਣੀ ਆ। ਇਹ ਤੇ ਤੁਹਾਡਾ ਕੀ ਵਿਚਾਰ? ਨਹੀਂ, ਤੁਹਾਡੀ ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਿਸਾਨ ਦੇ ਵਿੱਚ ਪਹਿਲੀ ਗੱਲ ਤਾਂ ਉਹਦੇ ਨਾਂ ਤੇ ਸਬਸਿਡੀਆਂ ਬਹੁਤ ਸਾਰੇ ਹੋਰ ਵਿਚੋਲੇ ਬਹੁਤ ਖਾਂਦੇ ਆ। ਜਿਵੇਂ ਇੰਡੀਆ ਦੇ ਵਿੱਚ ਫਰਟੀਲਾਈਜ਼ਰ ਦੇ ਉੱਤੇ ਸਬਸਿਡੀ ਹੈ, ਉਹ ਫਰਟੀਲਾਈਜ਼ਰ ਦੀ ਸਬਸਿਡੀ ਕਿਸਾਨ ਨੂੰ ਨਹੀਂ ਸਿੱਧੀ ਦਿੱਤੀ ਜਾਂਦੀ, ਉਹ ਉਹਨਾਂ ਕਾਰਖਾਨਿਆਂ ਜਾਂ ਕੰਪਨੀਆਂ ਨੂੰ ਦਿੱਤੀ ਜਾਂਦੀ ਹੈ ਜਿਹੜੀਆਂ ਕਿ ਫਰਟੀਲਾਈਜ਼ਰ ਬਣਾਉਂਦੀਆਂ ਨੇ। ਉਹ ਜਿਹੜੀਆਂ ਬਣਾਉਣ ਵਾਲੀਆਂ ਕੰਪਨੀਆਂ ਉਹ ਕੀ ਕਰਦੀਆਂ ਨੇ, ਬੋਰੀਆਂ ਬਣਾਈਆਂ 25, ਸਬਸਿਡੀ ਲੈ ਲਈ 40 ਤੇ 15 ਬਣਾਈਆਂ ਹੀ ਨਹੀਂ, ਉਹ ਵਿੱਚੋਂ ਹੇਰਾਫੇਰੀ ਕਰਕੇ ਗਵਰਨਮੈਂਟ ਤੋਂ ਪੈਸੇ ਲਈ ਜਾਂਦੇ। ਲੱਗਦਾ ਇਹ ਹੈ ਕਿ ਇਹ ਸਬਸਿਡੀ ਚਲੀ ਗਈ ਕਿਸਾਨ ਨੂੰ, ਉਹ ਕਿਸਾਨ ਨੂੰ ਨਹੀਂ ਗਈ ਐਕਚੁਅਲੀ, ਉਹ ਵਿਚੋਲੇ ਹੀ ਖਾ ਗਏ, ਸਾਰੇ ਕਿਸਾਨ ਤੱਕ ਪਹੁੰਚੀ ਹੋ ਨਹੀਂ। ਦੂਜੀ ਗੱਲ ਜਿਹੜੀ ਤੁਸੀਂ ਕਹੇ ਹੈ ਕਿ ਸਮੁੱਚੇ ਵਰਲਡ ਦੇ ਵਿੱਚ ਕਿਸੇ ਟਾਈਮ ਵੀ ਫੂਡ ਕ੍ਰਾਈਸਿਸ ਆ ਜਿਹੜਾ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਸਮੱਸਿਆ ਬਣ ਸਕਦਾ ਹੈ। ਖਾਸ ਤੌਰ ਤੇ ਇੰਡੀਆ ਵਰਗਾ ਕੰਟਰੀ, ਜਿਹਨੂੰ ਅਸੀਂ ਕਹਿੰਦੇ ਕਿ 130 ਕਰੋੜ ਦੀ ਆਬਾਦੀ ਹੈ, ਜੇ ਉੱਥੇ ਤੁਸੀਂ ਸਾਰੇ ਭੰਡਾਰ ਨੇ ਜਿਹੜੇ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਹੀ ਸੰਭਾਲਦੇ ਹੋਗੇ, ਜਿੱਥੇ ਕਿ ਨਵੇਂ ਕਾਨੂੰਨ ਉਹਨਾਂ ਨੂੰ ਹੋਲਡ ਕਰਨ ਦਾ ਅਧਿਕਾਰ ਵੀ ਦਿੰਦੇ ਹੈ, ਅਤੇ ਇਹ ਵੀ ਅਧਿਕਾਰ ਦਿੰਦੇ ਆ ਕਿ ਜੇ ਪਿਛਲੇ ਸਾਲ ਨਾਲੋਂ ਦੁੱਗਣੀਆਂ ਤੱਕ ਕੀਮਤਾਂ ਨਾ ਹੋਈਆਂ ਤਾਂ ਉਹ ਵਿੱਚ ਇੰਟਰਫੇਅਰ ਵੀ ਨਹੀਂ ਕਰਨਗੇ, ਤਾਂ ਉੱਥੇ ਤਾਂ ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ। ਹੁਣ ਇਹ ਦੇਖੋ, ਕਰੋਨਾ ਦੇ ਵਿੱਚ ਕਿੰਨੇ ਜਿਹੜੇ ਸਾਰੇ ਗੋਦਾਮ ਨੇ ਜਿਹੜੇ ਪੰਜਾਬ ਦੇ ਖਾਲੀ ਕਰਤੇ ਸੀ, ਜਿਹੜੇ FCI ਨੇ ਭਰ ਕੇ ਰੱਖੇ ਹੋਏ ਸੀ, ਜਿਹੜੇ ਕਹਿੰਦੇ ਆ ਜਿਹੜੇ ਕਹਿੰਦੇ ਆ ਕਿ ਸਾਡੇ ਕੋਲੇ ਕਣਕ ਵੀ ਵਾਧੂ ਆ ਜੀ, ਝੋਨਾ ਵੀ ਵਾਧੂ ਆ, ਪਰ ਇਹ ਨਹੀਂ ਪਤਾ ਕਿ ਜੇ ਕੋਈ ਬਾਈ ਚਾਂਸ ਫੈਮਿਨਨ ਕੋਈ ਬਿਮਾਰੀ ਫੈਲ ਜਾਵੇ, ਕੋਈ ਹਾਲਾਤ ਇਹੋ ਜਿਹੇ ਪੈਦਾ ਹੋ ਜਾਣ, ਫਿਰ ਉਹ ਕਿੱਥੋਂ ਲਿਆਉਣਗੇ, ਦੁਨੀਆ ਚੋਂ ਕਿੱਥੋਂ ਇਕੱਠਾ ਕਰਨਗੇ। ਤੁਸੀਂ ਚੀਨ ਦੀ ਵੀ ਗੱਲ ਕੀਤੀ ਸੀ ਕਿ ਚੀਨ ਦੇ ਵਿੱਚ ਜਿਹੜਾ ਰਕਬਾ ਜਿੱਥੇ ਖੇਤੀ ਹੋ ਸਕਦੀ ਹੈ ਇੰਡੀਆ ਨਾਲੋਂ ਘੱਟ ਹੈ, ਪਰ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਇੰਡੀਆ ਦੇ ਨਾਲੋਂ ਪਰ ਹੈਕਟੇਅਰ ਦੀ ਪ੍ਰੋਡਕਸ਼ਨ ਤਕਰੀਬਨ 2 ਜਾਂ 3 ਗੁਣਾ ਵੱਧ ਪ੍ਰੋਡਿਊਸ ਕਰ ਰਹੇ ਆ ਉਹ, ਕਿਉਂਕਿ ਉਹਨਾਂ ਨੇ ਨਵੀਆਂ ਟੈਕਨੀਕਸ ਵੀ ਵਰਤੀਆਂ, ਨਵੇਂ ਢੰਗ ਵੀ ਵਰਤੇ ਨੇ, ਨਵੇਂ ਸਾਧਨ ਵੀ ਵਰਤੇ ਨੇ, ਸਾਰਾ ਕੁਝ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਦੇ ਲਈ ਹੋਰ ਜੌਬ ਦੇ ਇੰਨੇ ਸਾਧਨ ਕ੍ਰੀਏਟ ਕੀਤੇ ਹੋਏ ਨੇ। ਸਾਰੀ ਦੁਨੀਆ ਨੂੰ ਜਿੰਨਾ ਵੀ ਛੋਟਾ ਮਾਲ ਹੈ ਜਿਹੜਾ ਲੋਕਾਂ ਨੂੰ ਘਰਾਂ 'ਚ ਚਾਹੀਦਾ ਹੈ, ਉਹ ਸਾਰਾ ਤਾਂ ਚੀਨ ਪ੍ਰੋਡਿਊਸ ਕਰ ਰਿਹਾ ਹੈ। ਇਹਦਾ ਭਾਵ ਲੋਕਾਂ ਦੇ ਲਈ ਇੱਕ ਅਲਟਰਨੇਟਿਵ ਏਮਪਲੋਇਮੈਂਟ ਕ੍ਰੀਏਟ ਕਰਨ ਦਾ ਜਿਹੜਾ ਉਹਨਾਂ ਨੇ ਬਹੁਤ ਵੱਡਾ ਸਾਧਨ ਕ੍ਰੀਏਟ ਕਰ ਲਿਆ ਹੋਇਆ ਹੈ। ਇਸੇ ਕਰਕੇ ਉਹਨਾਂ ਦੇ ਜਿਹੜੀ ਗਰੀਬੀ ਦਾ ਪੱਧਰ ਹੈ, ਜਿਹੜੀਆਂ ਕਿ ਜਿੰਨੀਆਂ ਵੀ ਦੁਨੀਆ ਦੀਆਂ ਆਰਗੇਨਾਈਜੇਸ਼ਨ ਜਿਹਨੇ UNO ਨਾਲ ਸੰਬੰਧਿਤ ਜਾਂ ਹੋਰ, ਇਹ ਕਹਿੰਦੀਆਂ ਨੇ ਕਿ ਉਹਨਾਂ ਨੇ ਆਪਣੀ ਗਰੀਬੀ ਤੇ ਕੰਟਰੋਲ ਕਰ ਲਿਆ, ਚੀਨ ਦੀ ਸ਼ਲਾਘਾ ਕਰਦੀਆਂ ਨੇ ਉਹ। ਪਰ ਅਸੀਂ ਇੰਡੀਆ ਦੇ ਵਿੱਚ ਗਰੀਬੀ ਤੇ ਕੰਟਰੋਲ ਨਹੀਂ ਕਰ ਸਕੇ। ਅਸੀਂ ਕੰਟਰੋਲ ਕੀ ਕੀਤਾ ਇੰਡੀਆ ਦੇ ਵਿੱਚ, ਹੁਣ ਤਾਂ ਅਸੀਂ ਡਾਟਾ ਦੇਣਾ ਹੀ ਬੰਦ ਕਰ ਦਿੱਤਾ, ਸਰਵੇ ਦੇਣਾ ਹੀ ਬੰਦ ਕਰ ਦਿੱਤੇ। ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਨਪਲਾਇਮੈਂਟ ਕਿੰਨੀ ਹੈ, ਕਿੰਨੇ ਲੋਕ ਗਰੀਬੀ ਲਾਈਨ ਤੋਂ ਥੱਲੇ ਨੇ। ਭਾਵ ਬਹੁਤ ਸਾਰੀਆਂ ਗੱਲਾਂ ਗੁਪਤ ਚਲੀਆਂ ਗਈਆਂ ਜਿਹੜੀਆਂ ਕਿ ਡੈਮੋਕ੍ਰੇਸੀ ਲਈ ਵੀ ਮਾੜੀਆਂ ਨੇ, ਈਵਨ ਕਾਰਪੋਰੇਟ ਵਰਲਡ ਦੇ ਲਈ ਵੀ ਮਾੜੀਆਂ ਨੇ। ਸਬਸਿਡੀਜ਼ ਨੇ ਜਿੰਨੀਆਂ ਵੱਧ ਦਿੱਤੀਆਂ ਜਾਣਗੀਆਂ ਗਰੀਬ ਲੋਕਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਜੇ ਉਹਨਾਂ ਦੀਆਂ ਤਨਖਾਹਾਂ ਵਧਾਉਣ, ਉਹਨਾਂ ਦੀ ਆਮਦਨ ਵਧਾਉਣ, ਤਾਂ ਕਾਰਪੋਰੇਟ ਵਰਲਡ ਲਈ ਸਗੋਂ ਉਹ ਇੱਕ ਚੰਗੀ ਗੱਲ ਹੈ। ਈਵਨ ਤੁਸੀਂ ਇਕਨੋਮਿਕ ਡਿਪਰੈਸ਼ਨ ਵੇਲੇ ਦੇਖੋ, ਜਿਹੜਾ ਸਭ ਤੋਂ ਵੱਡਾ ਇਕਨੋਮਿਕ ਡਿਪਰੈਸ਼ਨ ਸੀ 1928 ਤੋਂ 32 ਵਾਲਾ, ਉਹਦੇ 'ਚ ਕੀ ਹੋਇਆ ਸੀ, ਅਸੀਂ ਕਹਿੰਦੇ ਹਾਂ ਕਿ ਵੈਲਫੇਅਰ ਸਟੇਟ ਦਾ ਕਨਸੈਪਟ ਚੱਲਿਆ, ਲਿਬਰਲ ਇਕੋਨੋਮੀ ਆਈ, ਰੈਗੂਲੇਸ਼ਨ ਵਧੇ, ਤਾਂ ਜੋ ਉਹ ਕਹਿੰਦੇ ਲੋਕਾਂ ਨੂੰ ਕੰਮ ਦਿਓ, ਜਿਹੜੇ ਚਾਹੇ ਸੜਕਾਂ ਬਣਾਉਣ ਲਾ ਦਿਓ, ਪੁਲ ਢਾਹ ਕੇ ਪੁਲ ਦੁਆਰੇ ਬਣਾ ਲਓ, ਪੈਸੇ ਪਾਓ ਉਹਨਾਂ ਦੀ ਜੇਬ 'ਚ, ਜੇ ਪੈਸੇ ਹੋਣਗੇ ਉਹ ਮਾਰਕੀਟ ਜਾਣਗੇ ਤਾਂ ਮਾਰਕੀਟ ਸਰਕੂਲੇਸ਼ਨ ਚੱਲੂਗੀ। ਪਰ ਆ ਵਿਚਾਰਲੇ ਦਿਨਾਂ 'ਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਇਹੋ ਜਿਹੀ ਇਕੋਨੋਮੀ ਚੱਲੀ ਕਿ ਇਹਨਾਂ ਨੇ ਗਰੀਬ ਨੂੰ ਹੋਰ ਮਾਰਨਾ ਸ਼ੁਰੂ ਕਰ ਦਿੱਤਾ, ਕਾਰਪੋਰੇਟ ਵਰਲਡ ਆਪ ਅਮੀਰ ਹੋਣ ਲੱਗ ਪਿਆ। ਆਹੀ ਪੈਂਡੇਮਿਕ ਮਹਾਮਾਰੀ ਦੇ ਦੌਰਾਨ ਇੰਡੀਆ ਦੇ ਵਿੱਚ ਵੀ ਵਰਲਡ ਦੇ ਵਿੱਚ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਸੀ, ਉਹਨਾਂ ਦੀ ਆਮਦਨ ਤਾਂ 2 ਜਾਂ 3 ਗੁਣਾ ਵੱਧ ਗਈ। ਜਿਹੜਾ ਆਮ ਲੋਕ ਸੀ ਵਿਚਾਰਾ, ਛੋਟਾ ਮਜ਼ਦੂਰ, ਛੋਟਾ ਕਿਸਾਨ ਜਾਂ ਇੰਪਲਾਈ ਲੋਕ,
ਉਹ ਵਿਚਾਰੇ ਥੱਲੇ ਚਲੇ ਗਏ। ਨੁਕਸਾਨ ਆਖਰ ਨੂੰ ਜੇ ਪ੍ਰੋਡਕਸ਼ਨ ਨਹੀਂ ਹੋਊਗੀ, ਸਮਾਨ ਨਹੀਂ ਖਰੀਦਿਆ ਜਾਊਗਾ, ਤਾਂ ਉਹਦਾ ਨੁਕਸਾਨ ਵੀ ਤਾਂ ਇੱਕ ਤਰ੍ਹਾਂ ਦੀ ਜਿਹੜੀ ਪ੍ਰੋਡਕਸ਼ਨ ਹੋਣੀ ਹੈ ਉਹਨਾਂ ਨੂੰ ਹੀ ਹੋਣੀ ਹੈ ਨਾ, ਇੰਡਸਟਰੀ ਨੂੰ ਫੇਰ ਘਾਟਾ ਪਊਗਾ, ਉਹਦੇ ਵਿੱਚ ਲੋਕ ਵੀ ਮਰਨਗੇ, ਘਾਟਾ ਵੀ ਪਊਗਾ। ਤਾਂ ਸਬਸਿਡੀਆਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਨਵੀਂ ਇਕੋਨਮੀ ਇਹ ਕਹਿੰਦੀ ਹੈ ਕਿ ਮਾੜੀ ਗੱਲ ਨਹੀਂ ਹੈ, ਸਗੋਂ ਇਹ ਦੇਣੀਆਂ ਚਾਹੀਦੀਆਂ ਨੇ, ਉੱਥੇ ਵੀ ਦੇਣੀਆਂ ਚਾਹੀਦੀਆਂ ਸੀ। ਕਿਸਾਨ ਸੰਘਰਸ਼ ਵਾਲੇ ਵੀ ਹੁਣ ਇਹੀ ਕਹਿੰਦੇ ਨੇ। ਪਹਿਲੀ ਗੱਲ ਹੁਣ ਇਹ ਕਿਸਾਨ ਸੰਘਰਸ਼ ਦੇ ਨਾਲ ਇਹ ਵੀ ਜੁੜ ਕੇ ਚੱਲ ਰਹੀ ਹੈ ਕਿ ਹਾਂ ਅਸੀਂ ਸਾਰਾ ਕੁਝ, ਭਾਵ ਲੋਕ ਉਸ ਪੋਜੀਸ਼ਨ ਤੇ ਪਹੁੰਚ ਗਏ ਜਿੱਥੇ ਲੋਕ ਕਹਿੰਦੇ ਨੇ ਵੀ ਸਾਡਾ ਹੁਣ ਹੋਰ ਕੀ ਲੈ ਲੈਣਗੇ, ਅਸੀਂ ਤਾਂ ਮਰਨਾ ਹੀ ਹੈ ਨਾ। ਉਹਨਾਂ ਦਾ ਨਾਰਾ ਵੀ ਤੁਸੀਂ ਦੇਖਾਂਗੇ, ਜਿੱਤਾਂਗੇ ਜਾਂ ਮਰਾਂਗੇ ਦਾ ਅਰਥ ਇਹੀ ਹੈ ਮੇਨ ਰੂਪ ਦੇ ਵਿੱਚ ਕਿ ਅਸੀਂ ਤਾਂ ਵੈਸੇ ਵੀ ਮਰ ਜਾਣਾ। ਜੇ ਵੈਸੇ ਵੀ ਮਰ ਜਾਣਾ, ਜੇ ਇਹ ਸਟੇਜ ਜਦੋਂ ਆ ਜਾਂਦੀ ਹੈ, ਲੋਕਾਂ ਦੇ ਰਾਹ ਬੰਦ ਹੋ ਜਾਂਦੇ ਨੇ, ਇੰਸਟੀਟਿਊਸ਼ਨ 'ਚ ਫੇਲ ਹੋ ਜਾਂਦੀਆਂ ਨੇ, ਕੋਰਟਸ ਉਹਨਾਂ ਦੇ ਹੱਕ 'ਚ ਫੈਸਲੇ ਨਾ ਕਰਨ, ਕਾਨੂੰਨ ਉਹਨਾਂ ਦੀ ਗੱਲ ਸੁਣੇ ਨਾ, ਹਾਕਮ ਉਹਨਾਂ ਦੀ ਗੱਲ ਨਾ ਸੁਣਨ, ਫਿਰ ਉਦੋਂ ਬਾਅਦ ਕੀ ਹੁੰਦਾ? ਰਿਵੋਲਟ ਹੀ ਹੋ ਸਕਦਾ ਨਾ, ਹੋਰ ਕੀ ਹੋ ਸਕਦਾ ਫਿਰ। ਇਸ ਲਈ ਇਹਨਾਂ ਕੰਮਾਂ ਤੋਂ ਸਰਕਾਰਾਂ ਨੂੰ ਵੀ, ਪ੍ਰਬੰਧਕਾਂ ਨੂੰ ਵੀ ਬਚਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ, ਮੈਂ ਮਹਿਸੂਸ ਕਰਦਾ। ਹਾਂਜੀ, ਇੱਕ ਕੁਐਸਚਨ ਆਇਆ ਜੀ ਫੇਸਬੁੱਕ ਤੋਂ। ਹਾਂਜੀ ਮੈਂ ਸੋਹੀ ਸਾਹਿਬ ਜੀ ਨੂੰ ਕਹੂੰਗਾ ਵੀ ਆਨਸਰ ਕਰਨ। ਹਰਨੇਕ ਸਿੰਘ ਸ਼ੇਖੋ ਜੀ ਨੇ ਕੁਐਸਚਨ ਕੀਤਾ, ਹਾਂਜੀ ਇਹ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਹੈ, ਇਹਨੇ ਕਿਹਾ ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ। ਹਾਂਜੀ ਕੀ ਉਮੀਦ ਰੱਖ ਸਕਦੇ ਕਿਸਾਨ ਇਸ ਕਮੇਟੀ ਤੋਂ? ਜਵਾਬ ਦਿਓ ਜੀ। ਕਹਿੰਦੇ ਵੀ ਕੀ ਜਾਨੀ ਕਿ ਇਹਦਾ ਕਿਸਾਨ ਕਿਸ ਤਰ੍ਹਾਂ ਇਸ ਨੂੰ ਲੈਣਗੇ? ਨਹੀਂ, ਉਹ ਤਾਂ ਚਲੋ ਜਵਾਬ ਤਾਂ ਕਾਫੀ ਕਲੀਅਰ ਕਿਸਾਨਾਂ ਨੇ ਕੀਤਾ ਹੋਇਆ ਇਹਦਾ। ਜਿਸ ਦਿਨ 12 ਜਨਵਰੀ ਨੂੰ ਇੱਕ ਕਮੇਟੀ ਬਣਾਈ ਸੀ, ਉਸ ਦਿਨ ਹੀ ਕਿਸਾਨ ਸੰਘਰਸ਼ ਕਮੇਟੀ ਦੇ ਸਾਰੇ ਮੈਂਬਰਾਂ ਨੇ ਕਹਿ ਦਿੱਤਾ ਸੀ ਕਿ ਇਹ ਚਾਰੇ ਮੈਂਬਰ ਜੋ ਬਣਾਏ ਗਏ ਨੇ, ਚਲੋ ਇੱਕ ਉਹਨਾਂ ਚੋਂ ਰਿਜ਼ਾਈਨ ਕਰ ਗਿਆ, ਇਹ ਸਾਰੇ ਮੌਕੇ ਤੇ ਇਹਨਾਂ ਕਾਨੂੰਨਾਂ ਦੀ ਹਮਾਇਤ ਕਰ ਚੁੱਕੇ ਹੋਏ ਨੇ, ਇਹਨਾਂ ਦੀ ਸਲਾਹ ਲੈ ਕੇ ਹੀ ਇਹ ਕਾਨੂੰਨ ਬਣਾਏ ਗਏ ਨੇ। ਇਹਨਾਂ ਕਮੇਟੀ ਤੋਂ ਉਹਨਾਂ ਲੋਕਾਂ ਨੂੰ ਕੋਈ ਆਸ ਨਹੀਂ ਹੈ। ਕਮੇਟੀ ਭਾਵੇਂ ਇਹ ਕਹਿੰਦੀ ਹੈ ਕਿ ਅਸੀਂ ਆਪਦੇ ਪਰਸਨਲ ਵਿਚਾਰ ਪਰਾਂ ਰੱਖਾਂਗੇ, ਸਾਰਿਆਂ ਦੀ ਰਾਏ ਲੈਣ ਤੋਂ ਬਾਅਦ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦੇਵਾਂਗੇ। ਚੰਗੀ ਗੱਲ ਹੈ ਜੇ ਉਹ ਆਪਣੇ ਨਿੱਜੀ ਵਿਚਾਰ ਪਰਾਂ ਰੱਖ ਕੇ ਆਪਣੀ ਰਾਏ ਦਿੰਦੇ ਨੇ, ਪਰ ਫਿਰ ਵੀ ਕਿਸਾਨ ਜਥੇਬੰਦੀਆਂ ਨੂੰ, ਈਵਨ ਆਮ ਲੋਕਾਂ ਨੂੰ ਇਹ ਭਰੋਸਾ ਨਹੀਂ ਹੈ ਉਹਨਾਂ ਦੇ ਉੱਤੇ। ਕਿਉਂਕਿ ਜੇ ਤੁਸੀਂ, ਜਿਵੇਂ ਤੁਸੀਂ ਸਵਾਲ ਕੀਤਾ ਉਹ ਬੰਦੇ ਨੇ, ਹਰਨੇਕ ਸਿੰਘ ਜੀ ਨੇ, ਉਹਨਾਂ ਨੇ ਆਪ ਹੀ ਕਿਹਾ ਕਿ ਉਹ ਕਹਿੰਦੇ ਕਿ ਕਾਨੂੰਨ ਰੱਦ ਕਰਨੇ ਚੰਗੀ ਗੱਲ ਨਹੀਂ ਹੋਵੇਗੀ। ਚੰਗੀ ਗੱਲ ਕਿਉਂ ਨਹੀਂ ਹੋ ਸਕਦੀ? ਇਹ ਕਾਨੂੰਨ ਸਗੋਂ ਰੱਦ ਕਰਨ, ਨਵੇਂ ਕਾਨੂੰਨ ਹੋਰ ਬਣਾਉਣ ਜਿਨ੍ਹਾਂ ਦੇ ਵਿੱਚ ਕਿਸਾਨਾਂ ਦਾ ਉਹ ਕਰਜ਼ਾਈ ਨਾ ਹੋਣ, ਉਹਨਾਂ ਦੀ ਆਮਦਨ ਵੀ ਵਧੇ। ਉਹ ਕਾਨੂੰਨ ਬਣਾਉਣ ਸਮੇਂ ਜਿਹੜੀ ਕਮੇਟੀ ਬਣਾਉਣ ਇੱਕ ਨਵਾਂ ਕਾਨੂੰਨ ਬਣਾਉਣ ਲਈ, ਉਹਦੇ 'ਚ ਕਿਸਾਨਾਂ ਦੇ ਪ੍ਰਤੀਨਿਧ ਵਿੱਚ ਲੈਣ, ਕਿਉਂਕਿ ਕਿਸਾਨਾਂ ਦਾ ਮਸਲਾ ਹੈ। ਕਿਸਾਨਾਂ ਦਾ ਪ੍ਰਤੀਨਿਧ ਨਾ ਕਦੇ ਉਹਨਾਂ ਨਾਲ ਲਿਆ ਗਿਆ, ਨਾ ਉਹਨਾਂ ਨਾਲ ਡਿਸਕਸ ਕੀਤਾ ਗਿਆ, ਉਹਨਾਂ ਚਿਰ ਇਸ ਕਮੇਟੀ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਬਣਨਾ, ਇਹਦੀ ਰਿਪੋਰਟ ਤੇ ਵੀ ਵਿਸ਼ਵਾਸ ਨਹੀਂ ਬਣਨਾ। ਇਸ ਕਰਕੇ ਕਮੇਟੀ ਹੋਈ ਨਾ ਹੋਈ, ਫਿਲਹਾਲ ਤਾਂ ਅੱਜ ਇਹ ਦੇਖ ਰਿਹਾ ਹੈ ਕਿ ਇਹਦੀ ਕੋਈ ਬਹੁਤੀ ਸਾਰਥਕਤਾ ਦਿਖਾਈ ਨਹੀਂ ਦਿੰਦੀ। ਮੈਨੂੰ ਆਪਣੇ ਤੌਰ ਤੇ ਵੀ ਲੱਗ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਇਹੀ ਲੱਗ ਰਿਹਾ ਜੀ। ਹਾਂਜੀ ਹਾਂਜੀ, ਆਪਣੇ ਸੁਪਰੀਮ ਕੋਰਟ ਦੀ ਵੀ ਜਿਹੜੀ ਆ ਉਹ ਨਿਰਪੱਖ ਨਹੀਂ ਰਹੀ ਨਾ। ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਆ ਉਹਨਾਂ ਨੂੰ ਤਾਂ ਰਾਜ ਸਭਾ ਦੀ ਸੀਟ ਮਿਲ ਜਾਂਦੀ ਆ, ਤੇ ਕਈ ਜੱਜਾਂ ਨੂੰ ਮਾਰ ਦਿੱਤਾ ਜਾਂਦਾ, ਤੇ ਉੱਥੋਂ ਦਾ ਸਿਸਟਮ ਹੀ ਥੋੜਾ ਜਿਹਾ ਖਰਾਬ ਹੋ ਚੁੱਕਿਆ। ਤੇ ਅਖੀਰ ਦੇ ਵਿੱਚ ਮੈਂ ਗਿੱਲ ਸਾਹਿਬ, ਜੇ ਰਣਜੀਤ ਗਿੱਲ, ਤੁਹਾਨੂੰ ਕੋਈ ਹੈ ਕੋਈ ਕੁਐਸਚਨ ਜਾਂ ਕੋਈ ਗੱਲਬਾਤ ਕਰਨੀ ਚਾਹੁੰਦਾ ਤਾਂ ਮੈਨੂੰ ਦੱਸੋ। ਹਾਂਜੀ, ਮੈਂ ਸੋਹੀ ਸਾਹਿਬ, ਮੈਂ ਤੁਸੀਂ ਦੱਸਿਆ ਸੀਗਾ ਵੀ 1954 ਦੇ ਵਿੱਚ ਪੰਡਿਤ ਨਹਿਰੂ ਜੀ ਨੇ ਜਿਹੜਾ ਇਹਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਸੀ ਜਾਂ ਇੱਕ ਸ਼ਡਿਊਲ ਪਾਇਆ ਸੀਗਾ ਵੀ ਜਿਹੜੇ ਖੇਤੀ ਮੁਤਾਬਕ ਕਾਨੂੰਨ ਬਣਦੇ ਆ, ਜਾਂ ਉਹਨੂੰ ਕੇਂਦਰ ਬਣਾਉਂਦਾ ਤੇ ਜਾਂ ਉਹਨੂੰ ਆਪਣਾ ਸਟੇਟ ਬਣਾਉਂਦੀ ਆ, ਤਾਂ ਕੇਂਦਰ ਦਾ ਕਾਨੂੰਨ ਭਾਰੀ ਮੰਨਿਆ ਜਾਊਗਾ। ਔਰ ਉਹਦੇ ਵਿੱਚ ਇਹ ਚੀਜ਼ ਸੀਗੀ ਵੀ ਉਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਜਾਂ ਕੋਈ ਵੀ ਕੋਰਟ ਉਹ ਤੇ ਫੈਸਲਾ ਨਹੀਂ ਦੇ ਸਕਦੀ, ਉਹਨਾਂ ਦੇ ਬਣਾਏ ਕਾਨੂੰਨ ਹੀ ਬਰਕਰਾਰ ਰਹਿਣਗੇ। ਤੇ ਹੁਣ ਜਦੋਂ ਇਹਨਾਂ ਨੇ, ਜਿਹੜੀ ਹੁਣ ਵਾਲੀ ਸਰਕਾਰ ਆ, ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਕੋਈ ਵੀ ਚੀਜ਼ ਆ ਜਦੋਂ ਇਹਦੇ ਦੇ ਵੱਸ ਨਹੀਂ ਰਹਿੰਦੀ, ਇਹ ਕੋਰਟ ਦੇ ਗਲ ਪਾਉਣਾ ਚਾਹੁੰਦੀ ਆ। ਪਿੱਛੇ ਜਿਹੜੇ ਹੁਣ ਕੋਰਟ ਨੇ ਵੀ ਕਿਹਾ ਸੀਗਾ ਵੀ ਥੋੜੀ ਆਪਦੀ ਵੀ ਕੋਈ ਸਰਕਾਰ ਆ, ਥੋੜੀ ਪੁਲਿਸ ਆ, ਉਹਦੇ ਬਾਰੇ ਉਹ ਗੱਲ ਕਰੀ। ਤੇ ਜੇ ਹੁਣ ਜਿਹੜੀ ਇਹ ਕਮੇਟੀ ਆ ਕੱਲ ਨੂੰ ਕੋਰਟ ਨੂੰ ਕਹਿੰਦੀ ਆ, ਸੁਪਰੀਮ ਕੋਰਟ ਨੂੰ, ਵੀ ਹਾਂ ਜੀ ਇਸ ਤਰ੍ਹਾਂ ਇਹਦੇ ਮੁਤਾਬਕ ਆ ਕਾਨੂੰਨ ਆਏ ਹੋਣੇ ਚਾਹੀਦੇ ਆ, ਕੀ ਸੁਪਰੀਮ ਕੋਰਟ ਜਦੋਂ ਉਹ ਅਮੈਂਡਮੈਂਟ ਦੇ ਮੁਤਾਬਕ ਉਹਦੇ ਕੋਲ ਅਧਿਕਾਰ ਹੀ ਹੈ ਨਹੀਂ ਗਾ ਇਹਦੇ ਬਣਾਏ ਹੋਏ ਕਾਨੂੰਨਾਂ ਦੇ ਉੱਤੇ, ਕੀ ਉਸ ਕਾਨੂੰਨ ਨੂੰ ਸੁਪਰੀਮ ਕੋਰਟ ਦੀ ਪਾਵਰ ਨਾਲ ਕਿਸਾਨਾਂ ਦੇ ਉੱਤੇ ਥੋਪ ਸਕਦੇ ਆ? ਹਾਂ, ਨਹੀਂ ਗਿੱਲ ਸਾਹਿਬ, ਮੈਂ ਇਹਦੇ 'ਚ ਨਾ ਦੋ ਗੱਲਾਂ ਨੇ। ਇੱਕ ਤਾਂ ਇਹ ਕਿ ਜਿਹੜੀ ਗੱਲ ਤੁਸੀਂ, ਆਪਾਂ ਥੋੜੀ ਜਿਹੀ ਕਨਫਿਊਜ਼ ਹੋ ਗਏ ਇਹਦੇ 'ਚ। ਦੋ ਅਮੈਂਡਮੈਂਟਸ ਹੋਈਆਂ, ਇੱਕ 1951 ਦੇ ਵਿੱਚ, ਇੱਕ 1954 ਦੇ ਵਿੱਚ। ਜੀ ਜੀ। ਜਿਹੜੀ ਤਾਂ 51 ਦੇ ਵਿੱਚ ਹੋਈ, ਉਹ 9th ਜਿਹੜਾ ਸ਼ਡਿਊਲ ਆ ਉਹ ਬਣਾਇਆ ਗਿਆ
9th ਸ਼ਡਿਊਲ ਦੇ ਵਿੱਚ ਹੁਣ 284 ਕਾਨੂੰਨ ਅਜਿਹੇ ਨੇ ਜਿਹੜੇ ਸਟੇਟ ਗਵਰਨਮੈਂਟਸ ਦੇ ਵੀ ਨੇ, ਸੈਂਟਰ ਗਵਰਨਮੈਂਟ ਦੇ ਵੀ ਨੇ, ਜਿਨ੍ਹਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੀ ਨਹੀਂ ਜਾ ਸਕਦੀ। ਉਹ ਇੱਕ ਵੱਖਰਾ ਮਸਲਾ। ਜੀ ਜਿਹੜਾ 1954 ਵਾਲਾ ਥਰਡ ਅਮੈਂਡਮੈਂਟ ਦਾ ਮਸਲਾ ਹੈ, ਉਹ ਹੈਗਾ ਐਂਟਰੀ 33 ਦਾ 33ਵੀਂ ਐਂਟਰੀ ਹੈ ਜਿਹੜੀ। ਉਹ ਕੀ ਕਹਿੰਦਾ ਹੈ ਕਿ ਸਮਵਰਤੀ ਸੂਚੀ 'ਚ ਕੇਂਦਰ ਸਰਕਾਰ ਖੇਤੀ ਨਾਲ ਸੰਬੰਧਿਤ ਕਾਨੂੰਨ ਬਣਾ ਸਕਦੀ ਹੈ। ਅੱਛਾ, ਹੁਣ ਜਿਵੇਂ ਤੁਸੀਂ ਇਹ 'ਚ ਗੱਲ ਕਹੀ ਕਿ ਉਸ ਆਧਾਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ, NDA ਦੀ ਸਰਕਾਰ ਨੇ ਕਾਨੂੰਨ ਬਣਾ ਦਿੱਤੇ ਲੀਗਲੀ, ਉਹ ਠੀਕ ਨੇ। ਇੱਕ ਗੱਲ ਤਾਂ ਇਹ ਹੋ ਗਈ। ਦੂਜੀ ਗੱਲ, ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣਾਉਣ ਵਾਲੀ ਗੱਲ ਹੈ, ਠੀਕ ਹੈ, ਸੁਪਰੀਮ ਕੋਰਟ ਕੋਲੇ ਅਧਿਕਾਰ ਹੈ, ਕੋਈ ਪੈਨਲ ਬਣਾ ਸਕਦੀ ਹੈ, ਪਰ ਉਹ ਪੈਨਲ ਤਾਂ ਬਣਾਉ ਨਾ ਜੇ ਦੋ ਧਿਰਾਂ 'ਚ ਡਿਸਪਿਊਟ ਹੋਇਆ, ਉਹ ਡਿਸਪਿਊਟ ਨੂੰ ਲੈ ਕੇ ਕੋਈ ਅਦਾਲਤ 'ਚ ਗਿਆ ਹੋਵੇ। ਕਿਸਾਨ ਤਾਂ ਅਦਾਲਤ 'ਚ ਗਏ ਹੀ ਨਹੀਂ। ਜੇ ਕੱਲੀ ਇੱਕੋ ਹੀ ਗੱਲ ਗਈ ਹੈ, ਕੱਲੀ ਸਰਕਾਰ ਹੀ ਗਈ ਹੈ। ਸਰਕਾਰ ਨੇ ਜੋ ਕਮੇਟੀ ਬਣ ਵੀ ਗਈ, ਉਹਦੀ ਰਿਪੋਰਟ ਵੀ ਆ ਗਈ। ਸੁਪਰੀਮ ਕੋਰਟ ਮੇਰੇ ਹਿਸਾਬ ਦੇ ਨਾਲ ਉਸ ਰਿਪੋਰਟ ਨੂੰ ਲਾਗੂ ਨਹੀਂ ਕਰ ਸਕਦੀ। ਸੁਪਰੀਮ ਕੋਰਟ ਸਿਰਫ ਸਿਫਾਰਿਸ਼ ਕਰ ਸਕਦੀ ਹੈ ਕੇਂਦਰੀ ਸਰਕਾਰ ਨੂੰ ਕਿ ਭਾਈ ਆਹ ਰਿਪੋਰਟ ਆ ਗਈ, ਤੁਸੀਂ ਇਸ ਸਿਫਾਰਿਸ਼ ਦੇ ਹਿਸਾਬ ਦੇ ਨਾਲ ਇਹਨਾਂ ਕਾਨੂੰਨਾਂ ਨੂੰ ਜਾਂ ਤਾਂ ਰੱਦ ਕਰ ਦਿਓ ਜਾਂ ਇਹਨਾਂ ਕਾਨੂੰਨਾਂ 'ਚ ਸੋਧ ਕਰ ਦਿਓ, ਅਮੈਂਡਮੈਂਟ ਕਰ ਦਿਓ। ਪਰ ਇਹ ਮੈਨੂੰ ਨਹੀਂ ਲੱਗਦਾ ਕੋਈ ਬਹੁਤੀ ਵੱਡੀ ਪੋਸੀਬਿਲਿਟੀ ਹੈ। ਸੁਪਰੀਮ ਕੋਰਟ ਦਾ ਕੰਮ ਕਾਨੂੰਨ ਬਣਾਉਣਾ ਨਹੀਂ ਹੈ, ਬਣੇ ਹੋਏ ਕਾਨੂੰਨ ਨੂੰ ਲਾਗੂ ਕਰਨ ਸਮੇਂ ਝਗੜਿਆਂ ਦਾ ਫੈਸਲਾ ਕਰਨਾ, ਇਹ ਸੁਪਰੀਮ ਕੋਰਟ ਦਾ ਕੰਮ ਹੈ। ਸੋ ਸੁਪਰੀਮ ਕੋਰਟ ਨੂੰ ਤਾਂ ਹੀ ਸ਼ਾਇਦ ਹੁਣ ਜਿਹੜੀ ਆ ਪਿੱਛੇ ਉਹਨਾਂ ਨੇ ਤਾਂ ਹੀ ਕਿਹਾ ਕਿ ਸਾਡਾ ਕੰਮ ਨਹੀਂ ਹੈ ਦਿੱਲੀ ਪੁਲਿਸ ਵਾਲੇ ਦੇਖਣ ਕਿ ਉਹਨਾਂ ਨੂੰ ਟਰੈਕਟਰ ਰੈਲੀ ਕਰਨ ਦੇਣੀ ਹੈ ਕਿ ਨਹੀਂ ਕਰਨ ਦੇਣੀ। ਇਹਦਾ ਭਾਵ ਕੋਰਟ ਨੂੰ ਹੁਣ ਸਮਝ ਆ ਗਈ ਕਿ ਜਿਹੜੇ ਪਿੱਛੇ ਚਾਹੇ ਰਾਮ ਮੰਦਿਰ ਦੇ ਇਸ਼ੂ ਦੇ ਉੱਤੇ, ਚਾਹੇ CAA ਦੇ ਇਸ਼ੂ ਦੇ ਉੱਤੇ ਜਾਂ ਕੁਝ ਹੋਰ ਮਾਮਲਿਆਂ ਦੇ ਉੱਤੇ ਉਹਦਾ ਜਿਹੜਾ ਪ੍ਰੋਐਕਟਿਵ ਰੋਲ ਸੀਗਾ, ਆਪਣੇ ਆਪ ਇਨੀਸ਼ੀਏਟਿਵ ਲੈਣ ਦਾ, ਉਹ ਕੋਈ ਬਹੁਤਾ ਚੰਗਾ ਵਕੀਲ ਉਹਨੂੰ ਨਹੀਂ ਮੰਨਦੇ। ਵਕੀਲ ਵੀ ਉਹਦਾ ਵਿਰੋਧ ਕਰਦੇ ਨੇ ਕਿ ਉਹਦਾ ਕੰਮ ਹੈ, ਜਿਵੇਂ ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ, ਅਦਾਲਤ ਦਾ ਕੰਮ ਹੈ ਕਿਸੇ ਵੀ ਚੀਜ਼ ਦਾ ਕਾਨੂੰਨੀ ਜਾਂ ਸੰਵਿਧਾਨਕ ਪੱਖ ਨੂੰ ਦੇਖਣਾ। ਉਹਦਾ ਲਾਅ ਐਂਡ ਆਰਡਰ ਨਾਲ ਕੋਈ ਬਹੁਤਾ ਨੇੜੇ ਦਾ ਰਿਸ਼ਤਾ ਨਹੀਂ ਹੁੰਦਾ। ਉੱਥੇ ਉਹ ਕੰਮ ਹੁੰਦਾ ਪ੍ਰਬੰਧਕੀ ਏਜੰਸੀਆਂ ਦਾ। ਸੋ ਸੁਪਰੀਮ ਕੋਰਟ, ਜੇ ਇਹ ਸੁਪਰੀਮ ਕੋਰਟ ਦੇ ਕੋਲੇ ਰਿਪੋਰਟ ਚਲੀ ਵੀ ਜਾਊ 2 ਮਹੀਨਿਆਂ ਨੂੰ, ਫਿਰ ਵੀ ਸੁਪਰੀਮ ਕੋਰਟ ਸ਼ਾਇਦ ਇਹਨੂੰ ਲਾਗੂ ਨਹੀਂ ਕਰ ਸਕੂਗੀ ਜੇ ਕਿਸਾਨ ਨਾ ਮੰਨਣ। ਤਾਂ ਹੀ ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਨਾ ਕਮੇਟੀ ਨੂੰ ਮੰਨਦੇ ਹਾਂ, ਨਾ ਅਸੀਂ ਪਿੱਛੇ ਹਟਾਂਗੇ, ਅਸੀਂ ਤਾਂ ਆਪਣਾ ਕੰਮ ਕਰਾਂਗੇ। ਉਹ ਆਪਦਾ ਕੰਮ ਕਰਨਗੇ। ਉਹਨਾਂ ਨਾਲ ਨਜਿੱਠਣਾ ਕਿਵੇਂ ਹੈ? ਇਹ ਸਰਕਾਰ ਦਾ ਕੰਮ ਹੈ। ਉਹ ਕਹਿੰਦੇ ਮਸਲਾ ਸਾਡੇ ਤੇ ਸਰਕਾਰ ਦਾ ਹੈ, ਅਦਾਲਤ ਨੂੰ ਵਿੱਚ ਲਿਆਉਣ ਦੀ ਲੋੜ ਨਹੀਂ ਹੈ। ਸੋ ਗਿੱਲ ਸਾਹਿਬ, ਮੈਨੂੰ ਲੱਗਦਾ ਹੈ ਇਹ ਸੁਪਰੀਮ ਕੋਰਟ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਚੈਲੰਜ ਹੈ ਕਿ ਸੁਪਰੀਮ ਕੋਰਟ ਨੇ ਆਪਣੀ ਕ੍ਰੈਡੀਬਿਲਿਟੀ ਕਿਵੇਂ ਬਣਾ ਕੇ ਰੱਖਣੀ ਹੈ। ਇਹ ਵੀ ਇੱਕ ਚੁਣੌਤੀ ਹੋਊਗੀ ਆਉਣ ਵਾਲੇ ਸਮੇਂ। ਸੋਈ ਸਾਹਿਬ, ਇੱਕ ਕੁਐਸਚਨ ਹੋਰ ਆਇਆ ਫੇਸਬੁੱਕ ਤੋਂ ਜੀ। ਹਾਂਜੀ, ਆਪਣੇ ਰਵਿੰਦਰ ਸਿੰਘ ਜੀ ਲਿਖ ਰਹੇ ਆ ਵੀ ਟਰੈਕਟਰ ਦੀ, ਤੁਸੀਂ ਟਰੈਕਟਰ ਰੈਲੀ ਦੀ ਗੱਲ ਕੀਤੀ ਹੈ, ਕਹਿੰਦੇ ਜੇ ਪ੍ਰੋਗਰਾਮ ਹਿੰਸਕ ਹੁੰਦਾ ਹੈ ਤਾਂ ਇਸ ਦੇ ਕੀ ਸਿੱਟੇ ਨਿਕਲਣਗੇ? ਜੋ ਹਿੰਸਕ ਹੋਵੇ ਉਹਦੇ ਸਿੱਟੇ ਤਾਂ ਮਾੜੇ ਹੀ ਹੁੰਦੇ ਆ ਜੀ। ਚਲੋ, ਇਹ ਤਾਂ ਬੜੀ ਕਲੀਅਰ ਗੱਲ ਹੈ। ਪਰ ਉਹਨੂੰ ਰੋਕਣ ਦੇ ਲਈ ਜਿਵੇਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਆਪਣੀਆਂ ਵਲੰਟੀਅਰਸ ਦੀ ਡਿਊਟੀ ਲਾਈ ਹੈ, ਅਸੀਂ ਹਿੰਸਾ ਨਹੀਂ ਕਰਾਂਗੇ। ਜੇ ਉਹ 'ਚ ਕੋਈ ਹਿੰਸਾ ਕਰਦਾ ਹੈ, ਇਹਦਾ ਭਾਵ ਜੇ ਕੋਈ ਸ਼ਰਾਰਤੀ ਲੋਕ ਹੋਰ ਐਂਟਰ ਹੋ ਕੇ ਸ਼ਰਾਰਤ ਕਰਦੇ ਨੇ, ਤਾਂ ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਤੁਸੀਂ ਦੇਖੋ, ਪ੍ਰਬੰਧ ਕਰੋ ਉਹਦੇ ਲਈ। ਜੇ ਕੋਈ ਹਿੰਸਾ ਕਰਦਾ ਹੈ, ਉਹਨੂੰ ਕੰਟਰੋਲ 'ਚ ਕਿਵੇਂ ਕਰਨਾ, ਇਹ ਤੁਸੀਂ ਉਸ ਮੌਕੇ ਤੇ ਦੇਖੋ, ਪਰ ਅਸੀਂ ਸ਼ਾਂਤਮਈ ਰੱਖਾਂਗੇ। ਕਿਸਾਨ ਜਥੇਬੰਦੀਆਂ ਦੀ ਭਾਵਨਾ ਜਿੱਥੋਂ ਤੱਕ ਉਹਨਾਂ ਨੇ ਹੁਣ ਤੱਕ ਐਲਾਨੀ ਹੈ, ਮੈਂ ਨਹੀਂ ਕਹਿੰਦਾ ਕਿ ਉਹ ਸਹੀ ਹੈ ਜਾਂ ਗਲਤ ਹੈ, ਪਰ ਜਿਹੜੀ ਉਹਨਾਂ ਨੇ ਐਲਾਨੀ ਹੈ ਕਿ ਅਸੀਂ ਸ਼ਾਂਤਮਈ ਹੋਵਾਂਗੇ, ਸ਼ਾਂਤਮਈ ਰਹਾਂਗੇ। ਸਾਡੇ ਸੰਘਰਸ਼ ਦੇ ਵਿੱਚ ਜੇ ਕੋਈ ਹਿੰਸਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੂਗਾ, ਇਹਦਾ ਭਾਵ ਉਹ ਸਾਡਾ ਵਿਰੋਧੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਅਜਿਹਾ ਨਾ ਕਰਨ ਦਿੱਤਾ ਜਾਵੇ। ਸੋ ਪੁਲਿਸ ਉਸ ਮੌਕੇ ਦੇ ਉੱਤੇ ਕੋਈ ਕਾਰਵਾਈ ਕਰ ਸਕੇ। ਹਿੰਸਕ ਹੋਣ ਦੀ ਪੋਸੀਬਿਲਿਟੀ ਹੈ ਨਹੀਂ ਜੇ ਪੁਲਿਸ ਉਹਨੂੰ ਸਹੀ ਢੰਗ ਨਾਲ ਰੂਟ ਦੇ ਦਿੰਦੇ ਨੇ ਵੀ ਆਹ ਇਸ ਰੂਟ ਤੇ ਤੁਸੀਂ ਜਾਣਾ, ਬਾਕੀ ਦੀ ਟ੍ਰੈਫਿਕ ਉਸ ਦਿਨ ਬੰਦ ਕਰ ਦੇਣ, ਉਹ ਆਲੇ ਦੁਆਲੇ ਆਪਦੀ ਸਿਕਿਉਰਿਟੀ ਲਾ ਦੇਣ। ਇਹ ਪੋਸੀਬਿਲਿਟੀ 'ਚ ਹਿੰਸਕ ਹੋਣ ਦੀਆਂ ਘੱਟ ਨੇ। ਪਰ ਹਾਂ, ਕੁਝ ਸ਼ਰਾਰਤੀ ਲੋਕ ਜਾਂ ਕੁਝ ਜਾਣਬੁੱਝ ਕੇ ਉਹਦੇ 'ਚ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਫਿਰ ਕਿਸਾਨ ਜਥੇਬੰਦੀਆਂ ਉਹਦੀ ਆਲੋਚਨਾ ਵੀ ਕਰ ਸਕਦੀਆਂ ਨੇ, ਉਹਨਾਂ ਲੋਕਾਂ ਨੂੰ ਫੜਾ ਵੀ ਸਕਦੀਆਂ ਨੇ ਕਿ ਵੀ ਹਾਂ, ਤੁਸੀਂ ਹਿੰਸਾ ਕਿਉਂ ਕੀਤੀ, ਕਿਉਂਕਿ ਉਹ ਹਿੰਸਾ ਚਾਹੁੰਦੇ ਨਹੀਂ ਹੈਗੇ। ਹਾਂ, ਜੇ ਹਿੰਸਾ ਵੱਡੇ ਪੱਧਰ ਤੇ ਹੋ ਜਾਂਦੀ ਹੈ, ਉਹ ਕਿਸਾਨ ਸੰਘਰਸ਼ ਲਈ ਵੀ ਖਤਰਨਾਕ ਹੈ, ਸਟੇਟ ਲਈ ਵੀ ਖਤਰਨਾਕ ਹੈ। ਉਹ ਮਾੜੀ ਗੱਲ ਹੋਊਗੀ। ਅਜਿਹਾ ਹੋਣ ਤੋਂ ਰੋਕਣ ਲਈ ਪੁਲਿਸ ਨੂੰ ਵੀ, ਕਿਸਾਨ ਜਥੇਬੰਦੀਆਂ ਨੂੰ ਵੀ ਪੂਰਾ ਧਿਆਨ ਰੱਖਣਾ ਪਊਗਾ, ਮੈਨੂੰ ਇਹ ਮਹਿਸੂਸ ਹੁੰਦਾ। ਹਾਂਜੀ, ਸੋਹੀ ਸਾਹਿਬ, ਅਖੀਰ ਦੇ ਵਿੱਚ ਹੁਣ ਆਪਾਂ ਸਮੇਟਣ ਵੱਲ ਚੱਲੀਏ ਤੇ ਮੈਂ ਇੱਕ ਕੁਐਸਚਨ ਜਿਹੜਾ ਤੁਹਾਨੂੰ ਅਖੀਰ ਦੇ ਵਿੱਚ, ਜਿਹੜਾ ਆਪਣੇ ਗੱਲਬਾਤਾਂ ਦਾ ਚੱਲ ਰਿਹਾ ਸਿਲਸਿਲਾ, ਕੱਲ ਨੂੰ 10ਵੇਂ ਦੌਰ ਦੀ ਗੱਲਬਾਤ ਆ, ਤੇ ਜਦੋਂ ਵੀ ਕੋਈ ਸੰਘਰਸ਼ ਚੱਲਦੇ ਆ ਜਾਂ ਕੋਈ ਘੋਲ ਚੱਲਦੇ ਆ ਜਾਂ ਕੋਈ
ਦੇਣ ਲੈਣ ਦੇ ਸਮਝੌਤੇ ਹੁੰਦੇ ਆ ਸਰਕਾਰਾਂ ਨਾਲ, ਚਾਹੇ ਕਿਸੇ ਨਾਲ ਵੀ, ਮੁਲਾਜ਼ਮਾਂ ਨਾਲ, ਉਹਦੇ ਵਿੱਚ ਸਰਕਾਰ ਦੀਆਂ 3-4 ਨੁਕਤੇ ਹੁੰਦੇ ਆ ਜਿਨ੍ਹਾਂ ਤੇ ਉਹ ਕੰਮ ਕਰਦੀ ਆ। ਪਹਿਲਾਂ ਤਾਂ ਉਹ ਗੱਲਬਾਤ ਕਰਦੀ ਆ, ਹਾਂਜੀ ਇਹ ਗੱਲਬਾਤ ਕਰਨੀ ਸ਼ੁਰੂ ਕਰੀ, ਬੜੀ ਲੰਬੀ ਚਿਰ ਦੀ ਗੱਲਬਾਤ ਚੱਲਦੀ ਹੈ, ਕੱਲ ਨੂੰ 10ਵੀਂ ਵੇਰ ਦੀ ਗੱਲਬਾਤ ਆ। ਉਦੋਂ ਸਰਕਾਰ ਉਹਦੇ ਗੱਲਬਾਤ ਦੇ ਉਹਨੂੰ ਲਮਕਾਉਂਦੀ ਹੁੰਦੀ ਆ, ਲਮਕਾਉਣ ਤੋਂ ਬਾਅਦ ਉਹਦੇ ਵਿੱਚ ਸੌਦੇਬਾਜ਼ੀ ਕਰਦੀ ਆ, ਵਿੱਚੋਂ ਲੀਡਰਾਂ ਨੂੰ ਭੰਨਦੀ ਆ, ਖਰੀਦਦੀ ਆ, ਕੁਛ ਹੋਰ ਕਰਦੀ ਆ। ਉਹ ਦੇ ਵਿੱਚ ਵੀ ਹਾਲੇ ਤੱਕ ਗੱਲਬਾਤ 'ਚ ਤਾਂ ਫੇਲ ਗੌਰਮੈਂਟ ਜਾਣਬੁੱਝ ਕੇ ਹੋ ਰਹੀ ਆ, ਤੇ ਸੌਦੇਬਾਜ਼ੀ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਤਾਂ ਫੇਲ ਹੋ ਚੁੱਕੀ ਆ। ਤੇ ਉਦੋਂ ਬਾਅਦ ਆਉਣਾ ਹੁੰਦਾ NIA ਲਾਤਾ, ਧਮਕਾਉਂਦੇ ਆ, ਡਰਾਉਂਦੇ ਆ। ਉਹ ਤੀਜਾ ਸਟੈਪ ਵੀ ਐਕਟਿਵਲੀ ਹੁਣ ਕਰ ਰਹੇ ਆ ਉਹ NIA। ਦੇਖੋ ਤੁਸੀਂ, ਜਿਹੜੀ ਇੱਕ ਆਪਣੇ ਹਸਨਪੁਰ ਪਿੰਡ ਦੇ ਕੋਲੇ ਖੁੱਲੀ ਹੋਈ ਆ ਸਰਬੱਤ ਦਾ ਭਲਾ, ਹਾਂਜੀ ਉਹ ਬੰਦਾ, ਮੈਂ ਆਪ ਵੀ ਉੱਥੇ ਜਾ ਕੇ ਆਉਣਾ, ਸਾਡਾ ਪਿੰਡ ਵੈਸੇ ਪੁਰਾਣਾ ਉਹੀ ਆ, ਤੇ ਉਹ ਬੰਦੇ ਨੇ ਕਦੇ ਪੈਸੇ ਨੂੰ ਹੱਥ ਹੀ ਨਹੀਂ ਲਾਇਆ, ਪੈਸਾ ਲੈਂਦਾ ਹੀ ਨਹੀਂ ਕਿਸੇ ਤੋਂ। ਉਹ ਇਹੀ ਕਹਿੰਦਾ ਵੀ ਮੈਨੂੰ ਇੱਥੇ ਜਿਹੜਾ ਕੁਝ ਦੇਣਾ ਜੀ ਉਹ ਦੇ ਜੋ, ਤੇ ਆਹ ਚੀਜ਼ ਇੱਥੇ ਪੁੱਛ ਲਓ ਸਾਡੇ ਸੇਵਾਦਾਰਾਂ ਨੂੰ, ਜੇ ਕਿਸੇ ਚੀਜ਼ ਦੀ ਲੋੜ ਆ ਉਹ ਦੇ ਦਿਓ। ਤੇ ਉਹਦੇ ਤੇ ਵੀ NIA ਲਾਤਾ, ਰਵੀ ਸਿੰਘ ਤੇ ਉਹਦੇ ਬੰਦਿਆਂ ਤੇ ਲਾਤਾ। ਤੇ ਦੇਖੋ ਤੁਸੀਂ, ਇਹ ਡਰਾਉਣ ਧਮਕਾਉਣ ਵਾਲਾ ਸਿਲਸਿਲਾ ਤੀਜਾ ਜਿਹੜਾ ਪੱਖ ਆ ਉਹ ਚੱਲ ਰਿਹਾ। ਤੇ ਹੁਣ ਚੌਥਾ ਪੱਖ ਆ ਜਿਹੜਾ, ਉਹ ਇਹਨਾਂ ਨੇ ਅਫਵਾਹਾਂ ਫੈਲਾਉਣੀਆਂ, ਫੁੱਟ ਪਾਉਣੀ, ਆਹ ਹਿੰਸਕ ਕਾਰਵਾਈਆਂ ਕਰਵਾਉਣੀਆਂ। ਜਿਵੇਂ ਇਹਨਾਂ ਨੇ ਕੱਲ ਨੂੰ ਮੁਜ਼ਾਹਰਾ ਕਰਨਾ 26 ਜਨਵਰੀ ਨੂੰ, ਤੇ ਉਹਦੇ 'ਚ ਇਹੋ ਜਿਹੀਆਂ ਹਿੰਸਕ ਕਾਰਵਾਈਆਂ ਕਰ ਸਕਦੇ ਆ, ਅਫਵਾਹਾਂ ਫੈਲਾ ਸਕਦੇ ਆ। ਜਿਵੇਂ ਅਫਵਾਹ ਫੈਲਾਈ ਸੀ ਚੰਡੂਨੀ ਵਾਲੀ, ਉਹਨੇ 10 ਕਰੋੜ ਲੈ ਲਿਆ, ਇਹ ਕਰ ਲਿਆ, ਉਹ ਕਰ ਲਿਆ। ਉਹਨਾਂ ਤੇ ਹਲੇ ਤੱਕ ਜਥੇਬੰਦੀਆਂ ਦਾ ਕੰਟਰੋਲ ਹੈ, ਤੇ ਉਹ ਉਹਦੇ ਤੇ ਕਾਬੂ ਕਰ ਰਹੀਆਂ। ਤੇ ਤੁਹਾਨੂੰ ਕੀ ਲੱਗਦਾ ਵੀ ਇਹ ਗੱਲਾਂ ਬਾਤਾਂ ਦੇ ਵਿੱਚੋਂ, ਜਾਂ ਇਹ 4 ਸਟੈਪ ਪੂਰੇ ਹੋਣ ਤੋਂ ਬਾਅਦ ਕਿਸਾਨ ਇਹਦੇ ਵਿੱਚ ਕਾਮਯਾਬ ਰਹਿਣਗੇ? ਆਪਦਾ ਜਿਹੜਾ ਅਨੁਸ਼ਾਸਨ ਆ, ਆਪਦਾ ਜਿਹੜਾ ਹਿੰਸਕ ਆ, ਅਹਿੰਸਕ ਜਿਹੜੀ ਕਾਰਵਾਈ ਆ ਉਹ ਲਗਾਤਾਰ ਜਾਰੀ ਰੱਖਣਗੇ, ਕੰਟਰੋਲ ਰੱਖਣਗੇ, ਤੇ ਫਿਰ ਇਹ ਜਿੱਤ ਪਾ ਲੈਣਗੇ ਸੰਘਰਸ਼ ਦੇ ਵਿੱਚ? ਤੁਹਾਨੂੰ ਕੀ ਲੱਗਦਾ? ਹਾਂਜੀ ਪੱਟਰ ਸਾਹਿਬ, ਪਹਿਲੀ ਗੱਲ ਤਾਂ ਇਹ ਕਿ ਦੇਖੋ, ਸਟੇਟ ਦੇ ਨਾਲ ਟੱਕਰ ਹੈ। ਸਟੇਟ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ, ਉਹਨਾਂ ਕੋਲੇ ਪੁਲਿਸ ਵੀ ਹੈ, ਉਹਨਾਂ ਕੋਲੇ ਫੌਜ ਵੀ ਹੈ, ਉਹਨਾਂ ਕੋਲੇ ਸਿਕਿਉਰਿਟੀ ਬਹੁਤ ਵੱਡਾ ਪੈਰਾਫਰਨਲੀਆ, ਏਜੰਸੀਆਂ ਵੀ ਨੇ, CID ਵੀ ਹੈ, ਇਨਵੈਸਟੀਗੇਸ਼ਨ ਏਜੰਸੀਆਂ, ਬਹੁਤ ਸਾਧਨ ਨੇ ਸਟੇਟ ਦੇ ਕੋਲੇ ਜਿਹਦੇ ਨਾਲ ਟੱਕਰ ਹੈ। ਇੱਕ ਗੱਲ ਤਾਂ ਇਹ ਧਿਆਨ 'ਚ ਰੱਖਣੀ ਪਊਗੀ। ਨੰਬਰ 2 ਦੇ ਉੱਤੇ ਬਹੁਤ ਸਾਰੇ ਲੋਕ ਜਦੋਂ ਥੋੜੇ ਭਾਵੁਕ ਵੀ ਹੁੰਦੇ ਨੇ, ਗਰਮ ਨਾਅਰੇ ਲਾਉਣ ਦੀ ਇੱਛਾ ਵੀ ਰੱਖਦੇ ਨੇ। ਕੁਝ ਕੁ ਲੀਡਰ ਸ਼ਰਾਰਤੀ ਕਿਸਮ ਦੇ, ਮੈਂ ਕਹਿ ਸਕਦਾ, ਉਹ ਜਿਹੜੀ ਨੌਜਵਾਨ ਹੁੰਦੇ ਆ ਭਾਵੁਕ, ਉਹਨਾਂ ਨੂੰ ਭੜਕਾਹਟ ਦੇ ਵਿੱਚ ਵੀ ਲੈ ਆਉਂਦੇ ਆ ਕਿ ਤੁਸੀਂ ਇਦੋਂ ਬਿਨਾਂ ਗੱਲ ਨਹੀਂ ਬਣਨੀ, ਹੁਣ ਆਪਾਂ ਇੱਥੇ ਬੈਠੇ ਰਹਾਂਗੇ, ਆਪਾਂ ਆਹ ਕਰਾਂਗੇ, ਵਾਹ ਕਰਾਂਗੇ। ਉਹ ਭੜਕਾਹਟ ਪੈਦਾ ਕਰ ਦਿੰਦੇ ਆ। ਇਹ 'ਚ ਕੋਈ ਦੂਜੀ ਰਹਿ ਨਹੀਂ ਹੈ। ਤੀਜੀ ਗੱਲ, ਜਿਹਦੇ ਨਾਲ ਟੱਕਰ ਹੈ, ਜਦੋਂ ਜਿਹੜੇ ਵਿਅਕਤੀ ਨਾਲ ਤੁਸੀਂ ਦੂਜੇ ਸਾਹਮਣੇ ਟੱਕਰ ਦੇ ਰਹੇ ਹੋ, ਉਹ ਬਹੁਤ ਸ਼ਕਤੀਸ਼ਾਲੀ ਹੈ। ਉਹਦਾ ਮੁਕਾਬਲਾ ਜਦੋਂ ਕਰੋਗੇ, ਫਿਰ ਇਸ ਸੰਘਰਸ਼ ਦੇ ਵਿੱਚ ਇਹ ਦੇਖਿਆ ਗਿਆ, ਕਿਸਾਨ ਜਥੇਬੰਦੀਆਂ ਬਹੁਤ ਮੈਚਿਓਰ ਨੇ। ਉਹ 40 ਜਥੇਬੰਦੀਆਂ ਦੇ ਬਹੁ ਗਿਣਤੀ ਲੀਡਰ ਨੇ ਜਿਹੜੇ, ਉਹਨਾਂ ਨੇ ਪਿਛਲੇ 4-5 ਦਹਾਕਿਆਂ ਤੋਂ ਕਈ ਸੰਘਰਸ਼ ਲੜੇ ਨੇ। ਉਹਨਾਂ ਨੂੰ ਪਤਾ ਕਿ ਐ ਹੁੰਦਾ ਹੈ, ਇਸ ਤਰ੍ਹਾਂ ਨਾਲ ਹਿੰਸਾ ਕ੍ਰੀਏਟ ਹੋ ਸਕਦੀ ਹੁੰਦੀ ਹੈ। ਹਰ ਮੂਵਮੈਂਟ ਦੇ ਵਿੱਚ ਉਹ ਆਪਣੇ ਬੰਦੇ ਵਾੜ ਸਕਦੇ ਨੇ ਜਿਹੜੇ ਹਿੰਸਾ ਕਰ ਸਕਦੇ ਆ। ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਪਤਾ ਇਸ ਗੱਲ ਦਾ। ਬਾਕੀ ਸਮੁੱਚੀ ਦੁਨੀਆ ਦੇ ਵਿੱਚ ਹੁਣ ਇਹ ਟ੍ਰੈਂਡ ਹੈ ਕਿ ਕਿਤੇ ਵੀ ਹਥਿਆਰਬੰਦ ਰੈਵੋਲੂਸ਼ਨ ਸਫਲ ਨਹੀਂ ਹੁੰਦਾ। ਉਹ ਮੂਵਮੈਂਟ ਜਿਹ 'ਚ ਹਿੰਸਾ ਆਈ ਨਹੀਂ, ਨਾਲ ਦੀ ਨਾਲ, ਕਿਉਂਕਿ ਸਟੇਟ ਕੋਲੇ ਪਾਵਰ ਬਹੁਤ ਹੈ, ਉਹਨੂੰ ਖਤਮ ਕਰਨ ਲਈ ਬੜਾ ਟਾਈਮ ਨਹੀਂ ਲੱਗਦਾ। ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਜਿਹੜੀ ਸਾਂਝੀ ਲੀਡਰਸ਼ਿਪ ਹੈ, ਇਹਦੇ ਵਿੱਚ ਤਕਰੀਬਨ 42 ਜਥੇਬੰਦੀਆਂ ਦੇ ਲੀਡਰ ਉਹ ਇਕੱਠੇ ਜਾਂਦੇ ਆ ਮੀਟਿੰਗ ਦੇ ਵਿੱਚ ਸਰਕਾਰ ਦੇ ਨਾਲ। ਸਰਕਾਰ ਜ਼ੋਰ ਲਾ ਕੇ ਹਟ ਗਈ ਕਿ ਤੁਸੀਂ 5 ਬੰਦੇ ਭੇਜ ਲਓ, 4 ਭੇਜ ਲਓ, 7 ਭੇਜ ਲਓ। ਕਹਿੰਦੇ ਨਹੀਂ, ਸਾਰੇ ਆਵਾਂਗੇ, ਗੱਲ 5 ਜਾਣੇ ਕਰਨਗੇ। ਇਹਦਾ ਭਾਵ ਜਿੱਥੋਂ ਤੱਕ ਲੀਡਰਾਂ ਦੇ ਵਿਕਣ ਦਾ ਸੰਬੰਧ ਹੈ, ਕੋਈ ਲੀਡਰ ਵਿਕਣ ਦੀ ਪੋਸੀਬਿਲਿਟੀ ਹੁਣ ਨਹੀਂ ਹੈ। ਇੱਕ ਤਾਂ ਇਹ ਗੱਲ ਹੈ। ਦੂਜੀ ਗੱਲ, ਜੇ ਕੋਈ ਇਹ ਕਹੇ ਕੋਈ ਲੀਡਰ ਵੀ ਜੇ ਉੱਥੇ ਨੌਜਵਾਨ ਗਏ ਨੇ, ਉਹ ਤਾਂ ਮੇਰੇ ਕਹੇ ਤੇ ਗਏ ਨੇ, ਜੇ ਨੌਜਵਾਨਾਂ ਨੇ ਫਲਾਣੇ ਬੈਰੀਕੋਡ ਤੋੜੇ ਨੇ, ਉਹ ਤਾਂ ਸ਼ੰਭੂ ਵਾਲੇ ਮੇਰੇ ਕਹੇ ਤੇ ਤੋੜੇ ਨੇ। ਇਹ ਬਿਲਕੁਲ ਸੰਭਵ ਨਹੀਂ ਹੈ। ਜੇ ਉੱਥੇ ਲੋਕ ਗਏ ਨੇ, ਉਹ ਆਪਣੀ ਇੱਛਾ ਨਾਲ ਗਏ ਨੇ। ਲੋਕਾਂ ਦੇ ਮਨ 'ਚ ਇੱਕ ਗੱਲ ਬੈਠ ਗਈ ਕਿ ਅਸੀਂ ਤਾਂ, ਸਾਡੀ ਜ਼ਮੀਨ ਗਈ, ਸਾਡਾ ਤਾਂ ਸਾਰੇ ਸੋਰਸ ਗਏ, ਸਾਡੀ MSP ਗਈ, ਇਹਦੇ ਨੂੰ ਤਾਂ ਮਰ ਗਏ ਚੰਗੇ। ਜੇ ਲੋਕ ਉੱਥੇ ਬੈਠੇ ਨੇ, ਕਿਸੇ ਦੇ ਕਹੇ ਤੇ ਨਹੀਂ ਬੈਠੇ, ਜਿੱਥੋਂ ਤੱਕ ਮੈਂ ਮਹਿਸੂਸ ਕਰਦਾ, ਉਹ ਆਪਣੀ ਰੋਟੀ ਰੋਜੀ ਦੇ ਲਈ ਬੈਠੇ ਨੇ। ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਲੱਗ ਰਿਹਾ। ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਕੱਲ ਨੂੰ ਸ਼ਾਇਦ ਨਹੀਂ ਰਹਾਂਗੇ, ਜੇ ਕਾਨੂੰਨ ਲਾਗੂ ਹੋ ਗਏ ਤਾਂ ਬੈਠੇ ਨੇ। ਜਿਹੜਾ ਮਰਜ਼ੀ ਲੀਡਰ ਜ਼ੋਰ ਲਾ ਕੇ ਦੇਖ ਲਵੇ, ਛੋਟਾ ਵੱਡਾ ਜਾਂ ਕੋਈ ਵੀ, ਜੇ ਕਹੇ ਕਿ ਆ ਜਾਓ ਵਾਪਸ, ਇਹ ਕਿਸਾਨ ਲੀਡਰ ਤਾਂ ਵੇਚ ਗਏ, ਵਾਪਸ ਨਹੀਂ ਹੋਣਾ ਉਹਨਾਂ ਨੇ। ਉਹਨਾਂ ਨੂੰ, ਉਹ ਕਿਸਾਨ ਲੀਡਰਾਂ ਨੇ
ਜਿਨ੍ਹਾਂ ਨੇ ਪਹਿਲਾਂ ਪਿੰਡਾਂ 'ਚ ਘੁੰਮ ਕੇ ਫਿਰ ਕੇ 4 ਮਹੀਨਿਆਂ 'ਚ ਮੂਵਮੈਂਟ ਬਿਲਡ ਕੀਤੀ, ਹੌਲੀ ਹੌਲੀ ਉਹਨੂੰ ਦਿੱਲੀ ਤੱਕ ਲੈ ਕੇ ਆਏ। ਅੱਜ ਉਹ ਆਪਣੇ ਨਿਸ਼ਾਨੇ ਤੇ ਐਨ ਅੱਖ ਦੀ ਸੇਧ ਬੈਠੇ ਨੇ ਕਿ ਆਹ 4 ਕਾਨੂੰਨ ਨੇ, ਇਦੋਂ ਬਿਨਾਂ ਅਸੀਂ ਕੋਈ ਨਵਾਂ ਕਾਨੂੰਨ ਇਹ 'ਚ ਨਵੀਂ ਮੰਗ ਐਡ ਨਹੀਂ ਕਰਨੀ। 3 ਕਾਨੂੰਨ ਵਾਪਸ ਕਰਾਉਣੇ ਨੇ, MSP ਲਾਗੂ ਕਰਾਉਣੀ ਹੈ, ਬਿਜਲੀ ਵਾਲਾ ਤੇ ਪਰਾਲੀ ਵਾਲਾ ਜਿਹੜੇ ਉਹ ਮੰਨੀ ਬੈਠੇ ਨੇ। ਇਦੋਂ ਬਿਨਾਂ ਅਸੀਂ ਕੋਈ ਨਵੀਂ ਮੰਗ ਵੀ ਐਡ ਨਹੀਂ ਕਰ ਰਹੇ ਉਹ, ਕਿਉਂਕਿ ਉਹਨਾਂ ਦਾ ਨਿਸ਼ਾਨਾ ਬਹੁਤ ਸਿੱਧਾ ਹੈ, ਬਹੁਤ ਸਪਸ਼ਟ ਹੈ। ਜਿਹਦੇ 'ਚ ਹਿੰਸਾ ਹੁੰਦੀ ਵੀ ਹੈ, ਅੱਜ ਮੋਰਚਾ ਇਸ ਪੱਧਰ ਤੇ ਪਹੁੰਚ ਗਿਆ ਕਿ ਜੇ ਹਿੰਸਾ ਹੁੰਦੀ ਹੈ, ਭਾਵੇਂ ਸਰਕਾਰ ਜਿੰਨਾ ਮਰਜ਼ੀ ਪ੍ਰਚਾਰ ਕਰ ਲਵੇ, ਆਮ ਲੋਕਾਂ ਦੀ ਧਾਰਨਾ ਇਹੀ ਰਹੂਗੀ ਕਿ ਉਹ ਹਿੰਸਾ ਕਿਸੇ ਏਜੰਸੀ ਨੇ ਜਾਂ ਕਿਸੇ ਸਰਕਾਰੀ ਧਿਰ ਨੇ ਤੇ ਜਾਂ ਕਿਸੇ ਸ਼ਰਾਰਤੀ ਅਨਸਰ ਨੇ ਜਾਣ ਕੇ ਕਰਾਈ ਹੈ। ਮੋਰਚਾ ਫਿਰ ਵੀ ਚੱਲਦਾ ਰਹੂਗਾ, ਮੈਨੂੰ ਆਪਣੇ ਤੌਰ ਤੇ ਲੱਗਦਾ ਹੈ, ਕਿਉਂਕਿ ਮੋਰਚੇ ਵਾਲੇ ਬਹੁਤ ਅਗਾਊਂ ਪ੍ਰਚਾਰ ਕਰ ਦਿੰਦੇ ਨੇ ਉੱਥੋਂ ਸਟੇਜ ਤੋਂ ਕਿ ਆਹ ਹੋ ਸਕਦਾ ਹੈ, ਆਹ ਹੋ ਸਕਦਾ ਹੈ, ਇੰਜ ਵੀ ਹੋ ਸਕਦਾ ਹੈ, ਆਹ ਸ਼ਰਾਰਤੀ ਅਨਸਰ ਤੁਹਾਡੇ 'ਚ ਆ ਸਕਦੇ ਆ। ਉਹ ਪਹਿਲਾਂ ਹੀ ਜਦੋਂ ਰੌਲਾ ਪਾ ਦਿੰਦੇ ਨੇ, ਤਾਂ ਹੀ ਨਾ ਉਹ ਅਰਬਨ ਨਕਸਲੀ ਬਣ ਸਕੇ, ਨਾ ਉਹ ਖਾਲਿਸਤਾਨੀ ਬਣ ਸਕੇ, ਨਾ ਉਹ ਕੋਈ ਹੋਰ ਵੱਡੇ ਧਿਰਾਂ ਬਣ ਸਕੇ। ਉਹ ਪੂਰੀ ਤਰ੍ਹਾਂ ਨਾਲ ਸ਼ਾਂਤਮਈ, ਇਹਨਾਂ ਵਿਰੁੱਧ ਕੋਈ ਅਜਿਹਾ ਵੀ ਦੋਸ਼ਣ ਨਹੀਂ ਲੱਗ ਸਕਦਾ ਕਿ ਇਹ ਰਾਸ਼ਟਰਵਾਦੀ ਨਹੀਂ ਹੈਗੇ। ਉਹ ਝੰਡਾ ਵੀ ਨਾਲ ਲੈ ਕੇ ਚੱਲਦੇ ਨੇ, ਉਹ ਕੁਰਬਾਨੀਆਂ ਵੀ ਬਹੁਤ ਕੀਤੀਆਂ ਹੋਈਆਂ ਨੇ। ਸੋ ਪਹਿਲਾ ਅੰਦੋਲਨ ਹੈ ਜਿਹਦੇ ਤੇ ਸਰਕਾਰ ਇਹ ਦੋਸ਼ ਨਹੀਂ ਲਾ ਸਕੀ ਕਿ ਇਹ ਤਾਂ ਗੈਰ ਰਾਸ਼ਟਰਵਾਦੀ ਨੇ, ਇਹਨਾਂ ਨੂੰ ਕਹਿ ਹੀ ਨਹੀਂ ਸਕੀ। ਉਹ ਲੋਕਾਂ ਨੇ ਉਹਨਾਂ ਦੀ ਗੱਲ ਸੁਣੀ ਓ ਨਹੀਂ ਕਿ ਪਾਕਿਸਤਾਨੀ ਨੇ, ਚੀਨੀ ਨੇ, ਖਾਲਿਸਤਾਨੀ ਨੇ, ਕੋਈ ਨਹੀਂ ਸੁਣਦਾ। ਇਹਦਾ ਭਾਵ ਉਹਨਾਂ ਨੇ ਲੋਕਾਂ 'ਚ ਆਪਣਾ ਵਿਸ਼ਵਾਸ ਬਣਾ ਲਿਆ ਹੋਇਆ ਹੈ। ਜਦੋਂ ਕੋਈ ਮੂਵਮੈਂਟ ਲੋਕਾਂ 'ਚ ਆਪਣਾ ਵਿਸ਼ਵਾਸ ਬਣਾ ਲਵੇ, ਉਹਨੂੰ ਹਰਾਉਣ ਦੀਆਂ ਪੋਸੀਬਿਲਿਟੀਜ਼ ਬਹੁਤ ਘਟ ਜਾਂਦੀਆਂ ਨੇ। ਠੀਕ ਹੈ, ਸਰਕਾਰ ਦੀ ਟੱਕਰ ਹੈ, ਸਰਕਾਰ ਵੀ ਪਿੱਛੇ ਨਹੀਂ ਮੁੜਨਾ ਚਾਹੁੰਦੀ, ਬਹੁਤ ਸਾਰੇ ਯਤਨ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ। ਪਰ ਜੇ ਲੋਕਾਂ ਦੀ ਯੂਨਿਟੀ ਇਸੇ ਤਰ੍ਹਾਂ ਬਣੀ ਰਹੀ ਅਤੇ ਸਮੁੱਚੇ ਦੇਸ਼ ਵਿੱਚ ਇਸੇ ਤਰ੍ਹਾਂ ਇਹ ਫੈਲਦਾ ਰਿਹਾ ਜਿਵੇਂ ਫੈਲ ਰਿਹਾ ਹੈ, ਤਾਂ ਇਹ ਸਰਕਾਰ ਲਈ ਵੀ ਤੇ ਕਾਰਪੋਰੇਟ ਘਰਾਣਿਆਂ ਲਈ ਵੀ ਵੱਡਾ ਸੰਕਟ ਪੈਦਾ ਕਰ ਸਕਦਾ ਹੈ ਸੰਘਰਸ਼, ਮੈਨੂੰ ਇਹ ਲੱਗਦਾ। ਹਾਂਜੀ, ਬਿਲਕੁਲ ਠੀਕ ਸੋਈ ਸਾਹਿਬ। ਉਮੀਦ ਹੈ ਵੀ ਸਾਡਾ ਇਹ ਜਿਹੜਾ ਸੰਘਰਸ਼ ਆ ਕਿਸਾਨਾਂ ਦਾ, ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚੋਂ NRIs ਦੀ ਹਰ ਮੁਲਕ ਦੇ ਵਿੱਚ ਮੁਜ਼ਾਹਰੇ ਹੋ ਰਹੇ ਆ, ਬਹੁਤ ਜ਼ਿਆਦਾ ਸਪੋਰਟ ਹੈ ਤੇ ਇੰਡੀਆ ਦੇ ਸਾਰੇ ਕੋਨੇ-ਕੋਨੇ ਤੱਕ ਇਹਦੀ ਆਵਾਜ਼ ਪਹੁੰਚ ਚੁੱਕੀ ਆ ਤੇ ਲੋਕ ਸਾਥ ਦੇ ਰਹੇ ਆ। ਤੇ ਮੈਂ ਹੁਣ ਤੁਹਾਡਾ ਅਖੀਰ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਪ੍ਰਿਥੀਪਾਲ ਸਿੰਘ ਜੀ, ਪ੍ਰੋਫੈਸਰ ਸਾਹਿਬ ਤੁਹਾਡਾ, ਜਿਨ੍ਹਾਂ ਨੇ ਇੰਨਾ ਟਾਈਮ ਕੱਢਿਆ, ਤੇ ਗੁਰਲਿੰਦਰ ਗਿੱਲ ਜੀ ਦਾ ਤੇ ਰਣਜੀਤ ਸਿੰਘ ਗਿੱਲ ਜੀ ਦਾ। ਤੇ ਮੈਂ ਆਸ ਕਰਦਾ ਵੀ ਆਪਣਾ ਜਿਹੜਾ ਪ੍ਰੋਗਰਾਮ ਆ ਬਹੁਤ ਵਧੀਆ, ਤੁਸੀਂ ਬੜੀ ਸਾਨੂੰ ਡਿਟੇਲ ਦੇ ਵਿੱਚ ਹਰ ਗੱਲਬਾਤ ਸੰਘਰਸ਼ ਬਾਰੇ, ਬਿੱਲਾਂ ਬਾਰੇ, ਸਾਰੀਆਂ ਗੱਲਾਂ ਸਾਨੂੰ ਬੜੇ ਵਿਸਥਾਰ ਦੇ ਵਿੱਚ ਦੱਸੀਆਂ ਤੇ ਅਸੀਂ ਬਹੁਤ-ਬਹੁਤ ਤੁਹਾਡੇ ਰਿਣੀ ਆ। ਤੇ ਮੈਂ ਹਾਂਜੀ ਪੱਟਰ ਸਾਹਿਬ, 1 ਮਿੰਟ, ਤੇ ਅੱਜ ਇੰਡੀਆ 'ਚ ਤਾਂ ਚਲੋ ਦਿਨ ਚੜ ਗਿਆ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਹਾਂਜੀ ਹਾਂਜੀ ਉਹਦੀ ਵੀ ਸਾਰਿਆਂ ਨੂੰ ਵਧਾਈ ਦੇ ਦਈਏ। ਤੇ ਉਹਨਾਂ ਦਾ ਸੰਕਲਪ ਦਿਵਸ ਵੀ ਕਿਸਾਨ ਵੀ ਮਨਾ ਰਹੇ ਨੇ ਇਸ ਵਿੱਚ। ਸੋ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ ਜੁਰਮ ਨਾਲ ਲੜਨ ਦੀਆਂ ਜਾਂ ਸਹਿਣ ਸ਼ਕਤੀ ਦੀਆਂ, ਸਰਬੱਤ ਦੇ ਭਲੇ ਦੀਆਂ, ਉਹ ਵੀ ਸਾਰੇ ਨਾਲ ਲੈ ਕੇ ਚੱਲਣ ਤੇ ਚੰਗਾ ਹੋਊਗਾ ਇਸ ਮਸਲੇ ਦੇ ਵਿੱਚ। ਹਾਂਜੀ ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਸਾਡੇ ਵੱਲੋਂ ਫੇਸਬੁੱਕ ਚਰਚਾ ਵੱਲੋਂ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ। ਤੇ ਉਹਨਾਂ ਦਾ ਜਿਹੜਾ ਹੈਗਾ ਦੇਸ਼ ਸੇਵਾ ਬਰਮੋ, ਇਹ ਸ਼ੁਭ ਕਰਮ ਤੇ ਕਬੂ ਨ ਟਰੂ, ਇਹਦੇ ਤੇ ਸਾਰੇ ਸਿੱਖ ਜਥੇਬੰਦੀਆਂ ਪਹਿਰਾ ਦੇ ਰਹੀਆਂ ਤੇ ਡਟ ਕੇ ਦੇਣਗੀਆਂ ਤੇ ਕਾਮਯਾਬ ਜ਼ਰੂਰ ਹੋਣਗੀਆਂ। ਤੇ ਮੈਂ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੇ ਫੇਸਬੁੱਕ ਚਰਚਾ ਨੂੰ ਦੇਖ ਰਹੇ, ਆਨੰਦ ਮਾਣ ਰਹੇ ਸਾਰੀ ਗੱਲਬਾਤ ਦਾ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਡੇ ਨਾਲ ਸਦਾ ਹੀ ਜੁੜਿਆ ਕਰੋ। ਤੇ ਸਾਡਾ ਇਹ YouTube ਦੇ ਉੱਤੇ ਫੇਸਬੁੱਕ ਚਰਚਾ ਚੈਨਲ ਆ, ਜਿਹਨੂੰ ਤੁਸੀਂ ਸਬਸਕ੍ਰਾਈਬ ਕਰੋ। ਤੇ ਸਾਡਾ ਕੋਈ ਵੀ ਜਿਹੜਾ ਐਪੀਸੋਡ ਆ, ਅੱਜ ਤੱਕ 50ਵਾਂ ਹੋ ਚੁੱਕਿਆ ਇਹ, ਤੇ ਤੁਸੀਂ ਕਿਸੇ ਨੂੰ ਵੀ ਉਹਦੇ ਉੱਤੇ ਜਾ ਕੇ ਦੇਖ ਸਕਦੇ ਹੋ, ਲਾਈਵ ਸੁਣ ਸਕਦੇ ਹੋ। ਸਾਡੇ ਉੱਥੇ ਲਾਈਵ ਪਏ ਆ ਤੇ ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ, ਸਾਰੇ ਰਿਕਾਰਡਡ ਆ। ਤੇ ਮੈਂ ਅਖੀਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਤੇ ਸਾਡੀ ਬੈਕ ਟੀਮ ਆ ਜਿਹੜੀ ਟੈਕਨੀਕਲਸ ਦੀ, ਅਮਰਜੀਤ ਸਿੰਘ ਸੈਕਰਾਮੈਂਟੋ ਤੋਂ ਤੇ ਬਲਜਿੰਦਰ ਸਿੰਘ ਜੀ ਉਭੀ ਵੈਨਕੂਵਰ ਤੋਂ, ਕੈਨੇਡਾ ਤੋਂ, ਦੋਨਾਂ ਦਾ, ਉਹਨਾਂ ਦਾ ਵੀ, ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੇ ਅਖੀਰ ਦੇ ਵਿੱਚ ਜੀ ਮੈਂ ਜੈ ਜਵਾਨ ਜੈ ਕਿਸਾਨ, ਤੇ ਸਾਰਿਆਂ ਨੂੰ, ਤੁਹਾਨੂੰ ਫਤਿਹ, ਤੇ ਸਾਰਿਆਂ ਨੂੰ ਥੈਂਕ ਯੂ ਵੈਰੀ ਮੱਚ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।